सो देखो करंट इलैक्ट्रिसिटी इस तो पहला कि ਆਪਾਂ 12th क्लास वाली करिए ਆਪਾਂ ਇਸ ਤੋਂ ਪਹਿਲਾਂ ਸੋਚੀਏ ਕਿ ਆਪਾਂ ਪਹਿਲਾਂ ਕੀ ਪੜਿਆ ਹੈ ਕਿ ਤੁਸੀਂ 10th क्लास ਵਿੱਚ ਹੀ ਪੜ੍ਹੀ ਹੈ ਨਾ ਕਰੰਟ ਇਲੈਕਟ੍ਰਿਸਿਟੀ Yes, Yes, sir. sir. Yes, Yes, sir. ਤੇ ਕਰੰਟ ਇਲੈਕਟ੍ਰਿਸਿਟੀ ਵਿੱਚ ਤੁਸੀਂ ਇਲੈਕਟ੍ਰਿਕ ਕਰੰਟ ਦੇ ਬਾਰੇ ਜੋ ਗੱਲ ਕੀਤੀ ਸੀ ਇਲੈਕਟ੍ਰਿਕ ਕਰੰਟ ਨੂੰ ਤੁਸੀਂ ਡਿਫਾਈਨ ਕੀਤਾ ਸੀ ਕਿਸੇ ਪਾਰਟਿਕੂਲਰ ਏਰੀਆ ਆਫ ਕ੍ਰਾਸ ਸੈਕਸ਼ਨ ਤੋਂ ਜਿੰਨਾ ਚਾਰਜ ਪਾਸ ਕਰਦਾ ਹੈ ਹੈਨਾ ਜਿੰਨਾ ਚਾਰਜ ਚੋਂ ਪਾਸ ਕਰ ਗਿਆ ਠੀਕ ਹੈ ਡਿਵਾਈਡਡ ਬਾय जिन्ने वो टाइम च पास किया है ना Yes, sir. Yes, या sir. फिर ਆਪਾਂ ਇਹ ਗੱਲ ਕਰੀਏ ਕਿ ਜਿਹੜਾ ਕਰੰਟ ਹੈ ਕਰੰਟ ਨੂੰ ਇੱਥੇ ਮੈਂ ਆਈ ਨਾ ਕਹਿੰਦਾ ਕਰੰਟ ਐਵਰੇਜ ਕਰੰਟ ਜਿਹੜਾ ਆ ਉਹ ਕੀ ਹੁੰਦਾ ਹੈ ਜਿੰਨਾ ਚਾਰਜ ਪਾਸ ਕਰ ਗਿਆ ਆਪਾਂ ਡੈਲਟਾ ਕਿਊ ਕਹਿ ਦਿੰਦੇ ਆ ਉਹ ਜਿੰਨੇ ਟਾਈਮ ਚ ਪਾਸ ਕਰ ਗਿਆ ਡੈਲਟਾ ਟੀ ਤੇ ਜੇ ਆਪਾਂ ਕਰੰਟ ਇਨਸਟੈਂਟੇਨੀਅਸ ਕਰੰਟ ਕਹਿੰਦੇ ਆ ਇਨਸਟੈਂਟੇਨੀਅਸ ਤੁਸੀਂ ਸਮਝਦੇ ਹੋ ਜਿਵੇਂ ਵੈਲੋਸਿਟੀ ਆਪਣੀ ਇਨਸਟੈਂਟੇਨੀਅਸ ਵੈਲੋਸਿਟੀ ਦੀ ਇਨਸਟੈਂਟੇਨੀਅਸ ਐਕਸੈਲਰੇਸ਼ਨ ਦੀ ਗੱਲ ਕਰਦੇ ਆ इंस्टेंटेनियस करंट जे किसी पर्टिकुलर टाइम ते करंट दी वैल्यू किसी भी कंडक्टर दे विचों या कितनी है वायर दे विच आपां उहनूं कहने dq/dt कहने एक सिंपल जी गल है ते किसी भी एरिया ऑफ क्रॉस सैक्शन दे विचों जे मान लो मान लो वायर है कोई किसी वायर दा मान लो वायर है बेसिकली इस तरह ठीक है इस तरह ये वायर पतली मोटी हो सकती है मतलब किते पतली है किते मोटी है जो भी है तो ਉਹਦੇ पर्टिकुलर उस एरिया ऑफ क्रॉस सैक्शन ਦੇ ਵਿੱਚੋਂ ਜਿੰਨਾ ਵੀ ਚਾਰਜ ਪਾਸ ਕਰਦਾ ਹੈ ਡੈਲਟਾ ਟੀ ਟਾਈਮ ਦੇ ਵਿੱਚ ਆਪਾਂ ਉਹ ਪਤਾ ਕਰਦੇ ਹਾਂ ਤੇ ਆਪਾਂ ਡਿਵਾਈਡ ਕਰਦੇ ਹਾਂ ਉਸ ਟਾਈਮ ਨਾਲ ਜਿਸ ਟਾਈਮ ਦੇ ਵਿੱਚੋਂ ਚਾਰਜ ਵਿੱਚੋਂ ਪਾਸ ਕਰਦਾ ਹੈ ਇਹ ਐਰੋਜ਼ ਬਣਾਏ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਚਾਰਜ ਕੋਈ ਵੈਕਟਰ ਕੁਆਂਟੀਟੀ ਹੈ ਪਲੀਜ਼ ਇਦਾਂ ਨਾ ਸੋਚਿਓ ਉਹ ਇਲੈਕਟ੍ਰਿਕ ਫੀਲਡ ਬਾਰੇ ਹੁੰਦਾ ਸੀ ਤਾਂ ਇਲੈਕਟ੍ਰਿਕ ਫਲਕਸ ਨੂੰ ਆਪਾਂ ਇਸ ਤਰ੍ਹਾਂ ਸ਼ੋ ਕਰ ਦਿੰਦੇ ਸੀ ਪਰ ਇਹ ਗੱਲ ਇਸ ਤਰ੍ਹਾਂ ਦੀ ਨਹੀਂ ਹੈ ਸਿਰਫ ਚਾਰਜ ਪਾਸ ਕਰਨ ਦੀ ਗੱਲ ਸੋ ਏਰੀਆ ਜਿੱਦਾਂ ਮਰਜ਼ੀ ਦਾ ਹੋਵੇ ਤੇ ਆਪਾਂ ਉਹਦੇ ਵਿੱਚ ਫੋਰ ਐਗਜ਼ਾਮਪਲ ਇਹਦੇ ਵਿੱਚ ਹੀ ਜੇ ਮੈਂ ਕਹਾਂ ਕਿ ਆਹ ਵਾਲੇ ਏਰੀਆ ਦੇ ਵਿੱਚੋਂ ਕਿੰਨਾ ਕਰੰਟ ਪਾਸ ਕਰ ਰਿਹਾ ਮੈਂ ਇਹਦੀ ਗੱਲ ਵੀ ਕਰ ਸਕਦਾ ਇਹਦੇ ਵਿੱਚ ਹੀ ਅਟੇਡਾ ਏਰੀਆ ਜਿਹੜਾ ਹੈ ਇਸ ਤਰ੍ਹਾਂ ਤਾਂ ਆਪਾਂ ਬਸ ਆ ਦੇਖਾਂਗੇ ਇਹਦੇ ਵਿੱਚੋਂ ਕਿੰਨਾ ਕਰੰਟ ਪਾਸ ਕਰ ਸੌਰੀ ਚਾਰਜ ਪਾਸ ਕਰ ਜੀ ਮੰਨ ਲਓ ਇੱਥੋਂ ਕਿੰਨਾ ਚਾਰਜ ਕ੍ਰਾਸ ਕਰ ਰਿਹਾ ਇੱਥੋਂ ਕਿੰਨਾ ਕ੍ਰਾਸ ਕਰ ਰਿਹਾ ਜਾਂ ਚਾਹੇ ਉਹ ਇਸ ਤਰ੍ਹਾਂ ਨਾ ਵੀ ਕ੍ਰਾਸ ਕਰੇਗਾ ਮੰਨ ਲਓ ਇਸ ਤਰ੍ਹਾਂ ਵੀ ਜਾ ਰਿਹਾ ਨਾ ਇੱਧਰ ਕਿੰਨਾ ਕ੍ਰਾਸ ਕਰ ਰਿਹਾ ਆਪਾਂ ਬਸ ਦੇਖਾਂਗੇ ਚਾਰਜ ਇਸ ਪਾਰਟਿਕੂਲਰ ਏਰੀਆ ਨੂੰ ਕ੍ਰਾਸ ਕਰ ਰਿਹਾ ਜਿਹੜਾ ਉਹ ਲਵਾਂਗੇ ਚਾਰਜ ਅਪਨ ਟਾਈਮ ਟੇਕਨ ਤੇ ਇਸ ਤਰ੍ਹਾਂ ਆਏਗਾ ਆਪਣਾ ਇਲੈਕਟ੍ਰਿਕ ਕਰੰਟ ਤੇ ਇਲੈਕਟ੍ਰਿਕ ਕਰੰਟ ਜਿਹੜਾ ਆ ਇੱਕ ਸਕੇਲਰ ਕੁਆਂਟੀਟੀ ਕਿ ਵੈਕਟਰ ਕੁਆਂਟੀਟੀ ਹੈ Scale. ਹਾਂਜੀ ਇਹ ਇੱਕ ਸਕੇਲਰ ਕੁਆਂਟੀਟੀ ਹੈ ਕਈ ਵਾਰ ਭੁਲੇਖਾ ਪੈਂਦਾ ਆ ਬੱਚਿਆਂ ਨੂੰ ਸੋਚ ਕੇ ਕਿ ਇਹਦੀ ਵੀ ਡਾਇਰੈਕਸ਼ਨ ਹੁੰਦੀ ਹੈ ਇਸ ਲਈ ਸ਼ਾਇਦ ਕਰੰਟ ਨੂੰ ਆਪਾਂ ਨੂੰ ਵੈਕਟਰ ਕਹਿਣਾ ਚਾਹੀਦਾ ਹੈ ਪਰ ਨਹੀਂ ਇੱਥੇ ਡਾਇਰੈਕਸ਼ਨ ਦੀ ਸੈਂਸ ਡਾਇਰੈਕਸ਼ਨ ਦਾ ਮਤਲਬ ਉਹ ਵਾਲਾ ਨਹੀਂ ਹੁੰਦਾ ਜਿਹੜਾ ਡਾਇਰੈਕਸ਼ਨ ਆਪਾਂ ਵੈਕਟਰ ਕੁਆਂਟੀਟੀ ਚ ਮੋਸਟਲੀ ਫੋਰਸ ਵੈਲੋਸਿਟੀ ਐਕਸਲਰੇਸ਼ਨ ਲਈ ਲੈਂਦੇ ਕਿਉਂਕਿ ਇੱਥੇ ਤੱਕ ਹੀ ਹੈ ਕਿ ਵਾਇਰ ਹੈ ਵਾਇਰ ਦੇ ਵਿੱਚ ਜਿੰਨਾ ਕਰੰਟ ਹੈ ਉਹ ਨਹੀਂ ਹੈ ਸੋ ਜੇ ਮੰਨ ਲਓ ਆਹ ਵਾਇਰ ਇਸ ਤਰ੍ਹਾਂ ਵੀ ਪਈ ਹੋਈ ਹੈ ਕੋਈ ਤਾਂ ਵੀ ਉਹ ਕਰੰਟ ਹੈ ਤੁਸੀਂ ਕੋਈ ਜਣਾ ਫੜ ਕੇ ਵਾਇਰ ਨੂੰ ਸਿੱਧੀ ਕਰ ਦੋ ਤਾਂ ਆਬਵੀਅਸਲੀ ਤਾਂ ਵੀ ਕਰੰਟ ਆਈ ਹੀ ਰਹੇਗਾ ਨਾ ਕੋਈ ਫਰਕ ਨਹੀਂ ਪੈਂਦਾ ਆ ਦੂਸਰੀ ਗੱਲ ਕਰੰਟ ਨੂੰ ਐਡ ਕਰਨ ਦੇ ਲਈ ਤੁਹਾਨੂੰ ਤੁਸੀਂ ਸਕੇਲਰਸ ਦੀ ਤਰ੍ਹਾਂ ਇਹਨੂੰ ਐਡ ਸਬਟ੍ਰੈਕਟ ਕਰ ਸਕਦੇ ਹੋ ਜਿਵੇਂ ਕਹਿੰਦੇ ਕਿਸੇ ਪੁਆਇੰਟ ਦੇ ਉੱਪਰ ਮੰਨ ਲਓ ਆ ਇਸ ਤਰ੍ਹਾਂ ਆਪਾਂ ਬਹੁਤ ਸਾਰੀ ਵਾਇਰਸ ਨੇ ਜੰਕਸ਼ਨ ਹੈ ਤੇ ਜੰਕਸ਼ਨ ਦੇ ਵਿੱਚ ਆਪਾਂ ਮੰਨ ਲੈਂਦੇ ਆ ਕਿ ਮੰਨ ਲਓ ਜੇ ਇੱਥੋਂ 2 ਐਂਪੀਅਰ ਕਰੰਟ ਆ ਰਿਹਾ ਇੱਥੋਂ 3 ਐਂਪੀਅਰ ਕਰੰਟ ਆ ਰਿਹਾ ਤਾਂ ਚਲੋ 2 ਹੀ ਵਾਇਰਸ ਲੈ ਲਓ ਫਿਲਹਾਲ ਤਾਂ ਤੀਸਰੀ ਵਾਇਰ ਦੇ ਵਿੱਚ ਕੀ ਹੋਏਗਾ ਦੱਸੋ 5 ਐਂਪੀਅਰ ਕਰੰਟ ਜਾਏਗਾ ਇੱਥੋਂ ਹੈ ਨਾ ਸੋ ਬੇਸਿਕਲੀ ਕਰੰਟ ਸੇ ਸਕੇਲਰਸ ਦੀ ਤਰ੍ਹਾਂ ਹੀ ਐਡ ਹੋ ਰਹੇ ਨੇ ਇਸ ਲਈ ਕਰੰਟ ਇੱਕ ਸਕੇਲਰ ਕੁਆਂਟੀਟੀ ਹੈ ਇਸ ਲਈ ਇਹਦੀ ਡਾਇਰੈਕਸ਼ਨ ਵਾਲੀ ਕੋਈ ਆਪਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਤੇ ਜੇ ਤੁਸੀਂ ਕਿਸੇ ਪਾਰਟਿਕੂਲਰ ਸਮਾਲ ਟਾਈਮ ਦੇ ਵਿੱਚ ਕਰੰਟ ਸਰਚਾਰਜ ਪਾਸਿੰਗ ਫਾਈਂਡ ਕਰਨਾ ਚਾਹੁੰਦੇ ਹੋ ਤਾਂ ਉਸ ਇਨਸਟੈਂਟੇਨੀਅਸ ਵੈਲਿਊ ਦੇ ਉੱਪਰ ਕਿਸੇ ਉਸ ਇਨਸਟੈਂਟ ਤੇ ਕਰੰਟ ਦੀ ਵੈਲਿਊ ਇਨਟੂ dt ਕਰ ਦਿੰਦੇ ਹੋ ਤੁਸੀਂ ਤਾਂ ਤੁਹਾਨੂੰ ਉਸ ਇਨਸਟੈਂਟ ਦੇ ਉੱਪਰ ਕਿੰਨਾ ਚਾਰਜ ਪਾਸ ਹੋ ਰਿਹਾ ਹੈ ਪਤਾ ਲੱਗ ਜਾਂਦਾ ਹੈ ਤੇ ਜੇ ਤੁਸੀਂ ਟੋਟਲ ਪਤਾ ਕਰਨਾ ਹੈ ਤਾਂ ਤੁਸੀਂ ਕੀ ਕਰਦੇ ਹੋ ਇੰਟੀਗ੍ਰੇਟ ਬਿਲਕੁਲ idt ਇੰਟੀਗ੍ਰੇਟ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਤੁਸੀਂ ਕਾਈਨੈਮੈਟਿਕਸ ਦੇ ਵਿੱਚ ਕਰਦੇ ਸੀ ਕਾਈਨੈਮੈਟਿਕਸ ਦੇ ਵਿੱਚ ਤੁਸੀਂ ਦੇਖਦੇ ਵੈਲੋਸਿਟੀ ਜਿਹੜੀ ਹੈ ਉਹ ਹੁੰਦੀ ਹੈ dx/dt ਤੇ ਜੇ ਮੈਨੂੰ ਕੋਈ ਕਹੇ ਵੀ ਛੋਟੀ ਜਿਹੀ ਟਾਈਮ dt ਵਿੱਚ ਕਿੰਨੀ ਡਿਸਪਲੇਸਮੈਂਟ ਹੋਈ ਆਪਾਂ ਜਾਂ ਜਿਹੜੀ ਪੋਜੀਸ਼ਨ ਕਿੰਨੀ ਚੇਂਜ ਹੋਈ ਆਪਾਂ ਕਹਿੰਦੇ vdt ਤੇ ਜੇ ਆਪਾਂ ਟੋਟਲ ਡਿਸਟੈਂਸ ਟਰੈਵਲ ਫਾਈਂਡ ਕਰਦੇ ਆ ਤਾਂ ਆਪਾਂ ਇੰਟੀਗਰਲ ਕਰਦੇ ਆ ਨਾ vdt ਦਾ ਯਾਦ ਆਇਆ ਸਭ ਕੁਝ ਸੋ ਇਸ ਤਰ੍ਹਾਂ ਆਪਾਂ ਕਈ ਲੋਕ ਇਸ ਨੂੰ ਇਸ ਤਰ੍ਹਾਂ ਇਮੇਜਿਨ ਕਰਦੇ ਨੇ ਕਿ ਸ਼ਾਇਦ ਵੀ ਚਾਰਜ ਦੇ ਪਾਸ ਹੋਣ ਦੀ ਸਪੀਡ ਨਾਲ ਕੋਈ ਲੈਣ ਦੇਣਾ ਆ ਤੇ ਕੁਝ ਕੋਈ ਹੱਦ ਤੱਕ ਸੋਚੋ ਕਿ ਇਹ ਡਾਇਰੈਕਟਲੀ ਇਹ ਰਿਲੇਸ਼ਨ ਤਾਂ ਹੁੰਦਾ ਹੀ ਹੈ ਕਿ ਜੇ ਚਾਰਜ ਜ਼ਿਆਦਾ ਤੇਜ਼ੀ ਨਾਲ ਜ਼ਿਆਦਾ ਸਪੀਡ ਨਾਲ ਪਾਸ ਕਰੇਗਾ ਤਾਂ ਪਰ ਇੱਥੇ ਅਮਾਉਂਟ ਜਿਹੜਾ ਆ ਉਹੀ ਅਸਲੀ ਵਿੱਚ ਇੰਪੋਰਟੈਂਟ ਗੱਲ ਹੈ ਸਪੀਡ ਨਾਲੋਂ that amount is important ਵੀ ਕਿੰਨਾ ਅਮਾਉਂਟ ਮਤਲਬ ਚਾਰਜ ਪਾਸ ਕਰ ਰਿਹਾ ਹੁਣ ਉਹ ਜਿਹੜਾ ਅਮਾਉਂਟ ਆਫ ਚਾਰਜ ਪਾਸ ਕਰ ਉਹੀ ਕਰੰਟ ਡਿਸਾਈਡ ਕਰਦਾ ਹੈ ਬੇਸਿਕਲੀ
ਜਿਵੇਂ ਕਿ ਮੰਨ ਲਓ ਹੁਣ ਜੇ ਕੋਈ ਵਾਇਰ ਮੰਨ ਲਓ ਇਸ ਤਰ੍ਹਾਂ ਦੀ ਹੈ, ਸੋਚੋ ਇਸ ਤਰ੍ਹਾਂ ਕੋਈ ਵਾਇਰ ਮੋਟੀ ਹੈ ਤੇ ਕੋਈ ਦੂਸਰੀ ਵਾਇਰ ਜਿਹੜੀ ਉਹ ਪਤਲੀ ਹੈ, ਤੇ ਦੋਨਾਂ ਦੇ ਵਿੱਚ ਆਬਵੀਅਸਲੀ ਇਲੈਕਟ੍ਰੋਨਸ ਨੇ, ਮੰਨ ਲਓ ਫ੍ਰੀ ਇਲੈਕਟ੍ਰੋਨਸ ਨੇ, ਤਾਂ ਜਿਹੜੀ ਮੋਟੀ ਵਾਇਰ ਹੈ ਉਹਦੇ ਵਿੱਚ ਬਹੁਤ ਸਾਰੇ ਇਲੈਕਟ੍ਰੋਨਸ ਹੀ ਇੱਕ ਲੇਅਰ 'ਚ ਨੇ, ਤੇ ਜਦੋਂ ਇਹ ਸਾਰੇ ਇਲੈਕਟ੍ਰੋਨਸ ਕਿਸੇ ਪਾਰਟਿਕੂਲਰ ਏਰੀਆ ਵਿੱਚੋਂ ਪਾਸ ਕਰਨਗੇ ਹਨਾ, ਤੇ ਮੰਨ ਲਓ ਜੇ ਉਹਨਾਂ ਦੀ ਜਿਹੜੀ ਸਪੀਡ ਹੈ, ਫਿਲਹਾਲ ਮੈਂ ਇਹਦਾ ਸਪੀਡ ਹੀ ਬੋਲ ਰਿਹਾ, ਬਾਅਦ 'ਚ ਮੈਂ ਤੁਹਾਨੂੰ ਦੱਸੂਗਾ ਇਹਨੂੰ ਕੀ ਕਵਾਂਗੇ, ਉਹ ਸੇਮ ਹੀ ਹੈ, ਤਾਂ ਬਹੁਤ ਸਾਰੇ ਇਲੈਕਟ੍ਰੋਨ ਇੱਕ ਹੀ ਵਾਰ ਦੇ ਵਿੱਚ ਇੱਥੇ ਪਾਰ ਕਰ ਰਹੇ ਨੇ, ਤੇ ਇੱਥੇ ਜੇ ਇਸ ਏਰੀਆ 'ਚੋਂ ਪਾਸ ਕਰਨ ਦੀ ਗੱਲ ਕਰੀਏ ਤਾਂ ਬਹੁਤ ਥੋੜੇ ਇਲੈਕਟ੍ਰੋਨ ਪਾਸ ਕਰ ਰਹੇ, ਤਾਂ ਆਬਵੀਅਸਲੀ ਫਿਰ ਕਰੰਟ ਦੀ ਵੈਲਿਊ ਬਾਕੀ ਸਾਰੀ ਚੀਜ਼ਾਂ ਦੇ ਸੇਮ ਰੱਖੀਏ, ਤੇ ਇਲੈਕਟ੍ਰੋਨ ਦੀ ਸਪੀਡ ਵੀ ਜਿਹੜੀ ਇਧਰ ਮੂਵ ਕਰਨ ਦੀ ਲੈਫਟ ਟੂ ਰਾਈਟ ਸੇਮ ਰੱਖੀਏ, ਤਾਂ ਆਪਾਂ ਕਹਿ ਸਕਦੇ ਹਾਂ ਨਾ ਕਿ ਕਰੰਟ ਉੱਪਰ ਜ਼ਿਆਦਾ ਹੋਏਗਾ। ਸਮਝ ਲੱਗੀ ਗੱਲ? ਕਿਉਂਕਿ ਬੇਸਿਕਲੀ ਸਾਡਾ ਲੈਣਾ ਦੇਣਾ ਹੈ ਕਿ ਅਮਾਉਂਟ ਆਫ ਚਾਰਜ ਕਿੰਨਾ ਪਾਸ ਕਰ ਰਿਹਾ, ਜ਼ਿਆਦਾ ਚਾਰਜ ਪਾਸ ਕਰ ਰਿਹਾ ਜਾਂ ਘੱਟ ਚਾਰਜ ਪਾਸ ਕਰ ਰਿਹਾ, ਇਹੀ ਗੱਲ ਆਪਣੇ ਲਈ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਆਹ ਗੱਲ ਹੋ ਗਈ। ਦੂਸਰੀ ਗੱਲ, ਆਪਾਂ ਚਾਹੀਏ ਤਾਂ ਇਹਨੂੰ ਐਵੇਂ ਸੋਚ ਸਕਦੇ ਹਾਂ ਕਿ ਜੇ ਮੰਨ ਲਓ ਇੱਥੇ ਇਸ ਜਗ੍ਹਾ ਤੇ ਆਪਣੇ ਕੋਲ ਆਪਾਂ ਪਲਾਟ ਕਰ ਲਈਏ ਕਰੰਟ ਨੂੰ, ਇੱਧਰ ਪਲਾਟ ਕਰ ਲਈਏ ਗ੍ਰਾਫ ਦੇ ਵਿੱਚ ਟਾਈਮ ਨੂੰ, ਇੱਧਰ ਟਾਈਮ ਤੇ ਇੱਧਰ ਕਰੰਟ, ਤੇ ਉਹਨਾਂ 'ਚ ਕੋਈ ਗ੍ਰਾਫ ਵੇਰੀਏਬਲ ਕਰੰਟ ਹੈ ਮੰਨ ਲਓ ਕੁਝ ਵੀ, ਤਾਂ ਆਪਾਂ ਕਿਸੇ ਪਾਰਟਿਕੂਲਰ ਟਾਈਮ t1 ਤੋਂ ਲੈ ਕੇ ਕਿਸੇ ਪਾਰਟਿਕੂਲਰ ਦੂਜੇ ਟਾਈਮ t2 ਤੱਕ ਦੇ ਵਿੱਚ ਜੇ ਆਪਾਂ ਇਹਨੂੰ ਇੰਟੀਗ੍ਰੇਟ ਕਰਦੇ ਹਾਂ ਤਾਂ ਜਿਹੜਾ ਏਰੀਆ ਹੋਏਗਾ, ਦਿਸ ਏਰੀਆ, ਇਹ ਸਾਨੂੰ ਕੀ ਦੇਗਾ? ਕੀ ਦੇਗਾ? ਚਾਰਜ। ਯੈਸ, ਬਿਲਕੁਲ ਇਹ ਗੱਲ ਤੁਸੀਂ ਜਾਣਦੇ ਹੋ, ਆਪਾਂ ਬਹੁਤ ਵਾਰ ਇਹਨੂੰ ਯੂਨੀਫਾਈ ਵੀ ਕੀਤਾ ਇਹ ਚੀਜ਼ ਨੂੰ, ਕਿ ਜੇ ਇਸ ਸਾਈਡ ਵਾਲੀ ਕੋਈ ਕੁਆਂਟੀਟੀ ਹੈ ਤੇ ਇਸ ਸਾਈਡ ਦੂਸਰੀ ਕੁਆਂਟੀਟੀ, ਦੋਨਾਂ ਨੂੰ ਮਲਟੀਪਲਾਈ ਕਰਕੇ ਜੋ ਕੁਆਂਟੀਟੀ ਬਣਦੀ ਹੈ ਉਹੀ ਸਾਨੂੰ ਏਰੀਆ ਤੋਂ ਮਿਲਦੀ ਹੈ, ਹਨਾ? ਹਾਂਜੀ ਪਨਮ ਸਰ ਜਿਹੜੀਆਂ ਵਾਇਰਸ ਵਾਲੀ ਐਗਜ਼ਾਮਪਲ ਲਈ ਸੀ ਆਪਾਂ, ਹਾਂਜੀ ਕਿਹੜੀ ਐਗਜ਼ਾਮਪਲ? ਸਰ ਆ ਗ੍ਰਾਫ ਦੇ ਰਾਈਟ ਸਾਈਡ। ਹਾਂਜੀ ਸਰ ਇੱਕ ਵਾਰ ਰਿਪੀਟ ਕਰਿਓ। ਇਹਦੇ 'ਚ ਦੇਖੋ ਨਾ, ਮੰਨ ਲਓ ਆ ਵਾਇਰ ਹੈ, ਇੱਕ ਵਾਇਰ ਮੋਟੀ ਵਾਇਰ ਹੈ, ਬਸ ਆਹੀ ਗੱਲ ਕਰ ਰਹੇ ਆਪਾਂ, ਹਨਾ? ਹਾਂਜੀ ਸਰ। ਜਿਹੜੀ ਮੋਟੀ ਵਾਇਰ ਹੋਏਗੀ, ਮੰਨ ਲਓ ਵਾਇਰ ਵਿੱਚ ਬਹੁਤ ਸਾਰੇ ਇਲੈਕਟ੍ਰੋਨਸ ਨੇ, ਬਹੁਤ ਸਾਰੇ ਨਾ ਫ੍ਰੀ ਇਲੈਕਟ੍ਰੋਨਸ ਨੇ, ਆਪਾਂ ਗੱਲ ਕਰਾਂਗੇ ਹੁਣੀ ਮੈਟਲ ਬਾਰੇ ਹੋਰ ਵੀ ਤਰ੍ਹਾਂ, ਆ ਫ੍ਰੀ ਇਲੈਕਟ੍ਰੋਨਸ ਨੇ, ਜਦੋਂ ਹੁਣ ਇਹ ਪਾਸ ਕਰਨਗੇ ਇਹਦੇ ਵਿੱਚੋਂ, ਮਤਲਬ ਕਿਸੇ ਪਾਰਟਿਕੂਲਰ ਏਰੀਆ ਦੇ ਵਿੱਚੋਂ ਬਹੁਤ ਸਾਰੇ ਇਲੈਕਟ੍ਰੋਨਸ ਇਕੱਠੇ ਹੀ ਪਾਰ ਕਰ ਜਾਇਆ ਕਰਨਗੇ ਨਾ। ਯੈਸ ਸਰ। ਤੇ ਇੱਥੇ ਜੇ ਗੱਲ ਕਰੀਏ, ਇੱਥੇ ਪਤਲੀ ਵਾਇਰ ਹੈ, ਪਤਲੀ ਵਾਇਰ ਚੋਂ ਘੱਟ ਇਲੈਕਟ੍ਰੋਨ ਪਾਸ ਕਰਨਗੇ ਇੱਕ ਵਾਰ ਜੇ ਨਾ ਉਹਨੇ ਪਾਰਟਿਕੂਲਰ ਟਾਈਮ ਦੇ ਵਿੱਚ, ਜੇ ਸੇਮ ਸਪੀਡ ਰੱਖ ਲਈ ਬਸ। ਤਾਂ ਆਪਾਂ ਇਹ ਕਹਿ ਰਹੇ ਕਿ ਇਹਨਾਂ ਗੱਲਾਂ ਦਾ ਵੀ ਫਰਕ ਪੈਂਦਾ ਕਿ ਚਾਰਜ ਦਾ ਅਮਾਉਂਟ ਕਿੰਨਾ ਪਾਸ ਕਰ, ਜਿੱਥੇ ਜ਼ਿਆਦਾ ਅਮਾਉਂਟ ਪਾਸ ਕਰ ਰਿਹਾ ਹੈ ਚਾਰਜ ਦਾ, ਯਾਨੀ ਚਾਰਜ ਕਿਉਂਕਿ ਇਲੈਕਟ੍ਰੋਨ ਦੇ ਉੱਪਰ ਚਾਰਜ ਹੈ, ਇਲੈਕਟ੍ਰੋਨ ਪਾਸ ਕਰ ਰਿਹਾ ਹੈ, ਚਾਰਜ ਪਾਸ ਕਰ ਰਿਹਾ ਹੈ, ਹਨਾ? ਠੀਕ ਹੈ ਸਰ, ਠੀਕ ਹੈ। ਤਾਂ ਉਹ ਉਸ ਤਰ੍ਹਾਂ ਆ ਵੀ ਚੀਜ਼ਾਂ। ਬਾਕੀ ਆਪਾਂ ਤੁਸੀਂ ਆਮ ਸੋਚ ਕੇ ਦੇਖੋ ਕਿ ਪਾਣੀ ਦੀ ਸਪੀਡ ਸੇਮ ਹੋਵੇ ਤੇ ਮੋਟੀ ਪਾਈਪ ਹੋਵੇ ਤੇ ਪਤਲੀ ਪਾਈਪ ਹੋਵੇ, ਤਾਂ ਤੁਹਾਨੂੰ ਪਤਾ ਮੋਟੀ ਪਾਈਪ ਵਿੱਚੋਂ ਇੱਕ ਪਾਰਟਿਕੂਲਰ ਏਰੀਆ ਆਫ ਕ੍ਰਾਸ ਸੈਕਸ਼ਨ ਤੋਂ ਇੱਕ ਯੂਨਿਟ ਟਾਈਮ ਦੇ ਵਿੱਚ ਜ਼ਿਆਦਾ ਪਾਣੀ ਪਾਸ ਕਰ ਰਿਹਾ ਹੈਗਾ ਨਾ। ਹਾਂਜੀ ਸਰ, ਹਾਂਜੀ। ਬਸ ਉਸ ਤਰ੍ਹਾਂ ਹੀ ਹੈ, ਕਿਉਂਕਿ ਆਪਣੇ ਕੋਲ ਵਾਇਰ ਦੇ ਵਿੱਚ ਇਸੇ ਪਾਣੀ ਨਹੀਂ ਹੈਗਾ, ਵਾਇਰ ਕਾਪਰ ਦੀ ਹੈ ਆਪਣੀ, ਮੰਨ ਲਓ ਐਲੂਮੀਨੀਅਮ ਦੀ ਹੈ, ਸਿਲਵਰ ਦੀ ਹੈ, ਉਹਦੇ ਅੰਦਰ ਫ੍ਰੀ ਇਲੈਕਟ੍ਰੋਨਸ ਨੇ ਜਿਹੜੇ ਬੇਸਿਕਲੀ ਪਾਸ ਕਰਦੇ ਨੇ, ਤੇ ਤੁਹਾਨੂੰ ਪਤਾ ਹੈ ਕਿ ਉਹ ਉਹਦੇ ਹੀ ਫਲੋ ਨੂੰ ਆਪਾਂ ਇੱਥੇ ਕਰੰਟ ਕਹਿ ਰਹੇ ਹਾਂ। ਕਰੰਟ, ਹਾਂਜੀ। ਕਲੀਅਰ ਹੈ ਗੱਲ? ਦੂਸਰੀ ਗੱਲ ਬੜੀ ਇੰਪੋਰਟੈਂਟ ਗੱਲ ਹੈ ਕਿ ਚਾਰਜ ਦਾ ਜਦੋਂ ਪਾਸ ਕਰਨ ਦੀ ਗੱਲ ਆਪਾਂ ਕਰਦੇ ਹਾਂ ਤਾਂ ਉਹ ਚਾਰਜ ਕੀ ਕਿਸੇ ਫਾਰਮ 'ਚ ਵੀ ਹੋ ਸਕਦਾ ਹੈ। ਚਾਰਜ ਦੇ ਪਾਸ ਹੋਣਾ ਕਿਸੇ ਫਾਰਮ 'ਚ ਹੋ ਸਕਦਾ, ਜਿਵੇਂ ਫੋਰ ਐਗਜ਼ਾਮਪਲ ਅਗਰ ਤੁਸੀਂ ਮੈਟਲਸ ਦੇ ਵਿੱਚ ਗੱਲ ਕਰਦੇ ਹੋ ਤੇ ਮੈਟਲਸ ਵਿੱਚ ਜਿਹੜਾ ਚਾਰਜ ਹੁੰਦਾ ਹੈ ਉਹ ਫ੍ਰੀ ਇਲੈਕਟ੍ਰੋਨਸ ਦੀ ਫਾਰਮ ਵਿੱਚ ਹੁੰਦਾ ਆ, ਜਿਵੇਂ ਆਪਾਂ ਹੁਣੀ ਗੱਲ ਕਰ ਰਹੇ ਸੀ, ਪਹਿਲਾਂ ਵੀ ਆਪਾਂ ਮੈਟਲ ਡਾਇਲੈਕਟ੍ਰਿਕ ਦੇ ਫਰਕ ਦੀ ਗੱਲ ਕੀਤੀ ਹੈ, ਸਮਝ ਲੱਗੀ ਨਾ ਇਹ ਗੱਲ? ਸੋ ਜੇ ਕਿਸੇ ਮੈਟਲ ਚੋਂ ਕਰੰਟ ਪਾਸ ਕਰ ਰਿਹਾ ਤਾਂ ਉਹਦਾ ਮਤਲਬ ਕੀ ਹੈ? ਫ੍ਰੀ ਇਲੈਕਟ੍ਰੋਨਸ ਮੋਸ਼ਨ 'ਚ ਹੋਣਗੇ, ਆਹੀ ਮਤਲਬ ਹੋਏਗਾ ਨਾ? ਯੈਸ। ਤੇ ਜੇ ਕੋਈ ਸਾਲਟ ਸੋਲੂਸ਼ਨ ਹੋਵੇ, ਸਾਲਟ ਸੋਲੂਸ਼ਨ ਹੋਵੇ, ਯਾਨੀ ਮੰਨ ਲਓ ਕੋਈ ਇੱਕ ਤੁਸੀਂ ਟੱਬ ਲਿਆ ਤੇ ਟੱਬ ਦੇ ਵਿੱਚ ਸੋਡੀਅਮ ਕਲੋਰਾਈਡ ਨੂੰ ਮਿਕਸ ਕਰ ਦਿੱਤਾ, ਤੇ ਆਪਾਂ ਪਹਿਲਾਂ ਮੰਨ ਲਓ ਇਹ ਪਾਣੀ ਹੈਗਾ, ਐਕਵਾ ਸੋਲੂਸ਼ਨ ਹੈ ਸਾਲਟ ਦਾ, ਤੇ ਇਹਦੇ ਵਿੱਚ ਸੋਡੀਅਮ ਹੈ, ਕਲੋਰਾਈਡ ਹੈ, ਸੋਡੀਅਮ ਹੈ, ਹਨਾ? ਇੱਥੇ ਵੀ ਮੰਨ ਲਓ ਕਲੋਰਾਈਡ ਹੈ, ਸੋਡੀਅਮ ਹੈ, ਇਸ ਤਰ੍ਹਾਂ ਸੋਡੀਅਮ ਕਲੋਰਾਈਡ ਆਇਨਸ ਅੰਦਰ ਹੈਗੇ ਨੇ। ਤਾਂ ਸਾਲਟ ਸੋਲੂਸ਼ਨ ਵਿੱਚ ਜਿਹੜਾ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ ਹੁੰਦੇ ਨੇ ਨਾ, ਤੇ ਇਹ ਦੋਨੋਂ ਹੀ ਆਪਣੇ ਚਾਰਜ ਕੈਰੀਅਰਸ ਹੁੰਦੇ ਨੇ। ਸੋ ਬੇਸਿਕਲੀ ਆਪਾਂ ਗੱਲ ਕਰਨ ਜਾ ਰਹੇ ਹਾਂ, ਇਹ ਨਾਟ ਓਨਲੀ ਚਾਰਜ ਬਟ ਆਈ ਐਮ ਟਾਕਿੰਗ ਅਬਾਊਟ ਦ ਚਾਰਜ ਕੈਰੀਅਰਸ, ਯਾਨੀ ਚਾਰਜ ਨੂੰ ਲੈ ਕੇ ਜਾਣ ਵਾਲੇ। ਕੌਣ ਲੈ ਕੇ ਜਾਣ ਵਾਲੇ? ਜਿਵੇਂ ਇਲੈਕਟ੍ਰੋਨ ਖੁਦ ਹੀ ਉੱਪਰ ਉਹਦੇ ਚਾਰਜ ਹੈ ਤਾਂ ਇਲੈਕਟ੍ਰੋਨ ਖੁਦ ਜਾਏਗਾ ਤਾਂ ਆਪਾਂ ਕਹਾਂਗੇ ਚਾਰਜ ਲੈ ਕੇ ਜਾ ਰਿਹਾ ਜਾਂ ਚਾਰਜ ਜਾ ਰਿਹਾ। ਐਂਡ ਸਮਟਾਈਮਸ ਉਹ ਚਾਰਜ ਕਿਸੇ ਸੋਡੀਅਮ ਆਇਨ ਜਾਂ ਕਲੋਰਾਈਡ ਆਇਨ ਦੀ ਫਾਰਮ ਵਿੱਚ ਹੋ ਸਕਦਾ ਆ,
ठीक है ना, सोडियम या कार्बोनेट है ना, या आयन के फॉर्म ਵਿੱਚ ਹੋ ਸਕਦਾ ਆ, ठीक है। ਤੇ ਉਹਦੇ ਵਿੱਚ ਜਿਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਆਇਨਸ ਅਲੱਗ-ਅਲੱਗ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਜਿਹੜੇ ਦੋਨੋਂ ਆਇਨਸ ਨੇ ਦੋਨੋਂ ਹੀ ਮੂਵ ਕਰਦੇ ਨੇ। ਮੈਟਲਸ ਦੇ ਵਿੱਚ ਕੀ ਹੁੰਦਾ ਹੈ, ਮੈਟਲਸ ਵਿੱਚ ਸਿਰਫ ਤੇ ਸਿਰਫ ਫ੍ਰੀ ਇਲੈਕਟ੍ਰੋਨ ਮੂਵ ਕਰਦੇ ਨੇ, ਉਹੀ ਚਾਰਜ ਕੈਰੀਅਰ ਹੁੰਦੇ ਨੇ। ਪਰ ਸਾਲਟ ਸੋਲੂਸ਼ਨ ਚ ਪੋਜ਼ਿਟਿਵ ਤੇ ਨੈਗੇਟਿਵ ਆਇਨ ਦੋਨੋਂ ਹੀ ਚਾਰਜ ਕੈਰੀਅਰਸ ਹੁੰਦੇ ਨੇ। ਕਲੀਅਰ ਹੋਈ ਗੱਲ? Yes, sir. Yes, sir. ਤੀਸਰੀ ਗੱਲ ਹੁੰਦੀ ਹੈ ਸੈਮੀਕੰਡਕਟਰਸ ਦੀ। ਸੈਮੀਕੰਡਕਟਰਸ ਕੀ ਹੁੰਦੇ ਨੇ ਤੇ ਇਹਨਾਂ ਵਿੱਚ ਚਾਰਜ ਕੈਰੀਅਰਸ ਕੀ ਹੁੰਦੇ ਨੇ, ਫਿਲਹਾਲ ਮੈਂ ਲਿਖ ਦਿੰਦਾ ਹਾਂ ਇੱਥੇ। ਇਹ ਇੱਕ ਤਾਂ ਇਲੈਕਟ੍ਰੋਨਸ ਹੁੰਦੇ ਨੇ ਐਂਡ ਹੋਲਸ ਹੁੰਦੇ ਨੇ। ਹੋਲਸ ਬੇਸਿਕਲੀ ਕੀ ਹੁੰਦੇ ਨੇ, ਇਲੈਕਟ੍ਰੋਨ ਡੈਫੀਸੈਂਟ ਜਿਹੜੀ ਜਗ੍ਹਾ ਹੁੰਦੀ ਹੈ ਉਹਨੂੰ ਹੀ ਆਪਾਂ ਹੋਲਸ ਕਹਿੰਦੇ ਆ। ਇਹਦੀ ਜ਼ਿਆਦਾ ਡਿਟੇਲਿੰਗ ਜਾਣ ਦੀ ਹਜੇ ਲੋੜ ਨਹੀਂ ਹੈ, ਕਿਉਂਕਿ ਪੂਰਾ ਇੱਕ ਯੂਨਿਟ ਮਿਲੇਗਾ ਸਾਨੂੰ ਸੈਮੀਕੰਡਕਟਰਸ ਬਾਰੇ ਗੱਲ ਕਰਨ ਦੇ ਲਈ। ਉਹ ਬਹੁਤ ਐਂਡ ਵਿੱਚ ਜਾ ਕੇ ਆਏਗਾ, 9th ਯੂਨਿਟ ਹੈ ਤੁਹਾਡਾ। ਸੋ ਫਿਲਹਾਲ ਟੈਨਸ਼ਨ ਨਾ ਲਓ, ਫਿਲਹਾਲ ਆ ਦੋਨਾਂ ਗੱਲਾਂ ਨੂੰ ਸਮਝ ਲਓ। ਆ ਤੁਹਾਨੂੰ ਮੈਂ ਹੁਣ ਜ਼ਿਆਦਾਤਰ ਆਵਲੇ ਕੇਸ ਡਿਸਕਸ ਕਰੂੰਗਾ, ਤੇ ਉਸ ਤੋਂ ਬਾਅਦ ਸਾਲਟ ਸੋਲੂਸ਼ਨਸ ਜਦੋਂ ਹੋਣਗੇ ਉਹ ਵਾਲਾ ਇਲੈਕਟ੍ਰੋਕੈਮਿਸਟਰੀ ਚ ਤੁਸੀਂ ਪੜ੍ਹਦੇ ਹੋ, ਸ਼ਾਇਦ ਤੁਸੀਂ ਪੜ੍ਹ ਹੀ ਰਹੇ ਹੋਗੇ ਇਲੈਕਟ੍ਰੋਕੈਮਿਸਟਰੀ, ਹੈ ਨਾ। Yes. ਸੋ ਇਸ ਲਈ ਆਪਾਂ ਗੱਲ ਕਰੀਏ ਆਪਣੇ ਲਈ ਕਰੰਟ ਉੱਥੇ ਵੀ ਕਰੰਟ ਇੱਥੇ ਵੀ। ਆਪਣੇ ਕਰੰਟ ਦਾ ਮਤਲਬ ਹੈ ਚਾਰਜ ਦਾ ਪਾਸ ਹੋਣਾ, ਚਾਹੇ ਉਹਨੂੰ ਕੋਈ ਆਇਨਸ ਲੈ ਕੇ ਜਾ ਰਿਹਾ ਹੈ ਜਾਂ ਇਲੈਕਟ੍ਰੋਨ ਲੈ ਕੇ ਜਾ ਰਿਹਾ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਮੈਂ ਸਿਰਫ ਇਹ ਦੇਖੂੰਗਾ ਕਿ ਚਾਰਜ ਕਿੰਨਾ ਜਾ ਰਿਹਾ। ਕਲੀਅਰ? ਠੀਕ ਹੈ। Yes, sir. ਸੋ ਹੁਣ ਆਪਾਂ ਇਨ ਜਨਰਲ ਜੇ ਗੱਲ ਕਰੀਏ ਹੁੰਦਾ ਕੀ ਹੈ ਮੈਟਲਸ ਵਿੱਚ, ਆਪਾਂ ਸਿਰਫ ਥੋੜੀ ਜਿਹੀ ਗੱਲ ਡਿਸਕਸ ਕਰ ਲਈਏ ਤਾਂ ਕਿ ਆਪਾਂ ਫਿਰ ਇਹਨੂੰ ਅੱਗੇ ਕੰਟੀਨਿਊ ਕਰੀਏ। ਇੱਥੇ ਦੇਖੋ ਮੈਂ ਮੰਨ ਲਓ ਆ ਇੱਕ ਰੈਜ਼ਿਸਟਰ ਹੈ, ਇਹਨੂੰ ਆਪਾਂ ਬੋਲਦੇ ਆ ਰੈਜ਼ਿਸਟਰ। ਇਹ ਨਾ ਬਹੁਤ ਧਿਆਨ ਨਾਲ ਸਮਝਿਓ ਕਿ ਕਿਹਨੂੰ ਕੀ ਬੋਲਦੇ ਆ। ਰੈਜ਼ਿਸਟਰ ਬੋਲਦੇ ਆ ਆਪਾਂ ਇਹਨੂੰ ਇੱਕ ਤਾਂ, ਯਾਨੀ ਜਿਹਦੇ ਵਿੱਚ ਰੈਜ਼ਿਸਟੈਂਸ ਹੁੰਦੀ ਹੈ, ਜਾਂ ਫਿਰ ਆਪਾਂ ਇਨ ਜਨਰਲ ਇੱਥੇ ਆਪਾਂ ਇਹਨੂੰ ਕੰਡਕਟਰ ਵੀ ਬੋਲਦੇ ਆ। ਤੁਸੀਂ ਕਹਿੰਦੇ ਕੰਡਕਟਰ ਕਿਉਂ ਬੋਲਦੇ ਹੋ ਬਈ? ਕੰਡਕਟਰ ਤਾਂ ਉਹ ਹੁੰਦਾ ਜਿਹੜਾ ਉਹਨੂੰ ਪਾਸ ਕਰਨ ਦਿੰਦਾ ਹੈ, ਤੇ ਰੈਜ਼ਿਸਟੈਂਸ ਤਾਂ ਉਹ ਹੁੰਦੀ ਹੈ ਜੋ ਕਰੰਟ ਨੂੰ ਪਾਸ ਕਰਨ ਦੇ ਲਈ ਰੈਜ਼ਿਸਟੈਂਸ ਆਫਰ ਹੁੰਦੀ ਹੈ। ਤਾਂ ਆਬਵੀਅਸਲੀ ਕੋਈ ਵੀ ਕੰਡਕਟਰ ਜਿਹਦੇ ਵਿੱਚੋਂ ਕਿ ਕਰੰਟ ਪਾਸ ਕਰਦਾ ਆ ਜਾਂ ਚਾਰਜ ਫਲੋ ਕਰਦਾ ਆ, ਤਾਂ ਉਸ ਚਾਰਜ ਨੂੰ ਫਲੋ ਕਰਨ ਤੋਂ ਕੰਡਕਟਰ ਦੇ ਵਿੱਚ ਹੀ ਤਾਂ ਰੈਜ਼ਿਸਟੈਂਸ ਆਫਰ ਹੁੰਦੀ ਹੈ। ਤੇ ਉਹ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ, ਰੈਜ਼ਿਸਟੈਂਸ ਹੁੰਦੀ ਹੈ ਉਹ ਫਾਈਨਾਈਟ ਹੁੰਦੀ ਹੈ, ਜਾਂ ਮੇਜਰ ਕਰ ਸਕਦੇ ਹਾਂ ਅਸੀਂ, ਮੇਜਰੇਬਲ ਹੁੰਦੀ ਹੈ। ਤਾਂ ਆਪਾਂ ਉਸ ਨੂੰ ਇੱਕ ਕੁਆਂਟੀਟੀ ਦਾ ਨਾਮ ਦਿੱਤਾ ਰੈਜ਼ਿਸਟੈਂਸ। ਸੋ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਉਹ ਕੰਡਕਟਰਸ ਦੇ ਵਿੱਚ ਹੀ ਹੁੰਦੀ ਹੈ, ਤੇ ਉਹਨੂੰ ਹੀ ਆਪਾਂ ਰੈਜ਼ਿਸਟੈਂਸ ਬੋਲ ਦਿੰਦੇ ਆ, ਰੈਜ਼ਿਸਟਰ ਬੋਲ ਦਿੰਦੇ ਆ। ਤੇ ਇਹਦੀ ਆਪਣੇ ਲਈ ਬੜੀ ਇੰਪੋਰਟੈਂਸ ਹੈ ਇਸ ਚੈਪਟਰ ਦੇ ਵਿੱਚ, ਕਿਉਂਕਿ ਅਸੀਂ ਕੰਡਕਟਰਸ ਦੇ ਵਿੱਚੋਂ ਹੀ ਕਰੰਟ ਪਾਸ ਕਰਦੇ ਹਾਂ। ਜੇ ਕੰਡਕਟਰ ਨਹੀਂ ਹੋਏਗਾ, ਇਨਸੂਲੇਟਰ ਹੋਏਗਾ, ਤਾਂ ਇਨਸੂਲੇਟਰ ਦੀ ਰੈਜ਼ਿਸਟੈਂਸ ਕਿੰਨੀ ਹੋਏਗੀ ਦੱਸੋ? ਇਨਫਾਈਨਾਈਟ। ਫਿਰ ਜਦੋਂ ਇਨਫਾਈਨਾਈਟ ਹੋ ਜਾਏਗੀ ਫਿਰ ਆਪਣੇ ਲਈ ਆਪਣੀ ਬਾਕੀ ਸਾਰੀ ਗੱਲਾਂ ਦੀ ਸੈਂਸ ਬਣਨੀ ਦੇਖੋ, ਯਾਨੀ ਕੋਈ ਸੈਂਸ ਨਹੀਂ ਬਣੇਗੀ ਜੋ ਕਰੰਟ ਹੀ ਨਹੀਂ ਪਾਸ ਕਰੇਗਾ, ਉਹ ਜੋ ਕਰੰਟ ਜ਼ੀਰੋ ਹੋ ਜਾਏਗਾ। ਇਸ ਲਈ ਆਪਾਂ ਨੂੰ ਇਨਸੂਲੇਟਰ ਕਹਿੰਦੇ ਆ। ਸੋ ਕੰਡਕਟਰ ਕਹਿੰਦੇ ਆ ਤਾਂ ਉਹਦੀ ਰੈਜ਼ਿਸਟੈਂਸ ਹੁੰਦੀ ਹੈ, ਉਹਨੂੰ ਰੈਜ਼ਿਸਟਰ ਬੋਲਦੇ ਆ। ਰੈਜ਼ਿਸਟਰ ਇਸ ਡਿਵਾਈਸ ਨੂੰ ਬੋਲਦੇ ਆ ਜਾਂ ਚੀਜ਼ ਨੂੰ ਬੋਲਦੇ ਆ। ਇਹਨੂੰ ਆਪਾਂ ਇਸ ਤਰ੍ਹਾਂ ਸ਼ੋ ਕਰਦੇ ਆ ਸਰਕਟਸ ਵਿੱਚ, ਇਸ ਤਰ੍ਹਾਂ ਬਾਰ-ਬਾਰ ਨਹੀਂ ਬਣਾਉਂਦੇ। ਬਸ ਮੈਂ ਤੁਹਾਨੂੰ ਸਿਰਫ ਉਹਦਾ ਫਲੋ ਦਿਖਾਉਣ ਦੇ ਲਈ, ਇਸ ਤਰ੍ਹਾਂ ਦੀ ਦਿਖਦੀ ਨਹੀਂ ਹੈ ਰੈਜ਼ਿਸਟੈਂਸ ਕਿ ਕਿਸੇ ਨੇ ਜਾ ਕੇ ਉਹਦੀ ਫੋਟੋ ਖਿੱਚੀ ਜਾਂ ਉਹਦਾ ਕੋਈ ਆਧਾਰ ਕਾਰਡ ਚੈੱਕ ਕੀਤਾ ਉਹ 'ਚ ਇਹੋ ਜਿਹੀ ਫੋਟੋ ਲੱਗੀ ਹੋਈ ਸੀ, ਇਸ ਲਈ ਆਪਾਂ ਰੈਜ਼ਿਸਟੈਂਸ ਐ ਨਹੀਂ ਆ। ਠੀਕ ਹੈ ਗੱਲ? ਰੈਜ਼ਿਸਟੈਂਸ ਬਸ ਇੱਕ ਆਫਰ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਆ ਸਰਕਟ ਵਿੱਚ ਇਸ ਤਰ੍ਹਾਂ ਸ਼ੋ ਕਰਦੇ ਆ, ਜਿਵੇਂ ਅਸੀਂ ਕੈਪੈਸਿਟਰ ਨੂੰ ਇਸ ਤਰ੍ਹਾਂ ਸ਼ੋ ਕਰਦੇ ਆ ਨਾ। ਬਾਕੀ ਸਾਰੀ ਗੱਲਾਂ ਥੋੜੀ ਡਰਾ ਕਰਨ ਬੈਠਿਆ ਨੇ ਆਪਾਂ। ਸੋ ਰੈਜ਼ਿਸਟਰ ਵਿੱਚ ਕੀ ਹੁੰਦਾ ਹੈ, ਇਹ ਕਿਉਂਕਿ ਮੋਸਟਲੀ ਇਹ ਕੰਡਕਟਰ ਹੁੰਦਾ ਹੈ ਜਾਂ ਫਿਰ ਮੋਸਟਲੀ ਮੈਟਲ ਹੁੰਦਾ ਹੈ, ਹਨਾ। ਤਾਂ ਇਸ ਲਈ ਇਹਦੇ ਅੰਦਰ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ, ਪਰ ਫ੍ਰੀ ਇਲੈਕਟ੍ਰੋਨ ਤੋਂ ਪਹਿਲਾਂ ਇਹ 'ਚ ਕੀ ਹੁੰਦੇ ਨੇ, ਪੋਜ਼ਿਟਿਵ ਕਰਨਲਸ ਹੁੰਦੇ ਨੇ। ਮੈਟੈਲਿਕ ਬੌਂਡਿੰਗ ਆਪਾਂ ਇੱਕ ਵਾਰ ਕੀਤੀ ਸੀ ਨਾ ਡਿਸਕਸ। Yes, sir. ਸੋ ਬੇਸਿਕਲੀ ਇਹ 'ਚ ਆ ਪੋਜ਼ਿਟਿਵ ਜਿਹੜੇ ਮੈਂ ਬਣਾ ਰਿਹਾ ਸਾਰੇ ਕਹਿੰਦੇ ਇਹ 'ਚ ਪੋਜ਼ਿਟਿਵ ਚਾਰਜ ਹੁੰਦਾ ਹੈ। ਬੇਸਿਕਲੀ ਗੱਲ ਨੂੰ ਧਿਆਨ ਨਾਲ ਸਮਝੋ ਕਿ ਬੇਸਿਕਲੀ ਹੁੰਦਾ ਕੀ ਹੈ। ਮੈਂ ਤੁਹਾਨੂੰ ਸਮਝਾ ਦਿੰਦਾ ਹੁਣੇ, ਬਿਲਕੁਲ ਕੰਸੈਪਟ ਨੂੰ ਕਲੀਅਰ ਕਰਕੇ ਚੱਲਿਓ ਬਹੁਤ ਆਰਾਮ ਨਾਲ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਮੈਂ ਜਿੰਨੀ ਮਰਜ਼ੀ ਵਾਰ ਪੁੱਛੋਗੇ ਉਨੀ ਵਾਰੀ ਗੱਲ ਦੱਸ ਦੂੰਗਾ, ਪਰ ਤੁਹਾਨੂੰ ਸਮਝ ਆਣੀ ਚਾਹੀਦੀ ਹੈ। ਸੋ ਬੇਸਿਕਲੀ ਆ ਆਪਣੀ ਨਾ ਮੈਟਲ ਦਾ ਅੰਦਰ ਦਾ ਇੱਕ ਸਮਝ ਲਓ ਪਿਕਚਰ ਦਿਖਾ ਰਿਹਾ ਤੁਹਾਨੂੰ। ਤੇ ਮੈਟਲ ਵਿੱਚ ਹੁੰਦਾ ਕੀ ਹੈ, ਮੈਟਲ 'ਚ ਸੋਡੀਅਮ ਹੈ। ਮੰਨ ਲਓ ਸੋਡੀਅਮ ਮੈਟਲ ਵਿੱਚ ਸੋਡੀਅਮ ਐਟਮਸ ਹੀ ਹੋਣਗੇ ਨਾ ਸਾਰੇ, ਦੱਸੋ? Yes, sir. ਆ ਸਾਰੇ ਸੋਡੀਅਮ ਐਟਮ ਹੀ ਨੇ। ਸੋਡੀਅਮ ਐਟਮ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ? 11। 11 ਯਾਨੀ ਕਿ ਇਹ 'ਚ 1s2 2s2 2p6 3s1। ਜਾਂ ਫਿਰ ਇਹਨੂੰ ਹੋਰ ਥੋੜਾ ਸੋਚੋ ਤਾਂ ਇਹਦੇ ਐਟਮ ਦੇ ਵਿੱਚ ਸੈਂਟਰ ਵਿੱਚ ਜਿਹੜਾ ਨਿਊਕਲੀਅਸ ਹੈ ਉਹ 'ਚ ਕਿੰਨੇ ਪ੍ਰੋਟੋਨਸ ਹੁੰਦੇ ਨੇ? 11। ਫਿਰ ਪਹਿਲੇ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? 2, ਹੈ ਨਾ।
फिर अगले दो शैल दूजी शैल 1 2 3 4 5 6 8 7 8 ਹਾਲਾਂਕਿ ਬੜਾ ਦੇਸੀ ਜਿਹਾ ਹੀ ਬਣਾਇਆ ਹੈ ਕੰਮ ਹੈ, ਇੰਨਾ ਕੁ ਦੇਸੀ ਤਾਂ ਹੁੰਦਾ ਨਹੀਂ ਹੈ। ਹੁਣ ਅੱਜ ਕੱਲ ਤਾਂ ਆਪਾਂ ਐਟਮ ਬਾਰੇ ਬਹੁਤ ਜ਼ਿਆਦਾ ਜਾਣਦੇ ਹਾਂ, ਪਰ ਫਿਲਹਾਲ ਆਪਾਂ ਮੰਨ ਲੈਂਦੇ ਹਾਂ ਕਿ ਇਸੇ ਤਰ੍ਹਾਂ ਦਾ ਇਹ ਹੈ ਸਾਡਾ ਬੋਹਰਸ ਮਾਡਲ ਦੇ ਥਰੂ। ਆ ਆਪਣਾ ਰੈੱਡ ਵਾਲਾ ਜਿਹੜਾ ਮੈਂ ਬਣਾ ਰਿਹਾ, ਇਹ ਕਿਹੜਾ ਸ਼ੈਲ ਹੈ? ਆਊਟਰ ਮੋਸਟ ਸ਼ੈਲ ਹੈ। ਇਹਦੇ ਚ ਕੀ ਹੈ? ਸਿਰਫ ਇੱਕ ਇਲੈਕਟ੍ਰੋਨ ਹੈ ਹਨਾ। Yes. ਇਸ ਇਲੈਕਟ੍ਰੋਨ ਦੀ ਦੂਰੀ ਇਸ ਨਿਊਕਲੀਅਸ ਨਾਲੋਂ ਜ਼ਿਆਦਾ ਹੁੰਦੀ ਹੈ ਨਾ, ਕਾਫੀ ਮੈਟਲ ਦਾ ਸਾਈਜ਼ ਕਾਫੀ ਵੱਡਾ ਹੁੰਦਾ ਨਾ। Yes. Yes, sir. ਇਸ ਲਈ ਆ ਜਿਹੜਾ ਇਲੈਕਟ੍ਰੋਨ ਹੈ, ਇੱਕ ਤਾਂ ਇਸ ਤੋਂ ਅਟਰੈਕਸ਼ਨ ਹੈ, ਪਰ ਇਸ ਇਲੈਕਟ੍ਰੋਨ ਨੂੰ ਆਹ ਵਾਲੇ ਇਲੈਕਟ੍ਰੋਨ ਜਿਹੜੇ ਇਹ ਰਿਪਲਸਰ ਵੀ ਦਿੰਦੇ ਆ ਹਨਾ, ਜਿਹਨੂੰ ਸ਼ੀਲਡਿੰਗ Yes. ਇਫੈਕਟ ਕਹਿ ਦਿੰਦੇ ਆਪਾਂ। ਉਹਦੇ ਕਰਕੇ ਆ ਇਲੈਕਟ੍ਰੋਨ ਜਿਹੜਾ ਹੈ ਨਿਊਕਲੀਅਸ ਤੋਂ ਸ਼ੀਲਡ ਹੋ ਜਾਂਦਾ ਹੈ, ਤੇ ਇਸ ਇਲੈਕਟ੍ਰੋਨ ਨੂੰ ਇਹਦਾ ਕੋਈ ਬਹੁਤਾ ਅਟਰੈਕਸ਼ਨ ਨਹੀਂ ਰਹਿ ਜਾਂਦਾ। ਸੋ ਇਸ ਇਲੈਕਟ੍ਰੋਨ ਨੂੰ, ਇਸ ਐਟਮ ਦੇ, ਇਸ ਨਿਊਕਲੀਅਸ ਦਾ ਕੋਈ ਮੋਹ ਨਹੀਂ ਰਹਿ ਜਾਂਦਾ। ਇਸ ਇਲੈਕਟ੍ਰੋਨ ਨੂੰ ਮਾੜਾ ਜਿਹਾ ਕਿਸੇ ਨੇ ਇਲੈਕਟ੍ਰਿਕ ਫੀਲਡ ਦਿੱਤਾ, ਨਾਲ ਇਹਨੇ ਇੱਧਰ ਭੱਜਣਾ। ਜੇ ਇੱਧਰ ਨੂੰ ਇਲੈਕਟ੍ਰਿਕ ਫੀਲਡ ਦਿੱਤਾ, ਇਹਨੇ ਇੱਧਰ ਭੱਜਣਾ। ਇਹ ਇੱਧਰ ਵੀ ਜਾ ਸਕਦਾ, ਇੱਧਰ ਵੀ ਜਾ ਸਕਦਾ, ਜਿੱਧਰ ਨੂੰ ਵੀ ਇਹਨੂੰ ਚਾਂਸ ਮਿਲਿਆ ਇਹਨੇ ਭੱਜਣਾ। ਬੜਾ ਹੀ ਸ਼ਰਾਰਤੀ ਬੱਚਾ ਹੈ, ਸਮਝ ਲਓ, ਜਿਵੇਂ ਕਿ ਜਿਹੜਾ ਕਹਿਣਾ ਨਹੀਂ ਮੰਨਦਾ ਨਿਊਕਲੀਅਸ ਦਾ। ਸਮਝ ਲੱਗੀ ਗੱਲ? Yes. ਇਸ ਇਲੈਕਟ੍ਰੋਨ ਨੂੰ ਅਸੀਂ ਕੀ ਕਹਿੰਦੇ ਆ? ਫ੍ਰੀ ਇਲੈਕਟ੍ਰੋਨ ਕਹਿੰਦੇ ਆ। ਸਮਝ ਲੱਗੀ ਗੱਲ? Yes, sir. ਜਿਵੇਂ ਕਿ ਮੈਂ ਕਹਿੰਦੇ ਹੁੰਦੇ ਆਪਾਂ ਕਿ ਉਹ ਯਾਰ ਉਹ ਤਾਂ ਹੱਥੋਂ ਨਿਕਲਿਆ ਹੈ ਬੱਚਾ, ਮਤਲਬ ਕਿਵੇਂ ਕਹਿੰਦੇ ਨਾ, ਮਾਂ-ਬਾਪ ਦੇ ਕਹਿਣੇ 'ਚ ਨਹੀਂ ਹੈਗਾ ਹਨਾ, ਹੱਥੋਂ ਨਿਕਲਿਆ ਹੈ ਇਲੈਕਟ੍ਰੋਨ। ਸਮਝ ਲਓ ਇਹ ਇੰਨਾ ਵਿਗੜ ਚੁੱਕਿਆ ਕਿ ਮਾਂ-ਬਾਪ ਦੇ ਕਹਿਣੇ 'ਚ ਨਹੀਂ ਹੈਗਾ, ਮਾਂ-ਬਾਪ ਇਹਦੇ ਆ ਨਿਊਕਲੀਅਸ 'ਚ ਬੈਠੇ ਆ। ਹੁਣ ਆ ਜਿਹੜਾ ਦੋ ਸ਼ੈਲ ਨੇ, 1 ਤੇ 2, ਜੇ ਹੁਣ ਦੋ ਸ਼ੈਲ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲ ਰਹਿੰਦੇ ਤਾਂ ਇਹਨਾਂ ਦੇ ਆ 10 ਬੱਚੇ ਹੀ ਆ ਹਨਾ। Yes, sir. ਸ਼ਰਾਰਤੀ ਵਾਲਾ ਜਿਹੜਾ ਉਹ ਕਿਤੇ ਵੀ ਜਾ ਸਕਦਾ ਹੈ, ਤੇ ਇਸ ਲਈ ਉਹਨੂੰ ਕੀ ਕਹਿ ਦਿੰਦੇ ਆਪਾਂ? ਫ੍ਰੀ ਇਲੈਕਟ੍ਰੋਨ। ਸਮਝ ਲੱਗੀ ਗੱਲ? Yes, ਹੁਣ ਉਹ ਕਿਉਂਕਿ ਜਾਣ ਨੂੰ ਕਾਲਾ ਹੀ ਰਹਿੰਦਾ ਆ, ਉਹਨੂੰ ਗਿਆ ਹੋਇਆ ਇਹ ਸਮਝੋ, ਤਾਂ ਇਹ ਸਾਰੇ ਕਾਸੇ ਦੇ ਉੱਪਰ ਕਿਹੜਾ ਚਾਰਜ ਆਊਗਾ? ਤੇ ਉਹਦੇ ਉੱਪਰ ਕੀ ਜਾਊਗਾ? Negative. ਆ ਜਿਹੜਾ ਐਟਮ ਹੈ ਜਿਹਦੇ ਉੱਪਰ ਆ ਪੋਜ਼ਿਟਿਵ ਚਾਰਜ ਹੋਗਾ, ਇਹਨੂੰ ਬੋਲਦੇ ਨੇ ਪੋਜ਼ਿਟਿਵ ਕਰਨਲ। ਕੀ ਬੋਲਦੇ ਨੇ? ਕਰਨਲ। ਠੀਕ ਹੈ। Yes, sir. ਤੇ ਮੈਂ ਇੱਥੇ ਜਿਹੜੇ ਆ ਸਾਰੇ ਪੋਜ਼ਿਟਿਵ ਦਿਖਾ ਰਹੇ ਨੇ, ਇਹ ਬੇਸਿਕਲੀ ਪੋਜ਼ਿਟਿਵ ਕਰਨਲਸ ਨੇ। ਇਹ ਵਿੱਚ ਸਿਰਫ ਕੱਲਾ ਨਿਊਕਲੀਅਸ ਨਹੀਂ ਹੈਗਾ ਇਹ ਵਾਲੇ ਪੋਜ਼ਿਟਿਵ, ਬਲਕਿ ਆ ਪੂਰਾ, ਯਾਨੀ ਉਹਦੇ ਨਾਲ 10 ਇਲੈਕਟ੍ਰੋਨ ਮਿਲਾ ਕੇ ਹੈ। ਪਰ ਇੱਕ ਫ੍ਰੀ ਇਲੈਕਟ੍ਰੋਨ ਜਿਹੜਾ ਉਹ ਉਹਦੇ ਵਿੱਚ ਫ੍ਰੀ ਟੂ ਮੂਵ ਹੈ, ਉਹ ਇਲੈਕਟ੍ਰੋਨ ਮੈਂ ਕਿਤੇ ਵੀ ਦਿਖਾ ਸਕਦਾ। ਇੱਥੇ ਦਿਖਾ ਦੇਣਾ E ਇਸ ਤਰ੍ਹਾਂ, ਇਹਦੇ ਵਿੱਚ ਕਿਤੇ ਮਰਜੀ। ਉਸ ਕਿਹੜਾ ਇਲੈਕਟ੍ਰੋਨ ਕਿਹੜੇ ਕਰਨਲ ਦਾ ਹੈ ਕੁਝ ਪਤਾ ਲੱਗੂਗਾ? No, sir. ਨਹੀਂ, ਕਿਉਂਕਿ ਬਿਲਕੁਲ ਉਹ ਤਾਂ ਆਜ਼ਾਦ ਹੀ ਨੇ, ਸਾਰੇ ਇੱਧਰ ਉੱਧਰ ਭੱਜੀ ਫਿਰਦੇ ਆ, ਕਦੀ ਆਏ ਦੀ ਜਗ੍ਹਾ ਇਹਦਾ। ਠੀਕ ਹੈ ਨਾ। ਸ਼ਕਲਾਂ ਇਹਨਾਂ ਦੀਆਂ ਇੰਨੀਆਂ ਮਿਲਦੀਆਂ ਨੇ ਬਈ ਪਤਾ ਹੀ ਨਹੀਂ ਲੱਗਦਾ ਕਿਸੇ ਨਿਊਕਲੀਅਸ ਨੂੰ ਕਿ ਮੇਰੇ ਵਾਲਾ ਕਿਹੜਾ ਸੀ ਕਿ ਗੁਆਂਢੀਆਂ ਦਾ ਕਿਹੜਾ ਸੀ। ਜਿਵੇਂ ਹੋਲੀ ਵਾਲੇ ਦਿਨ ਬੱਚੇ ਹੁੰਦੇ ਆ ਹਨਾ, ਗਲੀ 'ਚ ਖੇਡ ਰਹੇ ਹੁੰਦੇ, ਪਤਾ ਹੀ ਨਹੀਂ ਲੱਗਦਾ ਕਿਹੜਾ, ਬਾਅਦ ਮੂੰਹ ਤੋਂ ਹੱਥ ਆ ਕੇ ਫਿਰ ਮਾਮਾ ਲੈ ਕੇ ਜਾਂਦੀ ਨੇ ਆ ਮੇਰੇ ਵਾਲਾ। ਇੱਥੇ ਆਹ ਜਿਹੜੇ ਇਲੈਕਟ੍ਰੋਨ ਸਾਰੇ ਨੇ, ਇਹ ਸਾਰੇ ਇਲੈਕਟ੍ਰੋਨ ਦੀ ਵੀ ਸ਼ਕਲਾਂ ਇੱਕ ਹੋਰ ਕੀ ਨੇ, ਤਾਂ ਬੇਸਿਕਲੀ ਵਿੱਚ ਭੱਜੇ ਫਿਰਦੇ ਨੇ। ਪਰ ਇੱਕ ਗੱਲ ਪੱਕੀ ਹੈ ਕਿ ਜਿੰਨੇ ਇਹ 'ਚ ਪੋਜ਼ਿਟਿਵ ਕਰਨਲਸ ਹੈਗੇ ਨੇ, ਬਿਲਕੁਲ ਉਨੇ ਹੀ ਇਲੈਕਟ੍ਰੋਨ ਨੇ ਸੋਡੀਅਮ ਦੇ ਕੇਸ 'ਚ, ਹੈ ਕਿ ਨਹੀਂ? Yes, sir. Yes. ਤਾਂ ਓਵਰਆਲ ਜਿਹੜੀ ਆ ਪੂਰੀ ਦੀ ਪੂਰੀ ਵਾਇਰ ਹੈ, ਇਹ ਵਾਇਰ ਪੂਰੀ ਦੀ ਪੂਰੀ ਕੀ ਹੈ? Neutral. ਨਿਊਟਰਲ। ਸੋ ਆ ਨਿਊਟਰਲ ਵਾਇਰ ਹੀ ਹੈ। ਤੇ ਜਿਵੇਂ ਹੀ ਤੁਸੀਂ ਇਸ ਵਾਇਰ ਦੇ ਅਕ੍ਰੋਸ ਕੋਈ ਬੈਟਰੀ ਲਗਾਉਂਦੇ ਹੋ, ਇਸ ਤਰ੍ਹਾਂ ਤੁਸੀਂ ਕਹਿਣਾ ਆ ਵੀ ਤਾਂ ਵਾਇਰ ਹੀ ਹੈ। ਹਾਂਜੀ ਬਿਲਕੁਲ ਆਹੀ ਵਾਇਰ ਹੈ। ਇਸੇ ਵਾਇਰ ਦਾ ਇੱਕ ਸਮਝ ਲਓ ਮੈਗਨੀਫਾਈਡ ਵਰਜ਼ਨ ਤੁਹਾਨੂੰ ਉੱਪਰ ਦਿਖਾ ਰਿਹਾ ਮੈਂ, ਆ ਵੀ ਵਾਇਰ ਉਹੀ ਹੈ ਬੇਸਿਕਲੀ। ਬਸ ਇਹਦੇ ਵਿੱਚ ਤੇ ਉਹਦੇ ਵਿੱਚ ਇਹ ਫਰਕ ਹੈ ਕਿ ਆਹ ਜਿਹੜੀ ਉੱਪਰਲੀ ਵਾਇਰ ਹੈ ਇਹਦੇ ਵਿੱਚ ਕੁਝ ਰੈਜ਼ਿਸਟੈਂਸ ਹੈ, ਤੇ ਆਹ ਜਿਹੜੀ ਵਾਇਰ ਹੈ ਇਹ ਇੰਨੀ ਕੁ ਵਧੀਆ ਬਣਾਈ ਹੋਈ, ਸਮਝ ਲਓ ਕਿ ਇਹਦੇ ਵਿੱਚ ਰੈਜ਼ਿਸਟੈਂਸ ਨਹੀਂ ਹੈ, ਜਾਂ ਇਹਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਅਪਰੋਚਿਸ ਟੂ 0 ਹੈ, ਜਿਹੜੀ ਆਵਲੀ ਵਾਇਰਸ ਨੇ। ਇਹਦੇ ਅੰਦਰ ਕੁਝ ਹੈ ਤਾਂ ਆਪਾਂ ਉੱਪਰ ਹੀ ਮੰਨ ਕੇ ਚੱਲਦੇ ਹਾਂ ਸਾਰਾ ਕੁਝ। ਸੋ ਬੈਟਰੀ ਦਾ ਪੋਜ਼ਿਟਿਵ ਇੱਧਰ, ਨੈਗੇਟਿਵ ਇੱਧਰ, ਉਹਦੇ ਕਰਕੇ ਪੋਜ਼ਿਟਿਵ ਇੱਧਰ ਹਨਾ, ਨੈਗੇਟਿਵ ਇੱਧਰ। ਇਹਦੇ ਕਰਕੇ ਕੀ ਹੁੰਦਾ, ਇਹਦੇ ਵਿੱਚ ਇਲੈਕਟ੍ਰਿਕ ਫੀਲਡ ਆ ਜਾਂਦਾ ਆ ਇਸ ਵਾਇਰ ਦੇ ਅੰਦਰ। ਸਮਝੋ ਇਸ ਚੀਜ਼ ਨੂੰ, ਆ ਇਲੈਕਟ੍ਰਿਕ ਫੀਲਡ ਲੈਫਟ ਟੂ ਰਾਈਟ ਹੋਏਗਾ। ਤੁਹਾਨੂੰ ਸ਼ਾਇਦ ਘੱਟ ਦਿਖ ਰਿਹਾ ਹੋਵੇ, ਯੈਲੋ ਕਲਰ ਨਾਲ ਮੈਂ ਬਣਾ ਰਿਹਾ ਹਾਂ, ਲੈਫਟ ਟੂ ਰਾਈਟ ਬਣਾ ਰਿਹਾ ਮੈਂ, ਬਾਹਰ ਥੋੜਾ ਬਣਾ ਦੇਣਾ ਦਿਖਣ ਲਈ। ਆ ਇਸ ਤਰ੍ਹਾਂ ਸਮਝ ਲੱਗ ਰਹੀ ਗੱਲ ਕਿ ਨਹੀਂ ਦੱਸੋ? Yes, sir. ਸੋ ਆ ਇਲੈਕਟ੍ਰਿਕ ਫੀਲਡ ਜਦੋਂ ਲੱਗਦਾ ਹੈ ਤੇ ਇਹਦੇ ਕਰਕੇ ਜਿਹੜੇ ਇਲੈਕਟ੍ਰੋਨਸ ਨੇ ਇਹਨਾਂ ਦੇ ਉੱਪਰ ਵੀ ਫੋਰਸ ਲੱਗਦਾ ਹੈ ਨਾ। Yes, sir. ਤੇ ਆ ਇਲੈਕਟ੍ਰੋਨਸ ਰਾਈਟ ਟੂ ਲੈਫਟ ਭੱਜਣਾ ਸ਼ੁਰੂ ਕਰ ਦਿੰਦੇ ਨੇ ਹਨਾ।
हाँ जी। ਇਲੈਕਟ੍ਰੋਨ ਰਾਈਟ ਟੂ ਲੈਫਟ ਭੱਜਦੇ ਨੇ, ਤੇ ਜਦੋਂ ਇਲੈਕਟ੍ਰੋਨ ਰਾਈਟ ਟੂ ਲੈਫਟ ਆਪਾਂ ਮੰਨ ਲੈਂਦੇ ਆ ਕਿ ਪੋਜ਼ਿਟਿਵ ਚਾਰਜ ਲੈਫਟ ਟੂ ਰਾਈਟ ਜਾ ਰਿਹਾ, ਠੀਕ ਹੈ। ਅਸੀਂ ਕਨਵੈਨਸ਼ਨਲੀ ਇਹ ਮੰਨਦੇ ਆ, ਕਨਵੈਨਸ਼ਨਲੀ ਅਸੀਂ ਦੇਖੋ ਪੋਜ਼ਿਟਿਵ ਕਦੀ ਵੀ ਫਲੋ ਨਹੀਂ ਕਰਦਾ ਕਿਸੇ ਵੀ ਮੈਟਲ ਦੇ ਵਿੱਚ, ਇਸ ਗੱਲ ਨੂੰ ਮੇਰੀ ਸਮਝੋ, ਕਿਉਂਕਿ ਮੈਟਲ ਜਿਹੜੀ ਹੈ ਨਾ ਉਹਦੇ ਐਟਮ ਆਪਸ ਵਿੱਚ ਜਿੱਥੇ ਜਿੱਥੇ ਫਿੱਟ ਹੈਗੇ ਨੇ, ਫਿੱਟ ਨੇ, ਉਹ ਸੋਲਿਡ ਹੈ। ਤੇ ਮੈਟਲ ਦੇ ਕਰਨਲਸ ਜਿਹੜੇ ਨੇ ਇਹ ਆਪਣੀ ਜਗ੍ਹਾ ਤੇ ਮਾੜਾ ਮੋਟਾ ਵਾਈਬ੍ਰੇਟ ਜ਼ਰੂਰ ਕਰ ਸਕਦੇ ਨੇ, ਬਹੁਤ ਜ਼ਿਆਦਾ ਗਰਮੀ ਵਧਾ ਦਿਓ, ਬਹੁਤ ਜ਼ਿਆਦਾ ਟੈਂਪਰੇਚਰ ਦੇ ਦਿਓ, ਉਹਨੂੰ ਹੀਟ ਕਰ ਦਿਓ, ਹਨਾ, ਇਹ ਵਾਈਬ੍ਰੇਟ ਕਰ ਸਕਦੇ ਨੇ ਆਪਣੀ ਆਪਣੀ ਜਗ੍ਹਾ ਤੇ, ਪਰ ਇਹ ਕਦੀ ਇਸ ਜਗ੍ਹਾ ਤੋਂ ਉਸ ਜਗ੍ਹਾ ਤੱਕ ਜਾ ਨਹੀਂ ਸਕਦੇ। ਹੁਣ ਜਿਵੇਂ ਆਹ ਵਾਲਾ ਜਿਹੜਾ ਕਰਨਲ ਹੈ, ਆਹ ਵਾਲਾ ਇੱਥੇ ਵਾਲਾ ਆਹ ਯੈਲੋ ਨਾਲ ਸ਼ੋ ਕਰ ਰਿਹਾ, ਇਹ ਕਰਨਲ ਭੱਜ ਕੇ ਇਹਦੇ ਵਿੱਚੋਂ ਸਾਰਾ ਚੋਂ ਪਾਰ ਕਰਦੇ ਹੋਏ ਇੱਥੇ ਤੱਕ ਆ ਜਾਵੇ, ਹਨਾ, ਇੱਥੇ ਤੱਕ ਪਹੁੰਚ ਜਾਵੇ, ਇਹ ਕਦੀ ਵੀ ਪੋਸੀਬਲ ਨਹੀਂ ਹੋਊਗਾ, ਉਹ ਉੱਥੇ ਹੀ ਰਹੂਗਾ, ਇਹ ਇੱਥੇ ਰਹੂਗਾ। ਪਰ ਇਹਨਾਂ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹ ਭੱਜਦੇ ਨੇ। ਸੋ ਮੈਟੈਲਿਕ ਬੌਂਡਿੰਗ ਨੂੰ ਕਈ ਵਾਰ ਅਸੀਂ ਐਵੇਂ ਸਮਝਦੇ ਹਾਂ, ਮੈਟਲ ਦੇ ਅੰਦਰ ਜਿਹੜੀ ਬੌਂਡਿੰਗ ਹੈ ਉਹ ਕਹਿੰਦੇ ਇਟਸ ਅ ਸੀ ਆਫ ਇਲੈਕਟ੍ਰੋਨਸ, ਫ੍ਰੀ ਇਲੈਕਟ੍ਰੋਨਸ, ਯਾਨੀ ਫ੍ਰੀ ਇਲੈਕਟ੍ਰੋਨਸ ਦਾ ਸਮੁੰਦਰ ਹੈ, ਤੇ ਉਹਦੇ ਵਿੱਚ ਕਿਸੇ ਕਿਸੇ ਜਗ੍ਹਾ ਤੇ ਆ ਸਮਝ ਲਓ ਪੱਥਰ ਜੇ ਫਿਕਸ ਨੇ, ਕਰਨਲ ਜੇ ਫਿਕਸ ਨੇ, ਤੇ ਉਹਨਾਂ ਦੇ ਵਿਚਕਾਰ ਜਿੰਨਾ ਵੀ ਸਪੇਸ ਹੈ ਉਹ ਚ ਫ੍ਰੀ ਇਲੈਕਟ੍ਰੋਨਸ ਭਰੇ ਹੋਏ ਨੇ, ਕਿਉਂਕਿ ਬਹੁਤ ਛੋਟੀ ਜੀ ਪਤਲੀ ਜੀ ਵਾਇਰ ਵੀ ਹੋਏਗੀ ਤਾਂ ਉਹਦੇ ਵਿੱਚ ਵੀ ਮਿਲੀਅਨਸ ਆਫ ਐਟਮਸ ਹੋਣਗੇ, ਮਿਲੀਅਨਸ ਆਫ ਇਲੈਕਟ੍ਰੋਨਸ ਹੋਣਗੇ, ਪਰ ਕੋਈ ਵੀ ਵਾਇਰ ਐਜ਼ ਅ ਹੋਲ ਨਿਊਟਰਲ ਹੋਏਗੀ। ਇਸ ਲਈ ਕਿਸੇ ਵੀ ਤਾਰ ਨੂੰ ਐਵੇਂ ਹੀ ਬਾਹਰੋਂ, ਤੁਸੀਂ ਬਾਹਰ ਕਿਤੇ ਤਾਰ ਪਈ ਹੈ ਤੇ ਦੋਨੋਂ ਪਾਸੇ ਕਿਤੇ ਜੁੜੀ ਨਹੀਂ ਹੈ ਤੇ ਤੁਸੀਂ ਉਹਨੂੰ ਚੱਕਿਆ ਤੇ ਤੁਹਾਨੂੰ ਕੋਈ ਕਰੰਟ ਨਹੀਂ ਲੱਗਦਾ, ਤਾਰ ਹੀ ਹੈ ਉਹ। ਤਾਰਾਂ ਦੀਆਂ ਦੁਕਾਨਾਂ ਦੇ ਉੱਪਰ ਜਾ ਕੇ ਕਿੰਨੇ ਬੰਡਲ ਪਏ ਨੇ ਤਾਰਾਂ ਦੇ, ਉਹੀ ਪਏ ਨੇ, ਪਏ ਨੂੰ ਕੁਝ ਨਹੀਂ ਹੁੰਦਾ ਉਹਨਾਂ ਨੂੰ, ਉਹਨਾਂ ਵਿੱਚ ਸਭ ਕੁਝ ਨਿਊਟਰਲ ਰਹਿੰਦਾ ਹੈ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. ਤੋ ਆ ਇਲੈਕਟ੍ਰੋਨ ਜਿਹੜੇ ਨੇ ਇਹ ਬੇਸਿਕਲੀ ਇਹ ਰਾਈਟ ਟੂ ਲੈਫਟ ਜਾਂਦੇ ਨੇ, ਤੇ ਆਪਾਂ ਇਹ ਮੰਨਦੇ ਆ ਕਿ ਜਿਹੜਾ ਪੋਜ਼ਿਟਿਵ ਚਾਰਜ ਹੈ ਉਹ ਲੈਫਟ ਟੂ Right. ਰਾਈਟ ਜਾ ਰਿਹਾ, ਤੇ ਇਸੇ ਨੂੰ ਆਪਾਂ ਕਰੰਟ ਬੋਲ ਦਿੰਦੇ ਆ ਕਿ ਕਰੰਟ ਜਾ ਰਿਹਾ ਇਧਰੋਂ ਲੈਫਟ ਟੂ ਰਾਈਟ, ਤੇ ਕਰੰਟ ਦੀ ਉਲਟ ਦਿਸ਼ਾ ਵਿੱਚ ਬੇਸਿਕਲੀ ਇਲੈਕਟ੍ਰੋਨਸ ਜਾ ਰਹੇ ਹੁੰਦੇ ਨੇ ਸਾਡੇ ਮੈਟਲ ਦੇ ਵਿੱਚ। ਕਲੀਅਰ ਹੈ ਗੱਲ? Yes, sir. ਫਿਰ ਇਹੀ ਗੱਲ ਸੋਲੂਸ਼ਨਸ ਵਿੱਚ ਉਲਟੀ ਹੁੰਦੀ ਹੈ, ਉਹਦੇ ਵਿੱਚ ਕੀ ਹੈ, ਪੋਜ਼ਿਟਿਵ ਚਾਰਜ ਵੀ ਫਲੋ ਕਰ ਰਿਹਾ ਹੁੰਦਾ, ਨੈਗੇਟਿਵ ਚਾਰਜ ਵੀ ਫਲੋ ਕਰ ਰਿਹਾ ਹੁੰਦਾ, ਤੇ ਆਪਾਂ ਫਿਰ ਉੱਥੇ ਨੈਟ ਕਿੰਨਾ ਚਾਰਜ ਫਲੋ ਕਰ ਰਿਹਾ ਇਸ ਗੱਲ ਨੂੰ ਮੰਨਦੇ ਆ, ਤਾਂ ਜਾ ਕੇ ਸਾਨੂੰ ਪਤਾ ਲੱਗਦਾ ਕਿੰਨਾ ਚਾਰਜ ਫਲੋ ਕਰ ਗਿਆ। ਉਹਨੂੰ ਮੈਂ ਥੋੜਾ ਹੋਰ ਡਿਟੇਲ ਚ ਬਾਅਦ ਚ ਜਾਊਂਗਾ, ਪਹਿਲਾਂ ਮੈਂ ਮੈਟਲਸ ਦੇ ਬਾਰੇ ਗੱਲ ਕਰਾਂ। ਫਿਰ ਤੁਸੀਂ ਗੱਲ ਕਰ ਸਕਦੇ ਹੋ ਇੱਕ ਹੋਰ, ਬਈ ਕਰੰਟ ਡਿਊ ਟੂ रिवॉल्विंग चार्ज, यानी कि अगर कोई चार्ज रिवॉल्व कर रहा होवे सर्कुलर पाथ दे विच, ਤਾਂ ਉਹ ਵੀ ਕੀ ਕਰੰਟ ਪੈਦਾ ਕਰਦਾ ਹੈ? ਆਪਾਂ ਕਹਿੰਦੇ ਹਾਂਜੀ ਬਿਲਕੁਲ ਕਰਦਾ ਹੈ। ਤੇ ਆਪਾਂ ਫਿਲਹਾਲ ਸਿਰਫ ਇਹ ਦਿਖਾ ਰਹੇ ਕਿ ਮੰਨ ਲਓ ਇਸ ਤਰ੍ਹਾਂ ਹੀ ਗੋਲ ਗੋਲ ਚੱਕਰ ਕੱਟ ਰਿਹਾ ਕੋਈ ਵੀ ਚਾਰਜ, ਉਸ ਚਾਰਜ ਦਾ ਆਪਾਂ ਅਮਾਉਂਟ ਹੈ ਤੇ ਮੰਨ ਲਓ q ਚਾਰਜ ਹੈ, ਤੇ ਮੰਨ ਲਓ v ਵੈਲੋਸਿਟੀ ਨਾਲ ਯੂਨੀਫਾਰਮ ਮੋਸ਼ਨ ਚ ਹੈ, ਮੰਨ ਲਓ ਵੈਲੋਸਿਟੀ ਉਹਦੀ v ਹੈ, ਠੀਕ ਹੈ, ਇਸ ਤਰ੍ਹਾਂ, ਤੇ ਇਹਦੇ ਅਰਾਊਂਡ ਇਸ ਤਰ੍ਹਾਂ ਘੁੰਮ ਰਿਹਾ, ਤੇ ਇਹਦੇ ਸਮਝ ਲਓ ਇਹਦਾ ਜਿਹੜਾ ਰੇਡੀਅਸ ਹੈ ਉਹ ਆਪਾਂ ਨੂੰ ਮੰਨ ਲਓ ਪਤਾ ਹੈ ਉਹਦਾ r ਹੈ, ਤੇ ਇਸ ਚਾਰਜ ਦਾ ਮਾਸ ਮੰਨ ਲਓ m ਹੈ, ਠੀਕ ਹੈ। ਚਲੋ ਮਾਸ m ਦੀ ਲੋੜ ਆਪਾਂ ਨੂੰ ਨਹੀਂ ਪੈਣੀ, ਹਲੇ ਆਪਾਂ ਕੋਈ ਮੋਮੈਂਟਮ ਨੇ ਉਹ ਜਾਣਾ ਨਹੀਂ ਹੈ, ਠੀਕ। ਇਹ ਚਾਰਜ ਇਸ ਪੂਰੇ ਸਰਕਲ ਦੇ ਵਿੱਚ ਚੱਕਰ ਕੱਟਦਾ ਆ, ਤੇ ਉਹ ਜਿੰਨੇ ਟਾਈਮ 'ਚ ਚੱਕਰ ਕੱਟਦਾ ਉਹਨੂੰ ਕੀ ਬੋਲਦੇ ਆ? ਟਾਈਮ ਪੀਰੀਅਡ, ਹੈ ਨਾ। ਤੇ 1 ਸੈਕਿੰਡ ਵਿੱਚ ਜਿੰਨੇ ਚੱਕਰ ਕੱਟਦਾ ਉਹਨੂੰ ਕੀ ਬੋਲਦੇ ਆ? Frequency. ਫ੍ਰੀਕੁਐਂਸੀ ਆਪਾਂ ਨਿਊ ਕਹਿ ਸਕਦੇ ਹਾਂ। ਫ੍ਰੀਕੁਐਂਸੀ ਜਿਹੜੀ ਨਿਊ ਹੈਗੀ ਉਹ 1/time ਪੀਰੀਅਡ ਹੋਏਗੀ। ਇਹ ਤਾਂ ਕੀਤੀ ਹੋਈ ਗੱਲ ਆਪਾਂ, ਬਲਕਿ ਤੁਸੀਂ ਚਾਹੋ ਤਾਂ ਇਹਦੀ ਐਂਗੂਲਰ ਫ੍ਰੀਕੁਐਂਸੀ ਵੀ ਦੇਖ ਸਕਦੇ ਹੋ, ਜਿਹਨੂੰ ਐਂਗੂਲਰ ਵੈਲੋਸਿਟੀ ਬੋਲ ਦਿੰਦੇ ਆ ਕਈ ਵਾਰੀ। ਐਂਗੂਲਰ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ ਓਮੇਗਾ, ਉਹ ਹੁੰਦੀ ਤੁਹਾਡੀ ਕੀ 2π/t ਨਾ, ਜਿੰਨਾ ਐਂਗਲ ਪਾਸ ਕੀਤਾ ਬਾਈ ਟਾਈਮ ਟੇਕਨ, ਤੇ ਇਸ ਨੂੰ ਅਸੀਂ 2π ਨਿਊ ਵੀ ਬੋਲ ਦਿੰਦੇ ਆ। ਆ ਸਾਰੀਆਂ ਗੱਲਾਂ ਤੁਹਾਡੀਆਂ ਸਿੰਪਲ ਹਾਰਮੋਨਿਕ ਮੋਸ਼ਨ ਦੀਆਂ ਨੇ, ਕੁਝ ਯਾਦ ਆ ਰਹੀਆਂ? Yes, sir. ਠੀਕ ਹੈ। ਸੋ ਆਪਾਂ ਇਹਦੇ ਵਿੱਚ ਪਤਾ ਕਿਵੇਂ ਕਰੀਏ ਵੀ ਕਿੰਨਾ ਕਰੰਟ ਪਾਸ ਕਰ ਗਿਆ, ਤੇ ਕਿੰਨਾ ਕਰੰਟ ਪਾਸ ਕਰ ਗਿਆ ਉਹਦੇ ਲਈ ਤਾਂ ਬੇਸਿਕਲੀ ਜੇ ਮੈਂ ਇੱਕੋ ਹੀ ਜਗ੍ਹਾ ਤੇ ਦੇਖਣਾ ਚਾਹਾਂ ਇੱਥੋਂ ਕਿੰਨਾ ਕਰੰਟ ਪਾਸ ਕਰ ਗਿਆ, ਤਾਂ ਮੈਂ ਬਸ ਦੇਖੂੰਗਾ ਇਹ ਚੋਂ ਕਿੰਨਾ ਚਾਰਜ q ਪਾਸ ਕਰ। ਹੁਣ ਚਾਰਜ q ਇਹਦੇ ਚੋਂ ਪਾਸ ਕਰ ਗਿਆ, ਪਰ ਕਿੰਨੇ ਟਾਈਮ 'ਚ ਪਾਸ ਕਰ ਗਿਆ ਆ ਤਾਂ ਨਹੀਂ ਪਤਾ ਸਾਨੂੰ, ਇਹ ਤਾਂ ਸਾਨੂੰ ਬਿਲਕੁਲ ਵੀ ਨਹੀਂ ਪਤਾ। ਸੋ ਅਸੀਂ ਬੇਸਿਕਲੀ ਕੀ ਸਮਝ ਕੇ ਚੱਲਦੇ ਆ ਫਿਰ ਆਬਵੀਅਸਲੀ ਕਿ ਆਪਾਂ ਜੇ t ਟਾਈਮ, ਅੱਛਾ ਜੇ t ਟਾਈਮ ਦੀ ਗੱਲ ਕਰੀਏ, t ਟਾਈਮ ਦੇ ਵਿੱਚ ਇਹਦੇ ਵਿੱਚੋਂ ਚਾਰਜ q ਕਿੰਨੀ ਵਾਰ ਪਾਸ ਕਰਦਾ ਤੁਸੀਂ ਬੋਲੋ? ਇੱਕ ਵਾਰ।
ਇੱਕ ਵਾਰੀ ਇੱਕ ਪਾਸ ਵਾਰ। ਕਰਦਾ ਹੈ ਨਾ। ਤਾਂ ਬੇਸਿਕਲੀ ਇੱਥੇ ਜਿਹੜੀ ਕਰੰਟ ਦੀ ਵੈਲਿਊ ਹੋਏਗੀ, ਇੱਥੇ ਜਿਹੜਾ ਕਰੰਟ ਆਏਗਾ ਵਾਇਰ ਦੇ ਵਿੱਚ ਉਹ ਹੋਏਗਾ ਜਿੰਨਾ ਚਾਰਜ ਪਾਸ ਕਰਦਾ ਹੈ ਬਾਈ ਜਿੰਨੇ ਟਾਈਮ ਚ ਪਾਸ ਕਰਦਾ ਹੈ ਨਾ। ਤਾਂ ਇਸੇ ਨੂੰ ਤੁਸੀਂ ਕੀ ਲਿਖ ਸਕਦੇ ਹੋ, Q ਟਾਈਮਸ ਨਿਊ ਵੀ ਕਹਿ ਸਕਦੇ ਹੋ ਨਾ, ਫ੍ਰੀਕੁਐਂਸੀ। Yes, sir. Yes. ਠੀਕ ਹੈ, ਜਾਂ ਫਿਰ ਜੇ ਨਿਊ ਨੂੰ ਇੱਥੋਂ ਤੁਸੀਂ ਇਨ ਟਰਮਸ ਆਫ ਓਮੇਗਾ ਲਿਖਣਾ ਚਾਹੋ ਇੱਥੋਂ ਇਸ ਰਿਜ਼ਲਟ ਤੋਂ, ਤਾਂ ਤੁਸੀਂ ਕਰੰਟ ਨੂੰ Q ਤੇ 1/t ਦੀ ਇੱਥੋਂ 2 ਪਾਈ ਬਾਈ ਲੈਮਡਾ 2 ਪਾਈ ਬਾਈ ਓਮੇਗਾ ਆ ਜਾਏਗਾ, ਤਾਂ 2 ਪਾਈ ਇੱਥੇ ਆ ਜਾਏਗਾ, ਓਮੇਗਾ ਉੱਪਰ ਚੱਲ ਜਾਏਗਾ। ਆ ਵੀ ਲਿਖ ਸਕਦੇ ਹੋ। ਸੋ ਆ ਵੀ ਕਰੰਟ ਆ ਸਕਦਾ ਹੈ ਥਰੂ, ਆਹ ਵੀ ਕਰੰਟ ਹੋ ਸਕਦਾ ਹੈ। ਠੀਕ ਹੈ, ਸੋ ਕਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਤੁਸੀਂ ਮਤਲਬ ਇਹਨੂੰ ਦੇਖ ਸਕਦੇ ਹੋ। ਤੇ ਹੁਣ ਦੇਖੋ, ਅੱਛਾ ਇਹ ਦੱਸੋ ਜੇ ਇਹਦੀ ਵੈਲੋਸਿਟੀ v ਹੈ, ਵੈਲੋਸਿਟੀ v ਦੀ ਇਨ ਟਰਮਸ ਆਫ v ਦੇਖਣਾ ਚਾਹਾਂ ਮੈਂ ਅਗਰ ਇਨ ਟਰਮਸ ਆਫ v, ਤਾਂ ਤੁਸੀਂ ਦੇਖੋ v ਕਿੰਨੇ ਹੋਏਗੀ, ਵੈਲੋਸਿਟੀ ਕਿੰਨੀ ਹੋਏਗੀ ਇਹਦੀ, ਜਿੰਨਾ ਡਿਸਟੈਂਸ ਟਰੈਵਲ ਕਰਦਾ ਹੈ ਅਪਨ ਜਿੰਨੇ ਟਾਈਮ। Yes, sir. ਤਾਂ ਟਾਈਮ ਦੀ ਵੈਲਿਊ ਕੀ ਆਏਗੀ, ਟਾਈਮ ਪੀਰੀਅਡ ਦੀ ਵੈਲਿਊ ਆਏਗੀ 2 ਪਾਈ r ਬਾਈ v ਆਏਗੀ ਨਾ। ਹਾਂਜੀ। ਸੋ therefore ਇਹਦਾ ਮਤਲਬ ਕਰੰਟ ਨੂੰ ਤੁਸੀਂ ਲਿਖ ਸਕਦੇ ਹੋ ਆ ਵੀ ਚਾਰਜ ਡਿਵਾਈਡਡ ਬਾय 2 ਪਾਈ r into v। ਸੋ ਕਰੰਟ ਦੀ ਵੈਲਿਊ ਆ ਗਈ ਹੈ ਨਾ, qv upon 2 ਪਾਈ r। ਸਮਝ ਲੱਗ ਰਹੀ ਸਭ ਨੂੰ ਗੱਲ ਕਿ ਨਹੀਂ ਦੱਸੋ। Yes, sir. Yes, sir. ਇਸ ਤਰ੍ਹਾਂ ਅਗਰ ਕੋਈ ਆਏ ਤਾਂ ਇਸ ਦਾ ਕੁਐਸਚਨ, ਇਸ ਤਰ੍ਹਾਂ ਦੇ ਕੁਐਸਚਨ ਨੂੰ ਵੀ ਆਪਾਂ ਡੀਲ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਹੈ, ਚਾਹੇ ਉਹ ਸਟ੍ਰੇਟ ਵਾਇਰ ਚ ਹੋਵੇ, ਚਾਹੇ ਰਿਵੋਲਵਿੰਗ ਚਾਰਜ ਹੋਵੇ। ਤਾਂ ਹੁਣ ਇਹਨੂੰ ਫਿਲਹਾਲ ਆਪਾਂ ਇੱਥੇ ਲੀਵ ਕਰਦੇ ਆ, ਆਪਾਂ ਹੁਣ ਇਸ ਟੌਪਿਕ ਤੇ ਆਨੇ ਆ ਮੇਨਲੀ, ਜਿਹੜਾ ਮੈਂ ਹੁਣੀ ਕਰਾ ਰਿਹਾ ਸੀ ਤੁਹਾਨੂੰ, that is electric current in conductors, electric current in conductors। in conductors। ਸੋ ਦੇਖੋ ਇਲੈਕਟ੍ਰਿਕ ਕਰੰਟ ਇਨ ਕੰਡਕਟਰਸ ਦੇ ਵਿੱਚ ਵੀ ਆਪਾਂ ਬਿਲਕੁਲ ਉਵੇਂ ਸਮਝ ਹੀ ਚੁੱਕੇ ਆ। ਕੰਡਕਟਰ ਬੇਸਿਕਲੀ ਆਹੀ ਨੇ ਆਪਣੇ, ਜਿਵੇਂ ਹੁਣੀ ਗੱਲ ਕਰ ਰਹੇ ਸੀ। ਆਹ ਕੰਡਕਟਰ ਬੇਸਿਕਲੀ ਮੈਟਲ ਹੀ ਨੇ। ਕੰਡਕਟਰ ਨੂੰ ਹੀ ਅਸੀਂ ਰੈਜ਼ਿਸਟਰ ਬੋਲਦੇ ਆ। ਰੈਜ਼ਿਸਟਰ ਦੇ ਵਿੱਚ ਬੇਸਿਕਲੀ ਰੈਜ਼ਿਸਟੈਂਸ ਆਫਰ ਹੁੰਦੀ ਹੈ ਆਪਾਂ ਨੂੰ। ਰੈਜ਼ਿਸਟੈਂਸ ਆਫਰ ਕਿਉਂ ਹੁੰਦੀ ਹੈ, ਦੇਖੋ ਸਮਝੋ, ਕਿਸੇ ਪਾਰਟਿਕੂਲਰ ਟੈਂਪਰੇਚਰ ਤੇ ਜਿਹੜੇ ਆ ਕਰਨਲਸ ਨੇ, ਪੋਜ਼ਿਟਿਵ ਕਰਨਲਸ ਨੇ, ਇਹ ਵੀ ਵਾਈਬ੍ਰੇਟ ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਆਪਣੀ ਜਗ੍ਹਾ ਤੇ। ਇਲੈਕਟ੍ਰੋਨਸ ਨੇ ਜੋ ਪਾਸ ਕਰਨਾ ਹੈ, ਇਲੈਕਟ੍ਰੋਨਸ ਦਾ ਇਹ ਚੋਂ ਪਾਸ ਹੋਣਾ, ਇਲੈਕਟ੍ਰੋਨ ਦਾ ਗੁਜ਼ਰ ਕੇ ਇੱਥੋਂ ਇੱਕ ਐਂਡ ਤੋਂ ਦੂਜੇ ਐਂਡ ਤੱਕ ਆਣਾ ਇੰਨਾ ਸਿੱਧਾ ਸਾਦਾ ਮਾਮਲਾ ਨਹੀਂ ਹੁੰਦਾ, ਕਿਉਂਕਿ ਇੱਕ ਇਲੈਕਟ੍ਰੋਨ ਦੇ ਸਾਹਮਣੇ ਰਸਤਾ ਇੰਨਾ ਸਾਫ਼ ਸੁਥਰਾ ਨਹੀਂ ਹੁੰਦਾ, ਬਲਕਿ ਰਸਤੇ 'ਚ ਬਹੁਤ ਸਾਰੇ ਇਲੈਕਟ੍ਰੋਨਸ ਹੋਰ ਨੇ, ਬਹੁਤ ਸਾਰੇ ਪੋਜ਼ਿਟਿਵ ਕਰਨਲਸ ਨੇ, ਜਿਨ੍ਹਾਂ ਵਿੱਚੋਂ ਉਹਨੇ ਇਲੈਕਟ੍ਰੋਨ ਨੇ ਇੱਧਰ ਉੱਧਰ ਡਿੱਗਦੇ ਢਹਿੰਦੇ ਟਕਰਾਉਂਦੇ ਹੋਏ ਹੀ ਅੱਗੇ ਵਧਣਾ ਹੁੰਦਾ ਹੈ। ਬਿਲਕੁਲ ਜਿਵੇਂ ਕਿ ਸਮਝ ਲਓ ਕਿ ਬਹੁਤ ਜ਼ਿਆਦਾ ਜਿਵੇਂ ਮੇਲਾ ਹੋਵੇ, ਕੋਈ ਮੇਲੇ 'ਚ ਭੀੜ ਹੋਵੇ, ਬਹੁਤ ਸਾਰੇ, ਭੀੜ 'ਚ ਤੁਸੀਂ ਇੱਕ ਸਿੱਧੀ ਰੇਖਾ 'ਚ ਨਹੀਂ ਚੱਲ ਸਕਦੇ ਨਾ। Yes, sir. ਹੁਣ ਜਿਵੇਂ ਮੰਨ ਲਓ ਇੱਥੇ, ਮੰਨ ਲਓ ਗੋਲ ਗੱਪੇ ਵਾਲਾ, ਤੇ ਇੱਥੇ ਹੈਗੀ ਹੈ ਮੰਨ ਲਓ ਹਿਮਾਨੀ, ਤੇ ਇਹ ਹੈਗਾ ਕੋਈ ਮੇਲਾ ਲੱਗਿਆ ਹੈ, ਮੇਲੇ 'ਚ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਲੋਕ ਨੇ। ਹਿਮਾਨੀ ਦਾ ਮਕਸਦ ਕੀ ਹੈ ਤੁਹਾਨੂੰ ਪਤਾ ਹੀ ਹੈ, ਪਰ ਇਹ ਬਹੁਤ ਸਾਰੇ ਲੋਕ ਨੇ, ਤੇ ਜੋ ਹੋਰ ਸਾਰੇ ਉਹ ਵੀ ਹੈਗੇ ਨੇ ਹਿਮਾਨੀ ਵਰਗੇ ਵੀ ਵਿੱਚ ਲੋਕ ਨੇ, ਆਬਵੀਅਸਲੀ ਸਿਰਫ ਪੋਜ਼ਿਟਿਵ ਕਰਨਲਸ ਨਹੀਂ ਹੈਗਾ, ਆਪਾਂ ਇਲੈਕਟ੍ਰੋਨਸ ਨੂੰ ਮੰਨ ਕੇ ਚੱਲ ਰਹੇ ਹਾਂ, ਹਨਾ। ਹੁਣ ਉਹਨੇ ਜਾਣਾ ਤਾਂ ਹਿਮਾਨੀ ਸਿੱਧੀ ਰਸਤੇ ਜਾ ਸਕਦੀ ਹੈ, ਸਿੱਧੀ ਲਾਈਨ 'ਚ ਨਹੀਂ ਸਰ। ਕਿਵੇਂ ਜਾਏਗੀ? ਪਹਿਲਾਂ ਤਾਂ ਤੂੰ ਇੱਧਰ ਜਾਏਗੀ, ਫਿਰ ਕਿ ਓਹੋ ਇਹਦੇ ਲੋਕ ਖੜੇ, ਫਿਰ ਇੱਧਰ ਆਏਗੀ ਹਿਮਾਨੀ, ਫਿਰ ਕਿ ਓਹੋ, ਫਿਰ ਇੱਧਰ ਆ ਜਾਏਗੀ, ਫਿਰ ਇਹ ਕਰਕੇ ਇਹ ਇੱਧਰ ਜਾਂ ਜਿੱਧਰੋਂ ਵੀ ਉਹਨੂੰ ਰਸਤਾ ਮਿਲੇਗਾ ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ, ਇਸ ਤਰ੍ਹਾਂ ਹੀ ਰਸਤਾ ਕੱਢ ਕੁੱਟ ਕੇ ਇਹਨੇ ਪਹੁੰਚਣਾ ਨਾ ਇੱਥੇ ਤੱਕ। ਯੈਸ ਸਰ। ਸੋ ਆਹ ਜਿਹੜਾ ਪ੍ਰੋਸੈਸ ਹੈ, ਜਿਹੜਾ ਸਿੱਧੀ ਰੇਖਾ 'ਚ ਨਹੀਂ ਚੱਲ ਸਕਦੀ, ਮਾਨੇ ਰਸਤੇ ਵਿੱਚ ਬਹੁਤ ਸਾਰੇ ਜਿਹੜੇ ਭੀੜ ਹੋਣ ਦੇ ਕਰਕੇ ਇਹਨੂੰ ਗੋਲ ਗੱਪੇ ਵਾਲੇ ਤੱਕ ਆਉਣ ਲਈ ਡ੍ਰਿਫਟ ਹੋਣਾ ਪਏਗਾ। ਇਹਨੂੰ ਡ੍ਰਿਫਟਿੰਗ ਕਹਿੰਦੇ ਆ। ਸਮਝ ਲੱਗੀ ਗੱਲ? ਯੈਸ ਸਰ। ਡ੍ਰਿਫਟਿੰਗ ਦਾ ਮਤਲਬ ਹੁੰਦਾ ਆ ਡ੍ਰਿਫਟ ਕਰਨਾ। ਡ੍ਰਿਫਟਿੰਗ ਇੱਕ ਗੇਮ ਹੁੰਦੀ ਸੀ ਨਾ ਕਾਰਾਂ ਵਾਲੀ, ਇੱਕ ਸ਼ਾਇਦ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ, ਪਤਾ ਕਿਸੇ ਨੂੰ? ਯੈਸ ਹਾਂ, ਪਤਾ ਲੱਗ ਗਿਆ ਜਿਸ ਜੋ ਗੇਮਾਂ ਖੇਡਦਾ ਵਾ, ਹਨਾ। ਸਰ ਗੇਮ ਨਹੀਂ ਹੁੰਦਾ, ਕਾਰ ਦਾ ਸਟੰਟ ਹੁੰਦਾ ਹੈ ਟਾਈਪ ਜੀ। ਅੱਛਾ, ਸਟੰਟ ਹੁੰਦਾ ਹੈ, ਠੀਕ ਹੈ। ਗੇਮ ਵੀ ਹੁੰਦੀ ਹੈ ਨਾ ਵੈਸੇ ਕੋਈ? ਚਲੋ ਨਹੀਂ ਵੀ ਹੁੰਦੀ ਤਾਂ ਵਧੀਆ, ਆਪਣਾ ਇਹ ਤੋਂ ਹੀ ਹਿਮਾਨੀ ਤੋਂ ਹੀ ਆਪਾਂ ਸਮਝ ਲੈਂਦੇ ਸਾਰੀ ਗੱਲ। ਸੋ ਆਹ ਇਹ ਜਿਹੜਾ ਹਾਲ ਹਿਮਾਨੀ ਦਾ ਹੋਇਆ, ਇੱਥੇ ਇਲੈਕਟ੍ਰੋਨਸ ਨੂੰ ਵੀ ਜਦੋਂ ਇਹਦੇ ਵਿੱਚ ਆਉਣਾ ਪਏਗਾ
ਤਾਂ ਇਲੈਕਟ੍ਰॉन्स ਵੀ ਕਿਵੇਂ ਕਰਨਗੇ ਵਿਚਾਰੇ, ਆ ਇਲੈਕਟ੍ਰॉन ਸਿੱਧਾ ਥੋੜੀ ਜਾਏਗਾ, ਹਨਾ, ਇੱਧਰ ਜਾਏਗਾ ਇੱਧਰ ਜਾਏਗਾ ਇੱਧਰ ਜਾਏਗਾ, ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ, ਹਨਾ, ਇਸ ਤਰ੍ਹਾਂ ਚੱਲੇਗਾ। ਇਲੈਕਟ੍ਰॉन ਦਾ ਰਸਤਾ ਬੜਾ ਟੇਡਾ ਮੇਡਾ ਹੋਏਗਾ ਨਾ, ਜਿਵੇਂ ਪੰਜਾਬ ਕੇਸਰੀ ਚ ਆਉਂਦਾ ਹੁੰਦਾ ਨੇ ਕਿ ਖਰਗੋਸ਼ ਘਾਸ ਤੱਕ कैसे पहुंचेगा, 4-5 ਰਸਤੇ ਬਣਾਏ ਹੁੰਦੇ ਨੇ, ਹਨਾ। Yes, sir. Yes, sir. ਸੋ ਬਿਲਕੁਲ ਉਸ ਤਰ੍ਹਾਂ ਹੀ ਆਪਾਂ ਇੱਥੇ ਗੱਲ ਕਰਦੇ, ਜਿਹੜੀ ਆ ਚੀਜ਼ ਹੈ ਬੇਸਿਕਲੀ ਇਹਨੂੰ ਡ੍ਰਿਫਟਿੰਗ ਬੋਲਦੇ ਆ ਅਸੀਂ, ਕਿ ਇਲੈਕਟ੍ਰॉन ਡ੍ਰਿਫਟ ਹੋਏਗਾ। ਤੇ ਡ੍ਰਿਫਟਿੰਗ ਕਿਉਂ ਹੋ ਰਹੀ ਹੈ, ਕਿਉਂਕਿ ਹਿਮਾਨੀ ਨੇ ਧਾਰਿਆ ਹੋਇਆ ਵੀ ਇਹਨੇ ਗੋਲਗੱਪਿਆਂ ਤੱਕ ਪਹੁੰਚਣਾ, ਯਾਨੀ ਉਹਦੀ ਇੱਕ ਡਾਇਰੈਕਸ਼ਨ ਦੇ ਵਿੱਚ ਡ੍ਰਿਫਟ ਹੋ ਰਹੀ ਹੈ। ਇਹ ਅੰਨੇਵਾਹ ਥੋੜੀ ਡ੍ਰਿਫਟ ਹੋ ਰਹੀ ਹੈ, ਅੰਨੇਵਾਹ ਐ ਹੁੰਦੀ ਰਹੇਗੀ, ਇੱਥੇ ਰਸਤੇ ਜਾ ਕੇ ਪਤਾ ਭੁੱਲ ਹੀ ਗਈ ਮੈਂ ਗੋਲਗੱਪੇ ਖਾਣਾ ਸੀ, ਇਹਨੇ ਇੱਧਰ ਉੱਧਰ ਡ੍ਰਿਫਟ ਹੁੰਦੀ ਰਹੀ ਮੇਲੇ 'ਚ ਗੁੰਮ ਗਈ, ਹਨਾ। ਸੋ ਇਲੈਕਟ੍ਰॉन ਦੀ ਨਾ ਦੋ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ, ਤੁਹਾਨੂੰ ਮੈਂ ਹੁਣ ਸਮਝਾਉਣ ਜਾ ਰਿਹਾ ਉਹ ਗੱਲ। ਤੇ ਆਪਾਂ ਬੇਸਿਕਲੀ ਕਰਨ ਜਾ ਰਹੇ ਹਾਂ ਗੱਲ ਡ੍ਰਿਫਟ ਵੈਲੋਸਿਟੀ ਦੀ ਜਾਂ ਡ੍ਰਿਫਟ ਦੀ। ਡ੍ਰਿਫਟ ਵੈਲੋਸਿਟੀ ਸਮਝਾਂਗੇ ਕੀ ਹੁੰਦੀ ਹੈ ਡ੍ਰਿਫਟ ਵੈਲੋਸਿਟੀ, ਪਹਿਲਾਂ ਸਮਝਦੇ ਆ। ਕਿਉਂਕਿ ਦੇਖੋ ਇੱਕ ਤਾਂ ਹੁੰਦੀ ਹੈ ਥਰਮਲ ਐਜੀਟੇਸ਼ਨ ਦੇ ਕਰਕੇ ਜਿਹੜੀ ਇਲੈਕਟ੍ਰॉन्स ਦੇ ਵਿੱਚ ਵੈਲੋਸਿਟੀ ਹੁੰਦੀ ਹੈ, ਰੈਂਡਮ ਵੈਲੋਸਿਟੀ, ਠੀਕ ਹੈ। अब मैं इतने लिख देना कुछ नोट्स कि रैंडम वेलोसिटी ऑफ फ्री इलेक्ट्रॉन्स is due to thermal energy, ਇਹ ਤਾਂ ਸਮਝਦੇ ਹੋ ਕਿ ਨਾਰਮਲ ਜਿਵੇਂ ਟੈਂਪਰੇਚਰ ਜਿੰਨਾ ਵੀ ਹੁੰਦਾ ਹੈ ਉਹਦੇ ਕਰਕੇ ਮਾੜਾ ਮੋਟਾ ਇਲੈਕਟ੍ਰॉन 'ਚ ਰੈਂਡਮ ਵੈਲੋਸਿਟੀ ਹੁੰਦੀ ਹੈ। ਤੁਸੀਂ ਕਹਿਣਾ ਸਰ ਇਲੈਕਟ੍ਰॉन ਉਹਦੇ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਵੀ ਤਾਂ ਕਰ ਰਹੇ ਆ, ਸਾਰਾ ਕੁਝ ਵਿੱਚੇ ਮੰਨ ਲਓ ਵੀ ਉਹ ਸਭ ਮਿਲਾ ਕੇ ਇਧਰ ਉਧਰ ਟੱਪਣਾ, ਇਲੈਕਟ੍ਰॉन ਦਾ ਇਸ ਤੋਂ ਉਧਰ ਜਾਣਾ, ਸਾਰੀ ਚੀਜ਼ ਨੂੰ ਫਿਰ ਰੈਂਡਮ ਵੈਲੋਸਿਟੀ ਆਫ ਫ੍ਰੀ ਇਲੈਕਟ੍ਰॉन्स ਹੀ ਮੰਨ ਲੈਂਦੇ ਹਾਂ, ਮੰਨ ਕੇ ਚੱਲ ਸਕਦੇ ਹਾਂ। ਕਲੀਅਰ ਹੈ ਗੱਲ ਇੱਥੇ ਤੱਕ? Yes, sir. ਤੇ ਇਹ ਜਿਹੜੀ ਰੈਂਡਮ ਵੈਲੋਸਿਟੀ ਹੁੰਦੀ ਹੈ, ਇਹ ਵੈਲੋਸਿਟੀ ਇਟ ਇਜ਼ ਆਫ ਦਾ ਆਰਡਰ ਆਫ 10 raised to power 5 मीटर पर सेकंड। ਇਹਨੂੰ ਯਾਦ ਨਹੀਂ ਰੱਖਣਾ, ਜਸਟ ਵੈਸੇ ਹੀ ਹੈ ਕਿ ਮਤਲਬ ਸੋਚੋ ਕਿ ਕਿੰਨੀ ਤੇਜ਼ ਹੁੰਦਾ ਹੈ ਨਾ ਇਲੈਕਟ੍ਰॉन्स ਦੀ ਜਿਹੜੀ ਰੈਂਡਮ ਵੈਲੋਸਿਟੀ ਹੈ, ਜਿਵੇਂ ਵੈਲੋਸਿਟੀ ਆਫ ਲਾਈਟ ਨਾਲ ਕੰਪੇਅਰ ਕਰ ਸਕਦੇ ਹੋ ਨਾ ਤੁਸੀਂ। ਵੈਲੋਸਿਟੀ 3 × 10⁸ ਮੀਟਰ ਪਰ ਸੈਕਿੰਡ ਹੈ ਤੇ ਇਹ 10⁵ ਯਾਨੀ ਕਾਫੀ ਹੈ, 1 ਲੱਖ ਮੀਟਰ ਪਰ ਸੈਕਿੰਡ ਹੋ ਗਿਆ ਇੱਕ ਤਰ੍ਹਾਂ, ਹਨਾ, ਇੰਨੀ ਤੇਜ਼ ਹੁੰਦਾ ਹੈ। ਪਰ ਉਹਨਾਂ ਦੀ ਆਪਸ 'ਚ ਇੰਨੀ ਤੇਜ਼ ਡ੍ਰਿਫਟਿੰਗ ਦੇ ਬਾਵਜੂਦ ਕੋਈ ਵੀ ਵਾਇਰ ਦੇ ਵਿੱਚ ਆਪਾਂ ਨੂੰ ਨਾਰਮਲੀ ਕਰੰਟ ਨਹੀਂ ਲੱਗਦਾ, ਯਾਨੀ ਇਹ ਡ੍ਰਿਫਟਿੰਗ ਨਾਟ ਡ੍ਰਿਫਟਿੰਗ, ਇਹ ਰੈਂਡਮ ਵੈਲੋਸਿਟੀ ਜਿਹੜੀ ਇਲੈਕਟ੍ਰॉन्स ਦੀ ਹੈ ਨਾ, ਉਹ ਕਿਸੇ ਵੀ ਵਾਇਰ ਦੇ ਵਿੱਚ ਉਦੋਂ ਵੀ ਹੁੰਦੀ ਹੈ ਜਦੋਂ ਉਹ ਵਾਇਰ ਦੁਕਾਨ ਦੇ ਵਿੱਚ ਪਈ ਹੋਈ ਹੈ, ਹਲੇ ਕਿਸੇ ਸਰਕਟ 'ਚ ਪਾਈ ਵੀ ਨਹੀਂ ਹੈ, ਲਗਾਈ ਵੀ ਨਹੀਂ ਹੈ। ਵੈਸੇ ਹੀ ਕੋਈ ਕਾਪਰ ਦਾ ਟੁਕੜਾ ਤੁਹਾਡੇ ਘਰੇ ਕੱਪ ਜੱਗ ਹੋਣਾ, ਕੋਈ ਕਾਪਰ ਦਾ ਪੁਰਾਣਾ ਹੈ, ਕੋਈ ਪਿੱਤਲ ਪੁੱਤਲ ਦਾ ਜਾਂ ਕੋਈ ਮੈਟੈਲਿਕ ਚੀਜ਼ਾਂ ਵਰਤਦੇ ਆ ਜਿਵੇਂ, Yes, sir. Yes, sir. ਉਹਦੇ ਵਿੱਚ ਵੀ ਇਹ ਵਾਲੀ ਰੈਂਡਮ ਵੈਲੋਸਿਟੀ ਹੁੰਦੀ ਹੀ ਹੈ। ਪਰ ਰੈਂਡਮ ਵੈਲੋਸਿਟੀ ਹੁੰਦੀ ਕਿਸ ਤਰ੍ਹਾਂ ਦੀ ਹੈ, ਇਹ ਬੜਾ ਇੰਟਰਸਟਿੰਗ ਸੋਚਣਾ ਹੈ ਕਿ ਬੇਸਿਕਲੀ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਰੈਂਡਮ ਵੈਲੋਸਿਟੀ ਗੱਲ ਕਰਨ ਜਾ ਰਹੇ ਹਾਂ। ਨਾਰਮਲੀ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਨਹੀਂ ਕੀਤਾ, ਆਪਾਂ ਲਿਖਦੇ ਹਾਂ when no electric field is applied, when no electric field is applied, ਠੀਕ ਹੈ, then ਕੀ ਹੁੰਦਾ ਹੈ? then ਹੁੰਦਾ ਕੀ ਹੈ ਕਿ ਜੇ ਤੁਸੀਂ ਕਿਸੇ ਵਾਇਰ ਦੇ ਵਿੱਚ ਬਸ ਆ ਇੱਕ ਵਾਰ ਦੀ ਗੱਲ ਆ ਸਮਝਣ ਦੀ, ਜਿਹਨੇ ਆ ਸਮਝ ਲਿਆ ਫਿਰ ਆਪਾਂ ਐਕਸਪ੍ਰੈਸ਼ਨ ਮੈਥਮੈਟਿਕਲੀ ਯੂਜ਼ ਕਰਾਂਗੇ ਅੱਗੇ, ਤਾਂ ਇਹ ਤਾਂ ਗੱਲ ਸਮਝਣ ਦੀ ਹੈ ਇੱਕ ਵਾਰੀ ਬਸ। ਆ ਵਾਇਰ ਹੈ, ਇਸ ਵਾਇਰ 'ਚ ਮੰਨ ਲਓ ਬਹੁਤ ਸਾਰੇ ਇਲੈਕਟ੍ਰॉन ਨੇ, ਸਾਰੇ ਇਲੈਕਟ੍ਰॉन ਮੋਸ਼ਨ 'ਚ। ਆ ਤਾਂ ਮੈਂ ਇੱਕ ਇਲੈਕਟ੍ਰॉन ਦਿਖਾਇਆ ਨਾ, ਇੱਕ ਇਲੈਕਟ੍ਰॉन ਕੱਲਾ ਮੋਸ਼ਨ 'ਚ ਥੋੜੀ ਹੈ, ਹਨਾ, ਬਾਕੀ ਵੀ ਸਾਰੇ ਮੋਸ਼ਨ 'ਚ ਨੇ ਤੇ ਰੈਂਡਮ ਮੋਸ਼ਨ 'ਚ ਨੇ। ਤਾਂ ਮੰਨ ਲਓ ਆ ਇੱਕ ਇਲੈਕਟ੍ਰॉन ਹੈ, ਇੱਥੋਂ ਉਹ ਇੱਧਰ ਜਾ ਰਿਹਾ ਕਿਸੇ ਮੋਮੈਂਟ ਤੇ ਇੱਥੇ ਕੋਈ ਇਲੈਕਟ੍ਰॉन ਹੈ, ਮੰਨ ਲਓ ਉਹ ਇੱਧਰ ਜਾ ਰਿਹਾ, ਇੱਥੇ ਕੋਈ ਇਲੈਕਟ੍ਰॉन ਹੈ ਉਹ ਨੀਚੇ ਨੂੰ ਜਾ ਰਿਹਾ ਇੱਧਰ, ਇੱਥੇ ਕੋਈ ਇਲੈਕਟ੍ਰॉन ਉੱਪਰ ਨੂੰ ਜਾ ਰਿਹਾ। ਤਾਂ ਇਸ ਤਰ੍ਹਾਂ ਕਰਕੇ ਸਮਝ ਕੇ ਚੱਲੋ ਵੀ ਆ ਇਲੈਕਟ੍ਰॉन ਜਿਹੜੇ ਨੇ ਇੱਧਰੋਂ ਇੱਧਰ ਉੱਧਰ ਇਸ ਤਰ੍ਹਾਂ ਚੱਲ ਰਹੇ ਨੇ। ਰੈਂਡਮ ਇਹਨਾਂ ਦੀ ਉਹ ਹੈ ਵੈਲੋਸਿਟੀਜ਼ ਨੇ, ਇਹ ਸਾਰੀ ਸਮਝ ਲੱਗ ਰਹੀ ਗੱਲ? Yes, sir. ਤਾਂ ਉਹਦੇ 'ਚ ਹੋ ਕੀ ਰਿਹਾ ਵਾ ਕਿ ਜੇ ਮੈਂ ਇਸ ਏਰੀਆ ਆਫ ਕ੍ਰਾਸ ਸੈਕਸ਼ਨ ਦੀ ਗੱਲ ਕਰਾਂ, ਵਾਇਰ ਦੇ ਇਸ ਏਰੀਆ ਆਫ ਕ੍ਰਾਸ ਸੈਕਸ਼ਨ ਦੀ, ਕਿਸੇ ਪਾਰਟਿਕੂਲਰ ਕੋਈ ਡੈਲਟਾ ਟੀ ਟਾਈਮ ਦੇ ਵਿੱਚ, ਤਾਂ ਐਟ ਐਨ ਐਵਰੇਜ ਹੁੰਦਾ ਕਿ ਜਿੰਨੇ ਇਲੈਕਟ੍ਰॉन ਇਸ ਨੂੰ ਕ੍ਰਾਸ ਕਰ ਰਹੇ ਨੇ ਇੱਧਰ ਵਾਸਤੇ ਨੂੰ, ਉਹਨੇ ਇਲੈਕਟ੍ਰॉन ਇੱਧਰੋਂ ਇੱਧਰ ਵੀ ਤਾਂ ਕ੍ਰਾਸ ਕਰ ਰਹੇ ਹੋਣਗੇ ਨਾ, Yes, sir. ਕਿਉਂਕਿ ਇਲੈਕਟ੍ਰਿਕ ਫੀਲਡ ਤਾਂ ਅਪਲਾਈ ਕੀਤਾ ਹੀ ਨਹੀਂ ਹੈ, ਉਹ ਤਾਂ ਰੈਂਡਮਲੀ ਇੱਧਰ ਦਾ ਭੱਜੇ ਫਿਰਦੇ ਨੇ, ਰੈਂਡਮਲੀ, ਹਨਾ। ਹਾਂਜੀ। ਸੋ ਮੋਸਟਲੀ ਇਹੀ ਹੁੰਦਾ। ਹੁਣ ਜਿਵੇਂ ਜਿਹੜੀ ਆਪਾਂ ਹੁਣੀ ਗੱਲ ਕਰ ਰਹੇ ਸੀ ਮੇਲੇ ਦੇ ਵਿੱਚ, ਜੇ ਮੇਲੇ 'ਚ ਮੈਂ ਆ ਇੱਕ ਪਾਰਟਿਕੂਲਰ ਉਹ ਲੈ ਲਵਾਂ, ਇਹ ਸੜਕ ਦਾ ਕੋਈ ਕ੍ਰਾਸ ਸੈਕਸ਼ਨ,
ਤਾਂ ਉੱਥੇ ਕੁਝ ਬੰਦੇ ਮੇਲੇ 'ਚ ਇੱਧਰੋਂ ਇੱਧਰ ਜਾ ਰਹੇ ਨੇ, ਜਿੱਧਰ ਰਾਵਣ ਜਲਾਇਆ ਵਾ, ਇੱਧਰ ਰਾਵਣ ਰੂਵਣ ਦਾ ਪ੍ਰੋਗਰਾਮ ਹੁੰਦਾ ਹੈ, ਇੱਧਰ ਝੂਟੇ ਲੱਗੇ ਹੁੰਦੇ ਆ, ਕੁਝ ਲੱਗੇ ਹੁੰਦੇ ਆ, ਤਾਂ ਐਟ ਐਨ ਐਵਰੇਜ ਬਹੁਤ ਸਾਰੇ ਬੰਦੇ ਇੱਧਰ ਜਾ ਰਹੇ ਨੇ ਤੇ ਉਹਨੇ ਬਹੁਤ ਸਾਰੇ ਬੰਦੇ ਇੱਧਰ ਜਾ ਰਹੇ ਨੇ। ਤਾਂ ਇਸ ਪਾਰਟਿਕੂਲਰ ਕ੍ਰਾਸ ਸੈਕਸ਼ਨ ਦੇ ਵਿੱਚੋਂ ਨੈਟ ਅਮਾਉਂਟ ਆਫ ਪਰਸਨਸ ਲੈਫਟ ਟੂ ਰਾਈਟ ਜਾ ਰਹੇ ਨੇ ਜਾਂ ਰਾਈਟ ਟੂ ਲੈਫਟ ਜਾ ਰਹੇ ਨੇ, ਇਹ ਨਹੀਂ ਦੱਸੀ ਜਾ ਸਕਦੀ ਗੱਲ, ਹਨਾ। Yes, sir. Yes, sir. ਇਸ ਗੱਲ ਦਾ ਮਤਲਬ ਹੈ ਕਿ ਜਦੋਂ ਕੋਈ ਕਾਪਰ ਵਾਇਰ ਹਲੇ ਬਸ ਆਪਣੀ ਰੈਂਡਮ ਵੈਲੋਸਿਟੀ ਕਰਕੇ ਉਹ ਜੇ ਇਲੈਕਟ੍ਰੋਨ ਇੱਧਰ ਉੱਧਰ ਭੱਜ ਰਹੇ ਨੇ, ਪਰ ਇਲੈਕਟ੍ਰਿਕ ਫੀਲਡ ਹਲੇ ਅਪਲਾਈ ਹੀ ਨਹੀਂ ਕੀਤਾ, ਕੋਈ ਮੋਟੀਵੇਸ਼ਨ ਨਹੀਂ ਹੈ ਕਿਸੇ ਪਾਰਟਿਕੂਲਰ ਡਾਇਰੈਕਸ਼ਨ 'ਚ, ਦੈਨ ਉਹ 'ਚ ਇਲੈਕਟ੍ਰੋਨ ਰੈਂਡਮਲੀ 100 ਲੈਫਟ ਟੂ ਰਾਈਟ ਤੇ 100 ਰਾਈਟ ਟੂ ਲੈਫਟ, 1000 ਰਾਈਟ ਟੂ ਲੈਫਟ ਤਾਂ 1000 ਲੈਫਟ ਟੂ ਰਾਈਟ ਆਪਣੇ ਆਪ ਕ੍ਰਾਸ ਕਰਦੇ ਰਹਿੰਦੇ। ਨੈਟ ਚਾਰਜ ਕਿੰਨਾ ਪਾਸ ਹੁੰਦਾ ਹੈ ਹਿਮਾਨੀ? 0. 0। ਇਸ ਲਈ ਨੈਟ ਕਰੰਟ ਕਿੰਨਾ ਹੁੰਦਾ ਹੈ? 0। 0. ਤੇ ਕਿਸੇ ਵੀ ਪਾਰਟਿਕੂਲਰ ਡਾਇਰੈਕਸ਼ਨ 'ਚ ਉਹਦੀ ਕੋਈ ਵੈਲੋਸਿਟੀ ਨਹੀਂ ਆਉਂਦੀ, ਠੀਕ ਹੈ ਚਾਰਜ ਜੀ? Yes, sir. ਹਾਂਜੀ ਗੁਰਾਂਸ਼। ਸਰ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਤੁਸੀਂ ਕਹਿੰਦੇ ਵੀ ਮੋਸ਼ਨ ਦੇ ਵਿੱਚ ਹੋਣਗੇ, ਸਰ ਹਾਂ। ਮੋਸ਼ਨ ਚ ਹੋਣਗੇ ਕਾ ਤੋਂ ਮਤਲਬ ਰੀਜ਼ਨ ਕੀ ਹੈ ਮੋਸ਼ਨ ਚ ਹੋਣ ਦਾ ਇਹਨਾਂ ਦਾ? ਮੰਨ ਲਓ ਹੁਣ ਅਗਰ ਨੈਗੇਟਿਵ ਚਾਰਜ ਹੈ ਇਹਨਾਂ ਨਾਲ ਤਾਂ ਪੋਜ਼ਿਟਿਵ ਵੀ ਪਏ ਆ, ਉਹ ਪੋਜ਼ਿਟਿਵ ਨਾਲ ਮਤਲਬ ਇਹ ਰਹਿਣਗੇ ਅਟਰੈਕਸ਼ਨ ਦੇ ਵਿੱਚ, ਤਾਂ ਸਟੇਬਲ ਸਟੇਟ ਚ ਹੋਣੇ ਚਾਹੀਦੇ ਆ। ਫੇਰ ਉਹੀ ਗੱਲ ਆਈ ਤਾਂ ਗੱਲ ਆਪਾਂ ਕਰ ਰਹੇ ਸੀ ਨਾ, ਜੇ ਇਹ ਪੋਜ਼ਿਟਿਵ ਨਾਲ ਰਹਿੰਦੇ ਤਾਂ ਨੇ ਪਰ ਨਾਨ ਮੈਟਲ 'ਚ ਰਹਿੰਦੇ ਨੇ ਨਾ। ਨਾਨ ਮੈਟਲ 'ਚ ਪੋਜ਼ਿਟਿਵ ਨਾਲ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦਾ ਹੈ, ਮੈਟਲ 'ਚ ਘੱਟ ਹੁੰਦਾ ਹੈ, ਘੱਟ ਤੇ ਜ਼ਿਆਦਾ ਦੀ ਗੱਲ ਹੈ ਬਸ। ਇਸ ਲਈ ਜਿਹੜੇ ਇਲੈਕਟ੍ਰੋਨ ਨੇ ਇਹ ਇੱਧਰ ਉੱਧਰ ਸ਼ਿਫਟ ਕਰਦੇ ਰਹਿੰਦੇ ਨੇ। ਮੰਨ ਲਓ ਇੱਧਰੋਂ ਉੱਧਰ ਚਲਾ ਗਿਆ, ਨਾਲ ਦੇ ਗੁਆਂਢੀ ਕੋਲ, ਗੁਆਂਢੀ ਵਾਲਾ ਇੱਧਰ ਆ ਗਿਆ, ਓਕੇ ਸਮਝ ਸਰ। ਲੱਗੀ ਗੱਲ? ਹਾਂਜੀ ਸਰ। ਨਾਲ ਜਰਾ ਇੰਨੀ ਕੀ ਗੱਲ ਆ, ਹੋਰ ਤਾਂ ਕੋਈ ਗੱਲ ਨਹੀਂ ਹੈ। ਓਕੇ ਸਰ, ਠੀਕ ਹੈ। ਮਤਲਬ ਸਰ, ਕਿਉਂਕਿ ਜਿੱਦਾਂ- ਇਲੈਕਟ੍ਰੋਨ ਦਾ ਅਟਰੈਕਸ਼ਨ ਬਹੁਤ ਘੱਟ ਆ ਨਾ, ਇਸ ਲਈ ਉਹ ਇੱਧਰ ਉੱਧਰ ਰੈਂਡਮਲੀ ਆਉਂਦਾ ਜਾਂਦਾ ਰਹਿੰਦਾ ਆ। ਹੁਣ ਮੇਰੀ ਤੇ ਮੇਰੇ ਦੋਸਤ ਦੀ ਸ਼ਕਲ ਮਿਲਦੀ ਹੁੰਦੀ ਆ ਕਾਫੀ, ਮੰਨ ਲਓ ਜੇ ਮਿਲਦੀ ਹੁੰਦੀ ਬਿਲਕੁਲ ਸੇਮ ਅਲਾਈਕ ਹੁੰਦੇ ਜਿਵੇਂ ਇਲੈਕਟ੍ਰੋਨਸ ਦੀ ਆ, ਤੇ ਕਦੀ ਮੈਂ ਜਾ ਕੇ ਉਹਦੇ ਘਰੇ ਸੋ ਜਾਣਾ ਸੀ, ਉਹਨੇ ਮੇਰੇ ਘਰੇ ਆ ਕੇ ਸੋ ਜਾਣਾ ਸੀ, ਮੇਰੇ ਘਰਦਿਆਂ ਨੂੰ ਪਤਾ ਨਹੀਂ ਲੱਗਣਾ ਸਾਡਾ ਬੱਚਾ ਬਦਲ ਚੁੱਕਿਆ ਹੈ, ਹਨਾ। ਹਾਂਜੀ ਸਰ। ਬਸ ਏਦਾਂ ਹੀ ਆ, ਇਲੈਕਟ੍ਰੋਨ ਤਾਂ ਸਾਰੇ ਇੱਕੋ ਵਰਗੇ ਨੇ, ਇਸ ਲਈ ਕਿਸੇ ਦਾ ਕਿੱਧਰ ਗਿਆ ਉਧਰ ਗਿਆ, ਉਹਦਾ ਉਧਰ ਗਿਆ, ਪਤਾ ਹੀ ਨਹੀਂ ਲੱਗਦਾ, ਕੁਝ ਵਿਚਾਰੇ ਇੱਧਰ ਉੱਧਰ ਭੱਜੇ ਫਿਰਦੇ ਨੇ। ਤੇ ਜਿੰਨੀ ਜ਼ਿਆਦਾ ਤੂੰ ਟੈਂਪਰੇਚਰ ਜੇ ਤਾਰ ਨੂੰ ਗਰਮ ਕਰੇਗਾ ਤਾਂ ਰੈਂਡਮ ਮੋਸ਼ਨ ਉਹਨਾਂ ਦਾ ਤੇਜ਼ ਹੋ ਜਾਂਦਾ ਹੈ। ਕਲੀਅਰ? ਹਾਂਜੀ ਸਰ। ਸਮਝ ਲੱਗੀ ਗੱਲ? ਹਾਂਜੀ ਹਾਂਜੀ ਸਰ, ਜਿੱਦਾਂ ਹੁਣ ਡ੍ਰਿਫਟ ਵੈਲੋਸਿਟੀ ਦੀ ਗੱਲ ਕੀਤੀ ਤੁਸੀਂ, ਜਿੱਦਾਂ ਇਲੈਕਟ੍ਰੋਨ ਆ ਉਹ ਏਦਾਂ ਵਿੱਚੋਂ ਘੁੰਮ ਘੁਮਾ ਕੇ ਜਾਏਗਾ, ਸਿੱਧਾ ਨਹੀਂ ਜਾਏਗਾ। ਹਾਂ ਹਾਂ ਹੁਣ ਸਰ ਜਿੱਦਾਂ ਘੁੰਮ ਕੇ ਜਾਏਗਾ, ਹੁਣ ਮੰਨ ਲਓ ਇੱਕ ਪੁਆਇੰਟ ਤੋਂ ਘੁੰਮਦਾ ਪਿਆ, ਤਾਂ ਉਹਦੇ ਵਿੱਚ ਤਾਂ ਵੈਲੋਸਿਟੀ ਆ, ਉਹ ਘੁੰਮੇਗਾ ਕਾਹਤੋਂ? ਮਤਲਬ ਉਹ ਡਾਇਰੈਕਸ਼ਨ ਚੇਂਜ ਤਾਂ ਉੱਥੇ ਐਕਸਲਰੇਸ਼ਨ ਆਣੀ ਚਾਹੀਦੀ, ਐਕਸਲਰੇਸ਼ਨ ਵਾਸਤੇ ਕੋਈ ਫੋਰਸ ਚਾਹੀਦਾ। ਇਹ ਤਾਂ ਫੋਰਸ ਕਿੱਥੋਂ? ਹਾਂ ਬਿਲਕੁਲ ਬਿਲਕੁਲ ਫੋਰਸ ਚਾਹੀਦਾ। ਹੁਣ ਜਿਹੜਾ ਇਲੈਕਟ੍ਰੋਨ ਆ ਉਹਨੂੰ ਦੇਖਣਾ, ਕਦੀ ਆਹ ਵਾਲੇ ਨਿਊਕਲੀਅਸ ਦਾ ਅਟਰੈਕਸ਼ਨ ਜ਼ਿਆਦਾ ਲੱਗਿਆ, ਕਦੀ ਇਹਦਾ ਜ਼ਿਆਦਾ ਲੱਗਿਆ, ਕਦੀ ਇਹਦਾ ਜਾ ਕਿਸੇ ਕਦੇ ਇਹਦੇ ਨੇੜੇ ਹੋ ਗਿਆ, ਕਦੇ ਇਹਦੇ ਨੇੜੇ ਹੋ ਗਿਆ, ਆਹ ਸਭ ਤਾਂ ਚੱਲਦਾ ਰਹੇਗਾ ਨਾ ਅੰਦਰ। ਹਾਂਜੀ। ਪਰ ਉਹਦੀ ਕਿਸੇ ਪਾਰਟਿਕੂਲਰ ਡਾਇਰੈਕਸ਼ਨ 'ਚ ਕੋਈ ਖਾਸ ਮੋਟੀਵੇਸ਼ਨ ਨਹੀਂ ਹੈ, ਚਾਰੇ ਪਾਸੇ ਲਗਭਗ ਸਿਮਿਲਰ ਜਿਹਾ ਮਾਹੌਲ ਹੈ, ਉਹਦੇ ਵਿੱਚ ਕੀ ਇਲੈਕਟ੍ਰੋਨ ਉਧਰੋਂ ਵੀ ਆ ਰਹੇ ਨੇ, ਬਾਕੀ ਸਾਰੇ ਵੀ ਮੋਸ਼ਨ 'ਚ ਨੇ ਨਾ। ਹਾਂਜੀ ਸਰ, ਫਿਰ ਮੋਸ਼ਨ ਦੇ ਵਿੱਚ ਤਾਂ ਸਿੱਧੇ ਜਾਣਾ ਚਾਹੀਦਾ, ਫਿਰ ਮੁੜਦਾ ਦੇਖਣਾ ਆ ਦੇਖ, ਹੁਣ ਆ ਨਿਊਕਲੀਅਸ ਦਾ ਇੱਕ ਮੰਨ ਲਓ ਇੱਕ ਕਰਨਲ ਹੈ, ਇੱਕ ਆ ਕਰਨਲ ਹੈ। ਹੁਣ ਇਲੈਕਟ੍ਰੋਨ ਇੱਥੇ ਹੋਏਗਾ ਜ਼ਰੂਰੀ ਤਾਂ ਨਹੀਂ ਹੈ, ਇੱਥੇ ਵੀ ਤਾਂ ਹੋ ਸਕਦਾ ਨਾ ਇਲੈਕਟ੍ਰੋਨ ਇਹਦਾ। ਹਾਂਜੀ। ਤੇ ਇਹਦਾ ਇਲੈਕਟ੍ਰੋਨ ਕੀ ਪਤਾ ਇੱਥੇ ਹੋਵੇ ਜਾਂ ਕਿਸੇ ਟਾਈਮ ਤੇ ਇੱਥੇ ਆ ਜਾਵੇ, ਇਲੈਕਟ੍ਰੋਨ ਚ ਰਿਪਲਸ਼ਨ ਵੀ ਹੋ ਜਾਵੇ, ਹਨਾ। ਹਾਂਜੀ। ਕੁਝ ਵੀ ਹੋਏਗਾ ਨਾ ਇਸ ਤਰ੍ਹਾਂ ਦਾ, ਰੈਂਡਮ ਹੈ ਨਾ ਸਾਰਾ ਕੁਝ, ਤਾਂ ਹੀ ਤਾਂ ਰੈਂਡਮ ਹੈ। ਮੈਂ ਕੁਝ ਸਪੈਸ਼ਲ ਤਾਂ ਨਹੀਂ ਕਹਿ ਰਿਹਾ, ਮੈਂ ਤਾਂ ਰੈਂਡਮ ਕਹਿ ਰਿਹਾ, ਰੈਂਡਮ ਹੈ ਸਾਰਾ ਕੁਝ। ਰੈਂਡਮ ਮੋਸ਼ਨ ਹੈ, ਰੈਂਡਮ ਫੋਰਸਿਸ ਦੇ ਨਾਲ ਉਹਨੂੰ ਡੀਲ ਕਰਨਾ ਪੈ ਰਿਹਾ, ਰੈਂਡਮਲੀ ਹੋ ਰਿਹਾ ਸਾਰਾ ਕੁਝ। ਠੀਕ ਹੈ ਸਰ। ਸਰ ਪਰ ਹੁਣ ਆਪਾਂ ਇਹਨੂੰ ਕੀ ਕਰਦੇ ਆ, ਆਪਾਂ ਮੈਟਲ ਦੇ ਵਿੱਚ ਜਾਂ ਕੰਡਕਟਰ 'ਚ ਇਹਨੂੰ ਐ ਸੋਚ ਕੇ ਚੱਲਦੇ ਆ ਵੀ ਜਿੰਨੇ ਇਲੈਕਟ੍ਰੋਨ ਕਿਸੇ ਪਾਰਟਿਕੂਲਰ ਏਰੀਆ ਆਫ ਕ੍ਰਾਸ ਸੈਕਸ਼ਨ ਨੂੰ ਲੈਫਟ ਟੂ ਰਾਈਟ ਕ੍ਰਾਸ ਕਰਨਗੇ, ਉਹਨੇ ਰਾਈਟ ਟੂ ਲੈਫਟ ਵੀ ਕ੍ਰਾਸ ਕਰ ਜਾਣਗੇ, ਤਾਂ ਨੈਟ ਚਾਰਜ ਜਿਹੜਾ ਹੈ ਨਾ ਇੱਧਰ ਗਿਆ ਨਾ ਉੱਧਰ ਗਿਆ, ਆ ਕਹਿ ਰਹੇ। ਠੀਕ ਹੈ ਸਰ। ਸਰ ਹੁਣ ਜਿੱਦਾਂ ਇਲੈਕਟ੍ਰੋਨ ਆ, ਮੰਨ ਲਓ ਇੱਕ ਸਾਈਡ ਤੋਂ ਚੱਲ ਪਿਆ, ਉਹਨੇ ਦੂਜੀ ਸਾਈਡ ਤੱਕ ਜਾਣਾ ਆ। ਹੁਣ ਸਰ ਇਲੈਕਟ੍ਰੋਨ ਵਿੱਚ ਮਤਲਬ ਕੋਈ ਦੂਜੇ ਇਲੈਕਟ੍ਰੋਨ ਨਾਲ ਟਕਰਾ ਗਿਆ, ਕੋਲੀਜਨ ਹੋਈ, ਤਾਂ ਮਾਸ ਤਾਂ ਸਾਰਾ ਸੇਮ, ਤਾਂ ਉਹ ਇਲੈਕਟ੍ਰੋਨ ਆਪਣਾ ਪੂਰਾ ਟ੍ਰਾਂਸਫਰ ਕਰ ਦੇਗਾ ਵੈਲੋਸਿਟੀ ਉਹਨੂੰ, ਨਾਲੇ ਉਹ ਵਧੇਗਾ। ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਦੋਨਾਂ ਦੀ ਕੋਈ ਨਾ ਕੋਈ ਵੈਲੋਸਿਟੀ ਹੋਏਗੀ ਨਾ, ਦੋਨੋਂ ਇਲੈਕਟ੍ਰੋਨ ਦੀ ਵੈਲੋਸਿਟੀ ਅਲੱਗ-ਅਲੱਗ ਹੋਏਗੀ ਨਾ ਕਿਸੇ ਪਾਰਟਿਕੂਲਰ ਨਾਲ, ਜ਼ਰੂਰੀ ਨਹੀਂ ਕਿ ਸੇਮ ਹੀ ਹੋਵੇ, ਕਿਉਂਕਿ ਕੀ ਪਤਾ ਕੌਣ ਕਿੱਥੋਂ ਕਿਹੜੇ ਕੋਲੀਜਨ ਤੋਂ ਕਿੰਨੀ ਦੇਰ ਬਾਅਦ ਆਏ, ਰੈਂਡਮ ਹੈ ਸਾਰਾ ਕੁਝ। ਜਿਵੇਂ ਦੇਖ ਆ ਮੰਨ ਲਾ ਇਲੈਕਟ੍ਰੋਨ ਆ, ਠੀਕ ਹੈ, ਇੱਥੋਂ ਚੱਲਿਆ ਤੇ ਸਿੱਧਾ ਜਾ ਰਿਹਾ, ਕੋਈ ਸੁੱਖੀ ਸੰਦੀ ਜਾ ਰਿਹਾ, ਸਭ ਕੁਝ ਠੀਕ ਹੈ, ਇੱਥੇ ਆ ਕੋਲੀਜਨ ਹੋ ਗਿਆ ਤਾਂ ਕਿਸੇ ਹੋਰ ਇਲੈਕਟ੍ਰੋਨ ਦੇ ਨਾਲ, ਮੰਨ ਲਾ, ਠੀਕ ਹੈ। ਤੇ ਇੱਥੇ ਕੋਲੀਜਨ ਜ਼ਰੂਰ ਨਹੀਂ ਕਿ ਟੱਚ ਹੋ ਕੇ ਹੋਵੇ, ਯਾਨੀ ਹੋ ਸਕਦਾ ਕਿ ਇਲੈਕਟ੍ਰੋਨ ਤੇ ਇਲੈਕਟ੍ਰੋਨ ਦੀ ਰਿਪਲਸ਼ਨ ਦੇ ਕਰਕੇ ਉਹ ਦੂਰੋਂ ਹੀ ਕੋਲੀਜਨ ਮੰਨਿਆ ਜਾਊਗਾ ਨਾ, ਇੰਟਰੈਕਟ ਕਰਕੇ ਉਹ ਦੋਨੋਂ ਆਪਸ। ਹੁਣ ਆ ਇਲੈਕਟ੍ਰੋਨ ਜਿਹੜਾ ਇਧਰੋਂ ਇੱਧਰ ਗਿਆ ਨਾ, ਇਧਰੋਂ ਟੱਕਰ ਖਾ ਕੇ ਇਧਰੋਂ ਇੱਧਰ ਥੱਲੇ ਨੂੰ ਆਇਆ ਕਿਸੇ ਪਾਰਟਿਕੂਲਰ ਐਂਗਲ ਤੇ, ਹਨਾ, ਇੱਥੇ ਆਇਆ, ਇੱਥੇ ਆ ਕੇ ਫਿਰ ਟੱਕਰ ਹੋ ਗਈ ਜੀ, ਜਲਦੀ ਹੋ ਗਈ ਇਸ ਵਾਰ। ਪਹਿਲੀ ਵਾਰ ਤਾਂ ਦੇਖ ਲੈ ਕਾਫੀ ਦੂਰ ਤੱਕ ਆ ਗਿਆ, ਸਮਝ ਲੈ। ਹੁਣ ਇੱਥੇ ਟੱਕਰ ਹੋ ਗਈ, ਇੱਥੇ ਟੱਕਰ ਖਾ ਕੇ ਇਹ ਮੁੜ ਕੇ ਇੱਧਰ ਚਲਾ ਗਿਆ,
ਤੇ ਇੱਥੇ ਟੱਕਰ ਖਾ ਕੇ ਫਿਰ ਇਹ ਇੱਧਰ ਚਲਾ ਗਿਆ, ਇੱਥੇ ਟੱਕਰ ਖਾ ਕੇ ਫਿਰ ਇੱਧਰ ਚਲਾ ਗਿਆ, ਇੱਥੇ ਟੱਕਰ ਖਾ ਕੇ ਇੱਧਰ ਚਲਾ ਗਿਆ। ਸਮਝ ਲੱਗ ਰਹੀ ਗੱਲ? ਹਾਂਜੀ ਇਹ ਸਭ Yes, sir. ਰੈਂਡਮ ਹੈ। ਤੇ ਇਸ ਤਰ੍ਹਾਂ ਹੀ ਜਿਹਦੇ ਨਾਲ ਇਹ ਟੱਕਰ ਖਾ ਰਿਹਾ ਸੀ ਉਹਨਾਂ ਦੇ ਲਈ ਵੀ ਆਹੀ ਕਹਾਣੀ ਹੈ ਵਿਚਾਰਿਆਂ ਦੀ। ਠੀਕ ਠੀਕ ਹੈ, ਹੈ ਸਰ। ਉਹਨਾਂ ਦੀ ਵੀ ਇਹੀ ਕਹਾਣੀ ਹੈ। ਤੇ ਥਰਮਲ ਵੈਲੋਸਿਟੀ ਜਿਹੜੀ ਆ ਉਹ ਇਹਦੀ ਇੱਥੇ ਜਾਂ ਇੱਥੇ ਇਸ ਦੌਰਾਨ ਜਿਹੜੀ ਹੈ ਉਹ ਲਗਭਗ ਥਰਮਲ ਵੈਲੋਸਿਟੀ ਜਿਹੜੀ ਐਵਰੇਜ ਥਰਮਲ ਵੈਲੋਸਿਟੀ ਉਹ ਡਿਪੈਂਡ ਕਰਦੀ ਹੈ ਕਿੰਨਾ ਟੈਂਪਰੇਚਰ ਹੈ। ਠੀਕ ਹੈ ਸਰ। ਤੇ ਜਦੋਂ ਆਹ ਵਾਲਾ ਪਾਥ ਨਾ ਇੱਥੋਂ ਲੈ ਕੇ ਇੱਥੇ ਤੱਕ ਜਦੋਂ ਇਹ ਗਿਆ, ਜਦੋਂ ਪਹਿਲਾ ਕੋਲਿਜਨ ਇਹਦਾ ਇੱਥੇ ਹੋਇਆ ਨਾ, ਦੂਜਾ ਹਾਂਜੀ। ਕੋਲਿਜਨ ਇਹਦਾ ਇੱਥੇ ਹੋਇਆ, ਤੀਜਾ ਕੋਲਿਜਨ ਇਹਦਾ ਇੱਥੇ ਹੋਇਆ, ਚੌਥਾ ਕੋਲਿਜਨ ਇਹਦਾ ਇੱਥੇ ਹੋਇਆ, ਪੰਜਵਾਂ ਕੋਲਿਜਨ ਇਹਦਾ ਇੱਥੇ ਹੋਇਆ ਤੇ ਛੇਵਾਂ ਕੋਲਿਜਨ ਮੰਨ ਲਓ ਇੱਥੇ ਹੋ ਰਿਹਾ, ਇੱਥੇ ਹੋਣਾ ਹੈ। ਤਾਂ ਬੇਸਿਕਲੀ ਆਪਾਂ ਇੱਥੇ ਇੱਕ ਟਰਮ ਡਿਫਾਈਨ ਕਰਦੇ ਹਾਂ। ਚੰਗਾ ਹੈ ਤੂੰ ਇੱਕ ਸਵਾਲ ਪੁੱਛ ਲਿਆ, ਆਪਾਂ ਹੁਣੇ ਡਿਫਾਈਨ ਕਰ ਰਹੇ ਹਾਂ। ਉਹਨੂੰ ਕਹਿੰਦੇ ਰਿਲੈਕਸੇਸ਼ਨ ਟਾਈਮ। ਰਿਲੈਕਸੇਸ਼ਨ ਟਾਈਮ ਇਹਨੂੰ ਕੀ ਕਹਿੰਦੇ ਆ? ਇਟ ਇਜ਼ ਦਾ ਟਾਈਮ between या time interval between any two successive collisions of free electron, ठीक है, is called relaxation time। समझ लगी गल? Yes, sir. ਜਿਵੇਂ ਕਿ ਆਪਾਂ ਗੈਸਿਸ ਦੇ ਵਿੱਚ ਫ੍ਰੀ ਪਾਥ ਕੀਤਾ ਸੀ, ਹਨਾ, ਹਾਂਜੀ ਕਿ ਉਹ ਚ ਸੀਗਾ ਦਾ ਡਿਸਟੈਂਸ ਕਵਰਡ ਬਿਟਵੀਨ ਦਾ ਟੂ ਸਕਸੈਸਿਵ ਕੋਲਿਜਨ ਜੋ ਕਿ ਸਟ੍ਰੇਟ ਲਾਈਨ ਹੁੰਦਾ ਹੈ। ਤੇ ਬਿਟਵੀਨ ਡਿਊਰਿੰਗ ਰਿਲੈਕਸੇਸ਼ਨ ਟਾਈਮ ਜਿਹੜਾ ਆਪਣਾ ਪਾਥ ਹੁੰਦਾ ਇਲੈਕਟ੍ਰੋਨ ਦਾ ਉਹ ਸਟ੍ਰੇਟ ਲਾਈਨ ਹੁੰਦਾ ਹੈ, ਪਰ ਫਿਰ ਕੋਲਿਜਨ ਤੋਂ ਬਾਅਦ ਫਿਰ ਵੱਖਰਾ। ਅੱਛਾ, ਹੁਣ ਰਿਲੈਕਸੇਸ਼ਨ ਟਾਈਮ ਵੀ ਸੇਮ ਨਹੀਂ ਨਾ ਹੋਣਗੇ। ਇੱਥੇ ਰਿਲੈਕਸੇਸ਼ਨ ਟਾਈਮ ਪਹਿਲੇ ਲਈ ਹੋਏਗਾ τ1 ਮੰਨ ਲਓ, ਦੂਜੇ ਲਈ τ2 ਹੋਏਗਾ ਨਾ ਕੋਈ, ਹਾਂਜੀ yes sir ਤੀਜੇ ਲਈ τ3। ਤੋਂ ਆ ਰਿਲੈਕਸੇਸ਼ਨ ਟਾਈਮ ਵੱਖਰੇ ਵੱਖਰੇ ਹੋਣਗੇ ਫॉर ਐਨੀ ਟੂ ਸਕਸੈਸਿਵ ਕੋਲਿਜਨ, ਅਲੱਗ-ਅਲੱਗ ਹੋਣਗੇ। ਆਪਾਂ ਫਿਰ ਕੀ ਕਰਦੇ ਆ? ਆਪਾਂ ਗੱਲ ਕਰਦੇ ਆ ਐਵਰੇਜ ਰਿਲੈਕਸੇਸ਼ਨ ਟਾਈਮ ਦੀ। ਐਵਰੇਜ ਰਿਲੈਕਸੇਸ਼ਨ ਟਾਈਮ, ਤੇ ਐਵਰੇਜ ਰਿਲੈਕਸੇਸ਼ਨ ਟਾਈਮ ਆਪਾਂ ਡਿਫਾਈਨ ਕਰਦੇ ਆ ਵੀ ਪਹਿਲੇ ਰਿਲੈਕਸੇਸ਼ਨ ਟਾਈਮ, ਦੂਜੇ ਇਲੈਕਟ੍ਰੋਨ ਦਾ ਰਿਲੈਕਸੇਸ਼ਨ ਟਾਈਮ, ਕਿਸੇ ਪਾਰਟਿਕੂਲਰ ਟਾਈਮ ਤੇ ਤੁਸੀਂ ਸਾਰੇ ਇਲੈਕਟ੍ਰੋਨਸ ਹੀ ਲੈ ਲਓ ਤੇ ਬਟਾ n ਕਰ ਦੋ, ਤੇ ਇਹਨੂੰ ਕਹਿੰਦੇ ਨੇ ਐਵਰੇਜ ਰਿਲੈਕਸੇਸ਼ਨ ਟਾਈਮ। ਟॉ ਜਾਂ ਟॉ ਐਵਰੇਜ ਜਾਂ ਟॉ ਹੀ ਬੋਲਦੇ ਨੇ ਆਪਾਂ, where n is the number of electrons, ਜਿੰਨੇ ਵੀ ਇਲੈਕਟ੍ਰੋਨਸ ਨੇ ਆਪਾਂ ਸਾਰਿਆਂ ਨੂੰ ਹੀ ਲੈ ਲਿਆ। ਮੰਨ ਲਓ ਸਾਰਿਆਂ ਦਾ ਕਿਸੇ ਪਾਰਟਿਕੂਲਰ ਟਾਈਮ ਤੇ ਅਲੱਗ-ਅਲੱਗ, ਜਿਵੇਂ ਦੇਖੋ ਇੱਕ ਇਲੈਕਟ੍ਰੋਨ ਦਾ ਰਿਲੈਕਸੇਸ਼ਨ ਟਾਈਮ ਹਰ ਕੋਲਿਜਨ ਦੇ ਬਾਅਦ ਵੱਖਰਾ ਹੋਏਗਾ ਨਾ, yes sir ਜਾਂ ਤੁਸੀਂ ਇਹ ਮੰਨ ਲਓ ਕਿ ਜਿੰਨੇ ਵੀ ਇਲੈਕਟ੍ਰੋਨਸ ਹੈਗੇ ਨੇ ਉਹਨਾਂ ਦਾ ਉਸੇ ਮੋਮੈਂਟ ਤੇ ਰਿਲੈਕਸੇਸ਼ਨ ਟਾਈਮ ਵੱਖਰਾ ਹੋਏਗਾ, ਆ ਵੀ ਵੱਖਰਾ ਹੀ ਹੋਏਗਾ, ਹਨਾ। yes sir ਤਾਂ ਆਪਾਂ ਇਹਨੂੰ ਐ ਸਮਝਦੇ ਹਾਂ। ਹੁਣ ਰਿਲੈਕਸੇਸ਼ਨ ਟਾਈਮ ਤੁਹਾਨੂੰ ਸਮਝ ਲੱਗ ਗਿਆ, ਡ੍ਰਿਫਟ ਦਾ ਤੁਹਾਨੂੰ ਮਤਲਬ ਸਮਝ ਲੱਗ ਗਿਆ। ਹੁਣ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਜੇ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ ਤਾਂ ਕੀ ਹੁੰਦਾ, ਫਰਕ ਕੀ ਹੁੰਦਾ। ਹਾਂਜੀ ਹਾਂਜੀ ਸਰ, ਪਿਛਲੇ ਤੋਂ ਡਾਊਟ ਸੀ ਹਲੇ ਇੱਕ ਦਾ ਸਰ। ਹੁਣ ਮੰਨ ਲਓ ਜਿੱਦਾਂ ਇਲੈਕਟ੍ਰੋਨ ਕੋਲੀਜਨ ਹੁੰਦੀ ਪਈ ਹੈ ਇਲੈਕਟ੍ਰੋਨਸ ਦੇ ਵਿੱਚ ਦੋ ਪਾਥ ਦੇ ਵਿਚਕਾਰ। ਹੁਣ ਸਰ ਜਿੱਦਾਂ ਮੰਨ ਲਓ ਕਿ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਜਾਣਾ, ਉਹ ਸੇਮ ਵੈਲੋਸਿਟੀ ਨਾਲ ਹੀ ਨਿਕਲੇਗਾ ਬਾਹਰ ਜਾਂ ਵੈਲੋਸਿਟੀ ਵਿੱਚ ਚੇਂਜ ਆਏਗਾ? ਆਪਾਂ ਦੇਖਦੇ ਹਾਂ ਨਾ, ਆਪਾਂ ਆਹੀ ਗੱਲ ਕਰ ਰਹੇ ਹਾਂ। ਮੇਰੀ ਗੱਲ ਪੂਰੀ ਸੁਣੇਗਾ ਤੈਨੂੰ ਸਾਰੀ ਗੱਲ ਸਮਝ ਲੱਗੂਗੀ। ਹਾਂਜੀ ਜਿਵੇਂ ਦੇਖ, ਮੈਂ ਪਹਿਲਾਂ ਇੱਕ ਇਲੈਕਟ੍ਰੋਨ ਦੀ ਜੇ ਮੈਂ ਗੱਲ ਕਰਾਂ, ਇੱਕ ਇਲੈਕਟ੍ਰੋਨ ਬੇਸਿਕਲੀ ਮੰਨ ਲਓ ਇੱਧਰ ਗਿਆ, ਫਿਰ 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 ਨੀਚੇ ਗਿਆ, ਫਿਰ ਇੱਧਰ ਗਿਆ, ਫਿਰ ਇੱਧਰ ਗਿਆ, ਐ ਕਰੀ ਜਾ ਰਿਹਾ ਹੈ। ਸਮਝ ਲੱਗ ਰਹੀ ਗੱਲ? ਹਾਂਜੀ ਇਹ ਨਹੀਂ ਬਹੁਤਾ ਕੋਈ ਸਫ਼ਰ ਤੈਅ ਨਹੀਂ ਕਰ ਰਿਹਾ, ਹਨਾ, ਇੱਕ ਹੀ ਜਗ੍ਹਾ ਤੇ ਮੁੜ ਕੁੜ ਕੇ ਹੈਗਾ ਇਹ। ਸਮਝ ਲੱਗੀ ਗੱਲ? ਹਾਂਜੀ ਇਹ ਕਿਉਂਕਿ ਇਹ ਕੋਈ ਮੋਟੀਵੇਸ਼ਨ ਨਹੀਂ ਹੈਗੀ। ਸੋ ਇਸ ਗੱਲ ਨੂੰ ਸਮਝੋ ਕਿ ਪਹਿਲੀ ਗੱਲ ਤਾਂ ਇਹ ਕਿ ਜਦੋਂ ਇਲੈਕਟ੍ਰੋਨ ਇੱਕ ਇਲੈਕਟ੍ਰੋਨ ਦੀ ਗੱਲ ਕਰਾਂ ਮੈਂ, ਇੱਕ ਇਲੈਕਟ੍ਰੋਨ ਦੇ ਮੋਸ਼ਨ ਦੀ ਗੱਲ ਕਰਾਂ ਮੈਂ, ਤਾਂ ਉਸ ਇਲੈਕਟ੍ਰੋਨ ਨੂੰ ਅਗਰ ਤਾਂ ਤੁਸੀਂ ਕਹਿ ਰਹੇ ਹੋ ਕਿ ਨੋ ਇਲੈਕਟ੍ਰਿਕ ਫੀਲਡ ਇਜ਼ ਅਪਲਾਈਡ, ਇਹਨੇ ਕੋਈ ਇਲੈਕਟ੍ਰਿਕ ਫੀਲਡ ਤਾਂ ਅਪਲਾਈ ਕੀਤਾ ਨਹੀਂਗਾ ਤੂੰ, ਕੋਈ ਹਨਾ ਬੈਟਰੀ ਬੂਟਰੀ ਤਾਂ ਕੋਈ ਲਾਈ ਨਹੀਂਗੀ, ਤਾਂ ਇਹਦਾ ਮੋਸ਼ਨ ਕਿਦਾਂ ਦਾ ਹੋਏਗਾ? ਇਹਦਾ ਮੋਸ਼ਨ ਸਮਝਣ ਵਾਲੀ ਗੱਲ ਹੈ, ਇਦਾਂ ਦਾ ਹੋਏਗਾ, ਇੱਧਰ, ਇਹ ਤੋਂ ਫਿਰ ਇੱਧਰ, ਹੋ ਸਕਦਾ ਇੱਧਰੋਂ ਇੱਧਰ ਆ ਜਾਵੇ, ਉਸ ਮੂਮੈਂਟ ਤੇ ਇੱਧਰ ਆ ਜਾਵੇ, ਫਿਰ ਇੱਧਰ ਚਲ ਜਾਵੇ, ਫਿਰ ਇੱਧਰ ਚਲ ਜਾਵੇ, ਫਿਰ ਇੱਧਰ ਚਲ ਜਾਵੇ, ਫਿਰ ਇੱਧਰ ਚਲ ਜਾਵੇ। ਸਮਝ ਲੱਗ ਰਹੀ ਗੱਲ? ਇਹ ਮੁੜ ਕੁੜ ਕੇ ਉੱਥੇ ਹੀ ਆ, ਕਿਉਂਕਿ ਇਲੈਕਟ੍ਰਿਕ ਫੀਲਡ ਤਾਂ ਕਿਸੇ ਪਾਸੇ ਨੂੰ ਅਪਲਾਈ ਹੋ ਨਹੀਂ ਰਿਹਾ, ਤਾਂ ਰੈਂਡਮਲੀ ਚਾਰੇ ਪਾਸੇ ਸਿਚੁਏਸ਼ਨ ਇਦਾਂ ਦੀ ਆ। ਇਹ ਕੋਲਿਜਨ ਤਾਂ ਹੋ ਰਹੇ ਨੇ ਥਰਮਲ ਐਜੀਟੇਸ਼ਨ ਦੇ ਕਰਕੇ ਵੀ, ਆਪਣੀ
ਔਰ ਨੇੜੇ ਤੇੜੇ ਹੀ ਰਹਿੰਦਾ ਹੈ ਲਗਭਗ, ਸਮਝ ਲੱਗੀ ਗੱਲ? ਹਾਂਜੀ ਸਰ। ਕਲੀਅਰ? ਤੇ ਜੇ ਜਾਂਦਾ ਵੀ ਹੈ ਤੇ ਮੰਨ ਲਓ ਇਲੈਕਟ੍ਰੋਨ ਜੇ ਜਾਂਦਾ ਵੀ ਥੋੜਾ ਬਹੁਤਾ, ਜਿਵੇਂ ਮੰਨ ਲਓ ਐ ਕਰਕੇ ਇੱਧਰ ਚਲਾ ਗਿਆ, ਇੱਧਰ ਆ ਗਿਆ, ਇੱਧਰ ਆ ਗਿਆ, ਇੱਧਰ ਆ ਗਿਆ, ਹਨਾ, ਇੱਧਰ ਆ ਗਿਆ, ਐ ਕਰਕੇ ਜਿਵੇਂ ਹੋ ਸਕਦਾ ਇੱਧਰ ਨੂੰ ਚਲ ਗਿਆ, ਇੱਧਰ ਵੱਧ ਗਿਆ, ਇਸ ਤਰ੍ਹਾਂ ਹੋ ਸਕਦਾ ਹੈ ਵੱਧ ਤੋਂ ਵੱਧ। ਪਰ ਜੇ ਆ ਇਲੈਕਟ੍ਰੋਨ ਇੱਧਰੋਂ ਉਸ ਤਰ੍ਹਾਂ ਚਲਾ ਗਿਆ ਉੱਧਰ, ਤਾਂ ਕੋਈ ਨਾ ਕੋਈ ਇਲੈਕਟ੍ਰੋਨ ਇੱਧਰ ਵੀ ਪਿਆ ਹੋਏਗਾ, ਕੀ ਪਤਾ, ਜਿਹੜਾ ਇਸੇ ਤਰ੍ਹਾਂ ਰੈਂਡਮਲੀ ਮੂਵ ਕਰਦਾ ਕਰਦਾ ਹਨਾ ਇੱਧਰ ਆ ਗਿਆ ਹੋਏਗਾ, ਇਸ ਤਰ੍ਹਾਂ ਕਿਸੇ ਟਾਈਮ ਤੇ। ਸਮਝ ਲੱਗ ਰਹੀ ਗੱਲ? ਹਾਂਜੀ। ਤੇ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹਦਾ ਮਤਲਬ ਜਿਹੜਾ ਆ ਇੱਕ ਏਰੀਆ ਆਫ ਕ੍ਰਾਸ ਸੈਕਸ਼ਨ ਮੈਂ ਲੈ ਲਵਾਂ ਜੇ ਵਾਇਰ ਦੇ ਵਿੱਚ, ਤੇ ਜੇ ਕਿਸੇ ਟਾਈਮ ਤੇ ਕੋਈ ਚਾਰਜ ਇਧਰੋਂ ਟੱਪ ਵੀ ਗਿਆ ਵਿਚਾਰਾ, ਤਾਂ ਉਧਰੋਂ ਕੋਈ ਨਾ ਕੋਈ ਆ ਵੀ ਗਿਆ ਹੁਣ ਐਟ ਐਨ ਐਵਰੇਜ। ਇਸ ਲਈ ਇਸ ਦੇ ਵਿੱਚੋਂ ਨੈਟ ਚਾਰਜ ਫਲੋ ਕਿੰਨਾ ਹੋਏਗਾ? 0। ਇਸ ਲਈ ਕਰੰਟ ਕਿੰਨਾ ਹੋਏਗਾ? 0। ਪਰ ਜੇ ਤੁਸੀਂ ਇਹੀ ਗੱਲ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹੋ, ਐਸਾ ਤੁਸੀਂ ਬਣਾਉਣਾ ਨਹੀਂ ਹੈ, ਤੁਹਾਨੂੰ ਪੁੱਛਿਆ ਇਸ ਤਰ੍ਹਾਂ ਨਹੀਂ ਪੁੱਛਿਆ ਜਾਏਗਾ, ਮੈਂ ਤੁਹਾਨੂੰ ਲਿਖ ਕੇ ਦਿਖਾਊਂਗਾ ਪ੍ਰੋਪਰਲੀ ਆਰਟੀਕਲ ਕਿਵੇਂ ਕਰਨਾ ਹੈ। ਹੁਣ ਮੰਨ ਲਓ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਤੂੰ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਤਾਂ ਜਿਹੜਾ ਇਲੈਕਟ੍ਰੋਨ ਦਾ ਮੋਸ਼ਨ ਕਿਵੇਂ ਇਫੈਕਟ ਹੋਏਗਾ? ਸੋਚੋ ਕਿ ਇੱਥੇ ਇਲੈਕਟ੍ਰਿਕ ਫੀਲਡ ਹੁਣ ਤੁਸੀਂ ਇਸੇ ਕੇਸ ਦੇ ਵਿੱਚ ਇੱਧਰ ਨੂੰ ਅਪਲਾਈ ਕਰਤਾ, ਇਸ ਡਾਇਰੈਕਸ਼ਨ, ਤਾਂ ਇਲੈਕਟ੍ਰੋਨ ਨੂੰ ਫੋਰਸ ਕਿੱਧਰ ਲੱਗੇਗਾ? ਆਪੋਜ਼ਿਟ ਡਾਇਰੈਕਸ਼ਨ। ਤਾਂ ਬੇਸਿਕਲੀ ਹੁਣ ਕੀ ਹੋਣ ਜਾ ਰਿਹਾ, ਮੈਂ ਇਹਦੇ ਉੱਪਰ ਹੀ ਦਿਖਾਉਣਾ ਤੁਹਾਨੂੰ ਬੇਸਿਕਲੀ ਕੀ ਹੋਣ ਜਾ ਰਿਹਾ। ਹੁਣ ਆ ਇਲੈਕਟ੍ਰੋਨ ਜਿਹੜਾ ਇੱਧਰ ਜਾ ਰਿਹਾ ਸੀ, ਇਹ ਥੋੜਾ ਜਿਹਾ ਘਟ ਜਾਏਗਾ ਇੱਧਰ। ਕਿਉਂ? ਕਿਉਂਕਿ ਉਹਨੂੰ ਆਪੋਜ਼ਿਟ ਡਾਇਰੈਕਸ਼ਨ ਫੋਰਸ ਲੱਗ ਰਿਹਾ ਨਾ ਪਿੱਛੇ ਨੂੰ। ਇੱਧਰ ਦੇਖੋ, ਇੱਧਰ ਨੀਚੇ ਨੂੰ ਜਾ ਰਿਹਾ, ਇੱਧਰ ਹੁਣ ਨੀਚੇ ਨੂੰ ਜਿੰਨਾ ਗਿਆ ਸੀ ਉਸ ਤੋਂ ਕਿਤੇ ਜ਼ਿਆਦਾ ਚੱਲ ਜਾਏਗਾ ਥੋੜਾ ਜਿਹਾ, ਕਿਉਂਕਿ ਫੋਰਸ ਦਾ ਇੱਕ ਨੈਟ ਇੱਧਰ ਨੂੰ ਵੀ ਅਸਰ ਆਏਗਾ ਨਾ। Yes, sir. ਤੇ ਇਹ ਪਾਥ ਵੀ ਬਲਕਿ ਇਫੈਕਟ ਹੋਏਗਾ, ਪੂਰੀ ਤਰ੍ਹਾਂ ਜ਼ਰੂਰੀ ਨਹੀਂ ਕਿ ਇਹਦੇ ਉੱਪਰ ਹੀ ਚੱਲੇ ਹੋਣੇ, ਇਹ ਵੀ ਜ਼ਰੂਰੀ ਨਹੀਂ ਹੈਗਾ। ਜਿਵੇਂ ਕਿ ਇਹਨੂੰ ਜੇ ਬੈਕ ਨੂੰ ਫੋਰਸ ਲੱਗ ਰਿਹਾ, ਤਾਂ ਹੋ ਸਕਦਾ ਕਿ ਇਹ ਇੱਧਰ ਚੱਲ ਜਾਵੇ, ਹੁਣ ਫਿਰ ਇੱਥੋਂ ਇੱਧਰ ਐ ਚੱਲ ਜਾਵੇ, ਪ੍ਰੋਪਰਲੀ ਉਹਦੇ ਉੱਪਰ ਨਹੀਂ ਚੱਲੇਗਾ। ਇੱਧਰ ਨੂੰ ਜਾਣ ਵਾਲਾ ਇਹ ਕਾਫੀ ਲੰਬਾ ਚੱਲ ਜਾਏਗਾ। ਕਿਉਂ ਲੰਬਾ ਚਲਾ ਗਿਆ ਦੱਸੋ? ਇਸ ਡਾਇਰੈਕਸ਼ਨ ਵਿੱਚ ਫੋਰਸ ਲੱਗ ਰਿਹਾ ਨਾ ਇਸ ਡਾਇਰੈਕਸ਼ਨ 'ਚ। ਤੇ ਜਦੋਂ ਇਧਰੋਂ ਜਾ ਕੇ ਇਹ ਜਿਵੇਂ ਇਧਰੋਂ ਆ ਚੱਲਿਆ ਸੀ, ਤਾਂ ਆ ਇੱਧਰ ਆਇਆ ਸੀ, ਇਹ ਥੋੜਾ ਸਲੋ ਜਾਏਗਾ ਕਿਉਂਕਿ ਉਲਟਾ ਡਾਇਰੈਕਸ਼ਨ ਫੋਰਸ ਲੱਗ ਰਿਹਾ। ਤੇ ਇਧਰੋਂ ਇੱਧਰ ਆ ਰਿਹਾ ਸੀ, ਜਦੋਂ ਆ ਇੱਧਰ ਆਇਆ ਸੀ, ਤੇ ਇੱਧਰ ਆਉਂਦੇ ਹੋਏ ਥੋੜਾ ਘਟ ਜਾਏਗਾ। ਮਤਲਬ ਹੁਣ ਪਹਿਲਾਂ ਨਾਲੋਂ ਅਸਰ ਪੈ ਰਿਹਾ ਨਾ ਉੱਤੇ ਇਲੈਕਟ੍ਰਿਕ ਫੀਲਡ ਦਾ। ਉਹਦੇ ਕਰਕੇ ਹੁਣ ਉਹ ਇਲੈਕਟ੍ਰੋਨਸ ਦੀ ਜਿਹੜੀ ਆ ਡ੍ਰਿਫਟਿੰਗ ਬਲੈਕ ਵਿੱਚ ਸ਼ੋ ਕੀਤੀ ਸੀ, ਉਹ ਰੈੱਡ ਵਿੱਚ ਹੋ ਰਹੀ ਹੈ। ਤੇ ਨੈਟ ਦੇਖਿਆ ਜਾਵੇ ਤਾਂ ਉਹ ਮੁੜ ਘੁੜ ਕੇ ਹੁਣ ਇੱਧਰ ਜਾ ਰਿਹਾ, ਉਹਦੇ ਆਪੋਜ਼ਿਟ ਡਾਇਰੈਕਸ਼ਨ 'ਚ। ਆ ਨੈਟ ਦਾ ਜਿਹੜਾ ਫਲੋ ਹੈ ਹੋ ਰਿਹਾ ਵਾ। ਤੇ ਇਹ ਉਹੀ ਹੈ ਕਿ ਹਿਮਾਨੀ ਉਧਰ ਵਿੱਚ ਰਸਤੇ 'ਚ ਭੀੜ 'ਚ ਇੱਧਰ ਉੱਧਰ ਜਾ ਤਾਂ ਰਹੀ ਸੀ, ਪਰ ਉਹ ਹੌਲੀ ਹੌਲੀ ਕਿੱਧਰ ਵੱਧ ਰਹੀ ਸੀ? ਹਾਂ, ਉਸੇ ਤਰ੍ਹਾਂ ਹੀ ਹੁਣ ਇੱਧਰ ਇਲੈਕਟ੍ਰਿਕ ਫੀਲਡ ਜਿਹੜਾ ਅਪਲਾਈ ਕੀਤਾ ਗਿਆ ਵਾ, ਉਹਦੇ ਆਪੋਜ਼ਿਟ ਡਾਇਰੈਕਸ਼ਨ 'ਚ ਇਲੈਕਟ੍ਰੋਨ ਨੇ ਡ੍ਰਿਫਟ ਹੋਣਾ ਸ਼ੁਰੂ ਕਰ ਦਿੱਤਾ ਆ। ਹੁਣ ਨੈਟ ਕਿਹਾ ਜਾਵੇ ਤਾਂ ਜਿਹੜਾ ਇਲੈਕਟ੍ਰੋਨ ਆ ਬਲੈਕ ਵਾਲਾ, ਇੱਥੇ ਦੇਖੋ ਹੁਣ ਧਿਆਨ ਨਾਲ, ਜਿਵੇਂ ਇੱਥੇ ਗੱਲ ਕਰਾਂ, ਇੱਥੇ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੋਵੇ ਇਸ ਤਰ੍ਹਾਂ ਸੋਚੋ, ਤਾਂ ਜਿਹੜਾ ਇਹ ਬਲੈਕ ਵਾਲਾ ਇੱਥੋਂ ਇੱਥੇ ਤੱਕ ਪਹੁੰਚਿਆ ਨਾ, ਹੁਣ ਇਹ ਇੱਥੋਂ ਇੱਥੇ ਤੱਕ ਪਹੁੰਚਣੇ ਹੋ ਸਕਦਾ ਇੱਥੇ ਕਿਤੇ ਰੁਕ ਗਿਆ ਹੋਵੇ, ਇਹਦਾ ਨੈਟ ਇੱਥੇ ਹੀ ਪਹੁੰਚਿਆ ਹੋਵੇ। ਸਮਝ ਲੱਗੀ ਗੱਲ? ਤੇ ਰੈੱਡ ਵਾਲਾ ਜਿਹੜਾ ਹੈ, ਰੈੱਡ ਵਾਲਾ ਇੱਥੋਂ ਕਾਫੀ ਤੇਜ਼ੀ ਨਾਲ ਹੋ ਸਕਦਾ ਕਾਫੀ ਅੱਗੇ ਨਿਕਲ ਕੇ ਇੱਥੇ ਤੱਕ ਆ ਗਿਆ ਹੋਵੇ, ਹਾਂ, ਪਹਿਲਾਂ ਨਾਲੋਂ ਵੀ ਤੇਜ਼। ਤੇ ਉਹਦੇ ਨਾਲ ਕੀ ਹੈ, ਨੈਟ ਇਲੈਕਟ੍ਰੋਨਸ ਦਾ ਫਲੋ ਜਿਹੜਾ ਆ ਉਹ ਰਾਈਟ ਟੂ ਲੈਫਟ ਹੋ ਜਾਏਗਾ ਨਾ, ਫਿਰ ਨੈਟ ਫਲੋ। ਇੱਧਰ ਨੈਟ ਫਲੋ ਹੋਏਗਾ, ਉਹਦੇ ਕਰਕੇ ਕਰੰਟ ਹੋਏਗਾ ਰਾਈਟ ਟੂ ਲੈਫਟ। ਕਲੀਅਰ? ਹੁਣ ਸਮਝ ਲੱਗੀ ਗੁਰਾਂਸ਼? ਹਾਂਜੀ ਸਰ ਹੁਣ ਦੇਖੋ, ਜਦੋਂ ਤੁਸੀਂ ਕਹਿ ਰਹੇ ਹੋ ਕਿ ਅਗਰ ਇਲੈਕਟ੍ਰਿਕ ਫੀਲਡ ਅਪਲਾਈਡ ਹੈਗੀ ਆ, ਤਾਂ ਉਹ ਮਤਲਬ ਫਿਰ ਵੀ ਮੁੜ ਰਿਹਾ ਹੈ। ਉਹ ਕਦੋਂ ਮੁੜ ਰਿਹਾ? ਮਤਲਬ ਫੀਲਡ ਇੱਕ ਫੋਰਸ ਲੱਗ ਰਿਹਾ ਉਹਨੂੰ ਇੱਕ ਸਾਈਡ ਤੇ, ਉਹ ਫੋਰਸ ਲੱਗ ਰਿਹਾ, ਪਰ ਫੋਰਸ ਲੱਗਣ ਤੋਂ ਪਹਿਲਾਂ ਉਹਦੀ ਜਿਹੜਾ ਮੋਸ਼ਨ ਦੀ ਡਾਇਰੈਕਸ਼ਨ ਤੇ ਡਿਪੈਂਡ ਕਰਦੀ ਨਾ ਕੀ ਹੈ। ਕੋਲੀਜ਼ਨ ਤਾਂ ਹੁਣ ਵੀ ਹੋ ਰਹੇ ਨੇ ਨਾ, ਸਾਰੇ ਕੋਲੀਜ਼ਨ ਹੋਣੇ ਬੰਦ ਹੋ ਗਏ ਹੈ। ਮਤਲਬ ਸਾਰੇ ਇਲੈਕਟ੍ਰੋਨ ਇਲੈਕਟ੍ਰਿਕ ਮਤਲਬ ਥੋੜੇ ਟਾਈਮ ਬਾਅਦ ਜਦ ਸਾਰੇ ਇਲੈਕਟ੍ਰੋਨ ਇੱਕ ਤਰ੍ਹਾਂ ਰੇਂਜ ਹੋ ਗਏ, ਹੁਣ ਸਿਰਫ ਸਾਰੇ ਇਲੈਕਟ੍ਰਿਕ ਫੀਲਡ ਦੀ ਵੱਲ ਹੀ ਜਾਣਗੇ, ਤਾਂ ਫਿਰ ਉਹਨਾਂ ਵਿੱਚ ਕੋਲੀਜ਼ਨ ਤਾਂ ਨਾ ਹੋਏਗਾ। ਨਹੀਂ, ਸਾਰੇ ਇਲੈਕਟ੍ਰਿਕ ਫੀਲਡ ਵੱਲ ਹੁਣ ਸਿੱਧੇ ਤਰੀਕੇ ਨਾਲ ਤਾਂ ਹਲੇ ਵੀ ਨਹੀਂ ਜਾ ਸਕਦੇ ਨਾ, ਹਲੇ ਵੀ ਨਹੀਂ ਜਾ ਸਕਦੇ ਨਾ। ਕਿਉਂ ਸਰ? ਮੈਂ ਕਹਿੰਦਾ ਸਾਰੇ ਸਿੱਧੇ ਤਰੀਕੇ ਨਾਲ, ਸਿੱਧੀ ਲਾਈਨ 'ਚ ਥੋੜੀ ਜਾ ਸਕਦੇ ਆ ਕਹਿ ਰਿਹਾ ਮੈਂ ਤੈਨੂੰ। ਹਾਂਜੀ, ਸਿੱਧੀ ਲਾਈਨ 'ਚ ਨਹੀਂ ਜਾਣਗੇ, ਹਲੇ ਵੀ ਡ੍ਰਿਫਟ ਹੋਣਗੇ। ਪਰ ਡ੍ਰਿਫਟਿੰਗ, ਹੁਣ ਜਿਹੜੀ ਡ੍ਰਿਫਟਿੰਗ ਹੈ ਉਹਦੀ ਇੱਕ ਦਿਸ਼ਾ ਹੈਗੀ ਨਾ। ਡ੍ਰਿਫਟ ਮਤਲਬ ਜਿੱਥੇ ਪਹਿਲਾਂ ਪਹੁੰਚਣਾ ਸੀ ਉੱਥੇ ਹੁਣ ਨਹੀਂ ਪਹੁੰਚਣਗੇ, ਥੋੜਾ ਅੱਗੇ ਪਹੁੰਚ ਜਾਣਗੇ ਨਾ। ਹਾਂਜੀ,
ਜਿਵੇਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਜਿਹੜੇ ਇਲੈਕਟ੍ਰੋਨ ਥੋੜਾ ਬਹੁਤਾ ਇੱਧਰ ਡ੍ਰਿਫਟ ਹੋਣੇ ਸੀ ਉਹ ਥੋੜਾ ਘੱਟ ਡ੍ਰਿਫਟ ਹੋਣਗੇ, ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਵਾਲੇ ਪਾਸੇ ਹੁਣ ਜ਼ਿਆਦਾ ਡ੍ਰਿਫਟ ਹੋਣਗੇ, ਉਹਦੇ ਕਰਕੇ ਜਿਹੜਾ ਨੈਟ ਚਾਰਜ ਫਲੋ ਹੋਏਗਾ ਨਾ ਹੁਣ ਉਸ ਏਰੀਆ ਆਫ ਕ੍ਰਾਸ ਸੈਕਸ਼ਨ ਵਿੱਚੋਂ, ਆ ਕਹਿ ਰਹੇ ਠੀਕ ਹੈ ਸਰ, ਹਾਂਜੀ ਮੇਨ ਗੱਲ ਇਹ ਆ ਬਸ। ਹੁਣ ਆਪਾਂ ਇਹਨੂੰ ਥੋੜਾ ਸਿਸਟਮੈਟਿਕ ਤਰੀਕੇ ਨਾਲ ਕਰਦੇ ਹਾਂ। ਹੁਣ ਆ ਸਾਰੀ ਗੱਲਾਂ ਇਮੇਜਿਨੇਸ਼ਨ ਦੇ ਵਿੱਚ ਆਪਣੇ ਆ ਗਈਆਂ, ਹੁਣ ਆਪਾਂ ਇਸ ਗੱਲ ਨੂੰ ਕਰਦੇ ਹਾਂ। ਤੇ ਕੁਐਸਚਨ ਜਿਹੜਾ ਆਰਟੀਕਲ ਹੈ ਬੜਾ ਇੰਪੋਰਟੈਂਟ ਹੈ ਸਕੂਲ ਐਗਜ਼ਾਮ ਲਈ ਵੀ, ਕੰਪੀਟੀਸ਼ਨ ਲਈ ਵੀ। ਹੁਣ ਇਸ ਚੈਪਟਰ ਦੀ ਸਭ ਤੋਂ ਪਹਿਲੀ ਡੈਰੀਵੇਸ਼ਨ ਹੈ, that is the drift velocity of electrons in a conductor। ठीक है, इसलिए आप ये मान के चलते फिलहाल तो कि लेट या कंसिडर, let us consider there are n free electrons, आप मान लेने हैं, in conductor या in wire, ठीक है। and if no electric field is applied across conductor, then at any time t, if the thermal velocities या thermal random velocities of electrons are u1 vector, u2 vector, u3 vector, जिन्हें ये रैंडम होंगे ना सारे इलेक्ट्रॉन इधर उधर 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 भज रहे हैं, रैंडमली भज रहे हैं, वो सारे इलेक्ट्रॉन्स दी इकट्ठियां करती हैं, ठीक है। तो नेट फ्लो किसी भी पासे नु नहीं हो रहा। So and if if thermal velocities of electrons are this and this, then u1 vector plus u2 vector plus u3 vector up to un vector divided by n जो होएगा, जो दी एवरेज होएगी, it will be equal to 0। क्लियर है गल? ਹੁਣ मैं ये सारी गल हुणी समझा चुका ਤੁਹਾਨੂੰ कि इलैक्ट्रिक फील्ड अप्लाई किया नहीं तो ਇਹਦਾ बेसिकली मतलब की बनया, that is the average velocity of all free electrons at any instant is 0। average velocity of all free electrons at any instant is 0। इसनों ਅਸੀਂ इस तरह शो कर सकते हैं कि सारे इलेक्ट्रॉन ही अलग-अलग ले लिए ਆਪਾਂ, चाहे सारे इलेक्ट्रॉन की वेलोसिटीज u1 u2 u3, मतलब जे कोई u1 इधर नु है मान लो तो u2 ਤੇ u3 ਦਾ ਕੋਈ ਕੰਪੋਨੈਂਟ ਇਧਰ ਨੂੰ ਕੈਨਸਲ ਕਰ ਰਿਹਾ ਹੈ ਨਾ, ये u3 इधर नु है तो u4 या u7 ਦਾ ਕੋਈ ਕੰਪੋਨੈਂਟ ਨੂੰ ਕੈਨਸਲ ਕਰ ਰਿਹਾ ਹੋਊਗਾ, इस तरह करके मतलब है। समझ लगी गल? Yes, sir. तो आ बड़ी इंपॉर्टेंट गल है। इस तो बाद हुंदा की है, इस तो बाद ਆਪਾਂ ਗੱਲ ਕਰਦੇ ਇਹਦਾ ਹੈਗਾ when no electric field is applied and if electric field E is applied, E is applied, then force is experienced। पहला वाला जो मोशन है ऑब्वियसली तुम पता कि उस भी इलेक्ट्रॉन उड़ रहा फोर्सेस सीगे, पर वो फोर्सेस सीगे कर्नल्स दी अट्रैक्शन, इलेक्ट्रॉन रिपल्शन, रैंडम वो चीजें सीगी। हुण इलेक्ट्रिक फील्ड इज अप्लाइड, देन फोर्स इज एक्सपीरियंस्ड बाय ईच एंड एवरी इलेक्ट्रॉन या ईच इलेक्ट्रॉन। ते ओड़ा फोर्स है कितना होएगा दसा दो, जिन्ना चार्ज नेगेटिव लिखो इनू ते इलेक्ट्रिक फील्ड, ए फोर्स एक्सपीरियंस होएगा ना। Yes, sir. एंड अगर मैं कह दूंगा कि इफ m is mass of electron, then a mass of electron याद रखना है, then
फिर इस फोर्स दे करके कितनी एक्सेलरेशन होएगी ओदी एक्सेलरेशन ऑफ इलेक्ट्रॉन्स कितनी होएगी फोर्स बाय मास Yes, sir. या कह ली माइनस ई बाय एम ए अपनी होएगी एक्सेलरेशन हर एक इलेक्ट्रॉन ਨੂੰ ਇਹੀ एक्सेलरेशन होएगी क्योंकि हर एक इलेक्ट्रॉन ਨੂੰ ਇੰਨਾ ਹੀ फोर्स लगेगा जिन्ना इलेक्ट्रिक फील्ड क्योंकि इलेक्ट्रिक फील्ड यूनिफॉर्म है ਆਪਾਂ ਉਹਦੇ ਵਿੱਚ ਸਾਰੇ ਪਾਸੇ यूनिफॉर्म ਹੈ क्लियर है ਗੱਲ Yes, sir. ठीक है ਜਦੋਂ ਆਪਾਂ ਅਪਲਾਈ ਕੀਤਾ ਹੈ ਉਹਨੂੰ ਤਾਂ ਕਿਉਂਕਿ ਇੱਥੇ ਮੋਸ਼ਨ ਚ ਨੇ ਚਾਰजेस ਇੱਥੇ ਆਪਾਂ ਉਹ ਇਲੈਕਟ੍ਰੋਸਟੈਟਿਕ ਕੰਡੀਸ਼ਨ ਨਹੀਂ ਹੈ ਕਿ ਮੈਟਲ ਦੇ ਅੰਦਰ ਇਲੈਕਟ੍ਰਿਕ ਫੀਲਡ ਜ਼ੀਰੋ ਹੁੰਦਾ ਹੈ ਉਹ ਤਾਂ ਇਲੈਕਟ੍ਰੋਸਟੈਟਿਕ ਕੰਡੀਸ਼ਨ ਹੁੰਦਾ ਹੈ ਨਾ ਇੱਥੇ ਤਾਂ ਹੁਣ ਕਰੰਟ ਇਲੈਕਟ੍ਰਿਸਿਟੀ ਪੜ ਰਹੇ ਆਪਾਂ ਇੱਥੇ ਤਾਂ ਆਪਾਂ ਅਪਲਾਈ ਕੀਤਾ ਇਹਨੂੰ ਸਪੈਸ਼ਲ ਤਾਂ ਹੁਣ ਆ ਐਕਸਲਰੇਸ਼ਨ ਜੋ ਲੱਗੇਗੀ ਤਾਂ ਜਿਹੜਾ ਪਹਿਲਾ देयरफॉर ਤੁਸੀਂ ਕਹਿੰਦੇ ਹੋ ਦਾ final velocities of electrons will be ठीक है की फाइनल वेलोसिटीज होणगीਆਂ पहले इलेक्ट्रॉन ਦੀ फाइनल वेलोसिटी होएगी v1 ਉਹ ਕੀ ਹੋਏਗੀ ਜਿਹੜੀ ਪਹਿਲਾਂ ਸੀਗੀ u1 है ना पूरा प्लेन ਦੇ ਵਿੱਚ ਆਪਾਂ ਉਹ ਸਮਝ ਕੇ ਰਹੇ ਹਾਂ प्लस एक्सेलरेशन a into τ1 वेलोसिटी दूसरे इलेक्ट्रॉन ਦੀ कितनी होएगी u2 प्लस a τ2 तीसरे दी होएगी v3 हुण τ1 τ2 τ3 की है दसो Relaxation time. हाँ तो ये वखरा ही वखरा होएगा ना सब दा किस दा कंक्लूजन जल्दी हो रहा कि तेज हो रहा सॉरी लेट हो रहा vn जड़ा होएगा वो होएगा un प्लस एक्सेलरेशन इनटू τn इथे अपन मेंशन करना चाहिए where τ1 τ2 up to τn are relaxation times for electrons obviously electron पहले दा दूजे दा तीजे दा पता ही है तुहानू ते जिहड़ी ड्रिफ्ट वेलोसिटी होएगी वो आपली फाइनल वेलोसिटीज दा एवरेज होएगी ड्रिफ्ट velocity is basically average of these final velocities ਜਿਹੜੀ ਕਿ ਇਲੈਕਟ੍ਰਿਕ ਫੀਲਡ ਦੇ ਆਣ ਕਰਕੇ ਬਦਲਾਅ ਹੋਇਆ ਉਹਦੇ ਕਰਕੇ ਤੇ ਆਪਾਂ ਨੂੰ ਕੀ ਲਿਖਾਂਗੇ ਡ੍ਰਿਫਟ ਵੈਲੋਸਿਟੀ ਨੂੰ vd is equal to v1 plus v2 plus v3 up to vn divided by n so v1 ਕੀ ਹੋਏਗਾ u1 plus a times τ1 v2 होएगा u2 plus a times τ2 इस तरह and so on un plus a times τn ते divided by क्या आएगा n so इथों देखो पहले वाले कलेक्ट कर लो u1 plus u2 up to un एक तो आ इकट्ठा कर लो प्लस ए कॉमन ले लो ये आएगा τ1 प्लस τ2 अप टू τn ते n नु अलग अलग करके इना दे नीचे डिस्ट्रीब्यूट कर दो ये तो नॉर्मल मैथमेटिक्स ही है तो पहली टर्म की आएगी दसो पहली टर्म की आएगी देखो पता ही है इनिशियल वेलोसिटी दा सम तो 0 ही सी ना Yes, sir. इत्थे भी ਆਪਾਂ इस एवरेज विच इनु खत्म कर देवांगे 0 ही है ठीक है जीरो वेक्टर कह देना मैं ते इत्थे एक्सेलरेशन दे नाल आ जेड़ा τ1 τ2 अप टू τn सॉरी डिवाइडेड बाय n एनु की बोलते हैं एवरेज रिलैक्सेशन टाइम ठीक है Yes, sir. सर where τ is average relaxation time ਤੁਹਾਨੂੰ पेपर च मोस्टली एवरेज रिलैक्सेशन टाइम ही गिवन ਹੁੰਦਾ ਸਿੱਧਾ ਹੀ τ यूज करते ਤੁਸੀਂ ਇੰਨੇ ਜ਼ਿਆਦਾ ਸਿਆਪੇ ਨਹੀਂ ਪੈਂਦੇ ਇਹ ਤਾਂ ਪਰ ਤੁਹਾਨੂੰ ਮੈਂ ਲਿਖਣਾ ਸਿਖਾ ਰਿਹਾ ਕਿ पेपर च आया इस तरह ऐ शुरू ਹੁੰਦਾ आर्टिकल ऐ लिखते हैं फिर ऐ लिखते हैं फोर्सेस ਨੂੰ मेंशन करते हैं एक्सेलरेशन मेंशन करते हैं फाइनल वेलोसिटीज लिखते हैं ऐ लाइन ਵਿੱਚ ਵਧੀਆ फिर ऐ करते हैं ਗੰਦ ਨਹੀਂ ਪਾਉਂਦੇ ਆਪਾਂ ਸਮਝ ਲੱਗੀ ਗੱਲ Yes, sir. ਹੁਣ ਜਿਹੜਾ ਇਹ ਬਣਿਆ v is equal to acceleration into average time आई आ गया average reaction time तो इन्हें थोड़ा सवार के लिखो v acceleration जगह पहले पुट करो minus e by m times tau
and this is the expression ਆਪਾਂ derive ਕਰ ਰਹੇ ਸੀ ਇਹਨੂੰ। ਹਾਂਜੀ ਗੁਨਾਂਸ਼ ਹੁਣ ਦੱਸੋ। ਸਰ ਪਿਛਲਾ ਪੇਜ ਕਰ। ਹਾਂਜੀ ਸਰ ਜਿਹੜਾ ਆਪਾਂ ਸਟਾਰਟਿੰਗ ਵਿੱਚ ਇਨੀਸ਼ੀਅਲ ਵੈਲੋਸਿਟੀ ਬਾਈ n ਲਿਖਿਆ ਹੋਇਆ ਹੈ ਸਰ, ਇਹ ਤਾਂ ਮਤਲਬ ਉਸ ਟਾਈਮ ਆਪਾਂ ਲਿਖਿਆ ਸੀ ਜਦ ਇਲੈਕਟ੍ਰਿਕ ਫੀਲਡ ਨਹੀਂ ਅਪਲਾਈ ਹੁੰਦੀ ਸੀ, ਇਹ ਹੁਣ ਅਪਲਾਈ ਹੋ ਰਹੀ ਤਾਂ ਡਿਫਰੈਂਸ ਨਹੀਂ ਆਏਗਾ? ਅਪਲਾਈ ਵੀ ਹੋਊਗੀ ਤਾਂ ਐਵਰੇਜ ਤਾਂ ਕੱਢੇਗਾ ਨਾ ਤੂੰ। ਅਪਲਾਈ ਹੋਣ ਤੋਂ ਬਾਅਦ ਫਾਈਨਲ ਵੈਲੋਸਿਟੀ ਦਾ ਐਵਰੇਜ ਕੱਢੇਗਾ ਨਾ। ਹੁਣ ਜਿਵੇਂ ਇਨੀਸ਼ੀਅਲ ਵੈਲੋਸਿਟੀ ਦਾ ਐਵਰੇਜ 0 ਸੀਗਾ ਹਨਾ, ਕਿਉਂਕਿ ਇਲੈਕਟ੍ਰਿਕ ਫੀਲਡ ਅਪਲਾਈ ਨਹੀਂ ਹੋਇਆ ਸੀ। ਹੁਣ ਅਪਲਾਈ ਹੋ ਗਿਆ, ਮਤਲਬ ਸਾਰੇ ਹੁਣ ਕਿਸੇ ਇੱਕ ਪਾਰਟਿਕੂਲਰ ਪਾਸੇ ਨੂੰ ਖਿਸਕ ਜਾਣਗੇ ਥੋੜਾ ਥੋੜਾ। ਠੀਕ ਹੈ, ਹਾਂਜੀ ਸਰ। ਹਨਾ, ਉਹਦੇ ਕਰਕੇ ਐਵਰੇਜ ਹੁਣ ਕੁਝ 0 ਨਹੀਂ ਆਊਗੀ, ਕੁਝ ਆਊਗੀ। ਕੀ ਆਊਗੀ? ਉਹ ਆਊਗੀ। ਹਾਂਜੀ ਠੀਕ ਹੈ। ਤੇ ਆਹ ਜਿਹੜਾ ਐਕਸਪ੍ਰੈਸ਼ਨ ਹੈ ਬੜਾ ਇੰਪੋਰਟੈਂਟ ਹੈ ਬੱਚਿਓ, ਇਹਨੂੰ ਯਾਦ ਰੱਖਿਓ, ਇਹਨੂੰ ਭੁੱਲਿਓ ਨਾ। ਆਹ ਦੇਖੋ 3 ਸਟਾਰ ਬਣਾਤੇ, ਮੇਰਾ ਬਹੁਤ ਜ਼ਰੂਰੀ ਹੈ। ਹਾਂਜੀ ਸਰ ਜਿਹੜਾ ਮਾਈਨਸ ਲਗਾਉਂਦੇ ਪਏ ਆ ਇਹ ਕਿਸ ਲਈ, ਮਤਲਬ ਉਹਦਾ ਮੈਗਨੀਟਿਊਡ ਵਾਸਤੇ ਇਲੈਕਟ੍ਰੋਨ ਪਹਿਲੀ ਗੱਲ ਦੇਖੋ, ਮੈਂ ਵੈਕਟਰ ਦਾ ਤਾਂ ਖਹਿੜਾ ਛੱਡਿਆ ਹੀ ਨਹੀਂ ਨਾ ਸ਼ੁਰੂ ਤੋਂ ਹੀ। ਆ ਦੇਖੋ ਹਨਾ, ਹਾਂਜੀ। ਤੇ ਤੁਹਾਨੂੰ ਪਤਾ ਹੈ ਕਿ ਇੱਥੋਂ ਇਹ ਪਤਾ ਲੱਗ ਰਿਹਾ ਕਿ ਉਹ ਸੌਰੀ ਤੇ VD ਲਿਖ ਰਿਹਾ, VD ਲਿਖੋ ਪੈਰ ਚ, VD ਇਹ ਵੱਖਰਾ VD। ਡ੍ਰਿਫਟ ਵੈਲੋਸਿਟੀ ਜਿਹੜੀ ਹੈ ਉਹ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਹੋਏਗੀ ਨਾ। ਮਤਲਬ ਜੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਅਪਲਾਈ ਕਰੋਗੇ ਤੁਸੀਂ ਤਾਂ ਜਿਹੜੀ ਡ੍ਰਿਫਟ ਵੈਲੋਸਿਟੀ ਆਏਗੀ ਉਹਦੇ ਬਿਲਕੁਲ ਆਪੋਜ਼ਿਟ ਆਏਗੀ। ਇਹਦਾ ਮਤਲਬ ਹੈ ਬਸ ਨੈਗੇਟਿਵ ਸਾਈਨ ਦਾ। ਸਮਝ ਲੱਗੀ ਗੱਲ? ਨਹੀਂ ਸਰ। ਕਿਉਂ? ਇਹਦਾ ਉਹੀ ਐਕਸਪ੍ਰੈਸ਼ਨ ਹੀ ਹੈ ਵੈਕਟਰ ਦਾ। ਹੈ ਐਕਸਪ੍ਰੈਸ਼ਨ ਦਾ ਸਰ ਸਮਝ ਆ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ E ਦੇ ਆਪੋਜ਼ਿਟ ਹੋਣੀ ਚਾਹੀਦੀ ਡ੍ਰਿਫਟ ਵੈਲੋਸਿਟੀ ਉਹਦੀ। ਸਰ ਹੁਣ ਅਗਰ ਇਲੈਕਟ੍ਰੋਨ ਡ੍ਰਿਫਟ ਕਰਦਾ ਪਿਆ ਆ, ਤੂੰ ਮੈਨੂੰ ਇਹ ਦੱਸ, ਆ ਇਲੈਕਟ੍ਰੋਨ ਆ, ਮਤਲਬ ਆ ਇਲੈਕਟ੍ਰੋਨ ਆ ਨਾ। ਹਾਂਜੀ ਸਰ ਠੀਕ ਹੈ ਲੱਗ ਗਿਆ, ਪਤਾ ਲੱਗ ਗਿਆ। ਇਹਨੂੰ ਫੋਰਸ ਤਾਂ ਇੱਧਰ ਨੂੰ ਲੱਗ ਰਿਹਾ ਨਾ, ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ। ਤਾਂ ਉਹਦੇ ਕਰਕੇ ਡ੍ਰਿਫਟਿੰਗ ਵੀ ਉਹਦੀ ਇੱਧਰ ਨੂੰ ਹੈਗੀ, ਬਸ ਆ ਗੱਲ। ਹਾਂਜੀ ਸਰ ਹਾਂਜੀ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਸਮਝੋ ਹੋਰ, ਇਹਦੇ ਵਿੱਚ ਹੁਣ ਜਿਹੜੀ ਡ੍ਰਿਫਟਿੰਗ ਦਿਖਾਵਾਂਗੇ ਨਾ ਆਪਾਂ, ਇਹਦੇ ਵਿੱਚ ਕਿੱਥੇ ਬਣਾਇਆ ਸੀ ਮੈਂ, ਇਹਦੇ ਵਿੱਚ ਡ੍ਰਿਫਟਿੰਗ ਆਪਾਂ ਇਸ ਤਰ੍ਹਾਂ ਦੀ ਟੇਢੀ ਮੇਢੀ ਨਹੀਂ ਦਿਖਾਵਾਂਗੇ। ਹੁਣ ਡ੍ਰਿਫਟਿੰਗ ਦਾ ਮਤਲਬ ਹੁਣ ਹੋਏਗਾ ਬਸ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੈ ਨਾ, ਤਾਂ ਇੱਧਰ ਨੂੰ ਡ੍ਰਿਫਟ। ਦਿਸ ਇਜ਼ ਦਾ ਡ੍ਰਿਫਟ ਵੈਲੋਸਿਟੀ। ਸਿੰਪਲੀ ਇਹ ਸਟ੍ਰੇਟ ਲਾਈਨ 'ਚ ਹੀ ਦਿਖਾਵਾਂਗੇ ਅਸੀਂ ਇਹਨੂੰ। ਹੁਣ ਰੈਂਡਮ ਵਾਲੀ ਸਾਰੀਆਂ ਗੱਲਾਂ ਦਾ ਆਪਾਂ ਕੱਢ ਲਿਆ ਤੱਤ, ਤੇ ਆਪਾਂ ਹੁਣ ਇਹਨੂੰ ਸਿੱਧੇ ਤੌਰ ਤੇ ਸੋਚਾਂਗੇ। ਯਾਨੀ ਮੈਂ ਤੁਹਾਨੂੰ ਇੱਕ ਤਰ੍ਹਾਂ ਉਹ ਰੀਅਲਿਸਟਿਕ ਅਸਲ ਵਿੱਚ ਕੀ ਚੱਲ ਰਿਹਾ ਉਹਦੇ ਅੰਦਰ ਲਿਜਾਣ ਲਈ ਇਹ ਸਾਰਾ ਖਲਾਰਾ ਪਾਇਆ, ਤੇ ਮੁੜ ਕੇ ਆਪਾਂ ਫਿਰ ਵਾਪਸ ਉਹਨੂੰ ਇਕੱਠਾ ਕਰ ਰਹੇ ਕਿ ਡ੍ਰਿਫਟ ਵੈਲੋਸਿਟੀ ਆ ਹੋਏਗੀ ਜਿਸ ਨਾਲ ਇਲੈਕਟ੍ਰੋਨ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਵਧੇਗਾ। ਸਮਝ ਲੱਗੀ ਗੱਲ? ਹਾਂਜੀ ਸਰ। ਹੁਣ ਇੱਕ ਵਾਰ ਲਿਖ ਲਓ, ਫਿਰ ਡਿਫਾਈਨ ਵੀ ਕਰ ਲਓ ਡ੍ਰਿਫਟ ਵੈਲੋਸਿਟੀ। ਹਾਲਾਂਕਿ ਆਪਾਂ ਐਕਸਪ੍ਰੈਸ਼ਨ ਪਹਿਲਾਂ ਕਰ ਲਿਆ, ਪਰ ਲਿਖ ਲਓ ਡਿਫਾਈਨ। ਲਿਖੋ ਸਾਰੇ ਨੇ ਕਾਪੀਆਂ ਤੇ ਲਿਖੋ, ਮੈਂ ਬੋਲ ਦਿੰਦਾ। ਲਿਖੋ drift velocity of electron is defined as the average velocity with which by which electron drifts, drifts, electron drifts from one end of conductor to another end, from one end of conductor to another end। ਤੇ ਤੁਹਾਨੂੰ ਇਹ ਹੈਰਾਨੀ ਹੋਊਗੀ ਕਿ ਬੇਸਿਕਲੀ ਕਿਉਂਕਿ ਇਲੈਕਟ੍ਰੋਨਸ ਬਹੁਤ ਸਾਰੇ ਹੁੰਦੇ ਨੇ, ਇੱਥੇ ਜਿਹੜੀ ਡ੍ਰਿਫਟ ਵੈਲੋਸਿਟੀ ਹੁੰਦੀ ਹੈ ਨਾ, ਡ੍ਰਿਫਟ ਵੈਲੋਸਿਟੀ ਦਾ ਆਰਡਰ ਕਿੰਨਾ ਹੁੰਦਾ ਆ, ਜਾਂ ਡ੍ਰਿਫਟ ਸਪੀਡ ਬੋਲ ਦਿੰਦੇ ਆਪਾਂ, ਬਲਕਿ ਚਾਹੇ ਇਹਦੀ 10 ਦੀ ਪਾਵਰ -4 ਮੀਟਰ ਪਰ ਸੈਕਿੰਡ ਹੁੰਦੀ ਹੈ। ਸੋਚੋ ਥਰਮਲ ਵੈਲੋਸਿਟੀ ਦੇਖੋ ਕਿੰਨੀ ਤੇਜ਼ ਸੀ, ਤੇ ਡ੍ਰਿਫਟ ਸਪੀਡ ਜਿਹੜੀ ਬਹੁਤ ਘੱਟ ਹੈ, ਬਹੁਤ ਸਲੋ ਹੈ ਡ੍ਰਿਫਟਿੰਗ ਉਹਨਾਂ ਦੀ। ਸਮਝ ਲੱਗੀ ਗੱਲ? Yes, sir. ਪਰ ਹੁਣ ਪਤਾ ਕੀ, ਇੱਕ ਵਾਰ ਦਿਮਾਗ 'ਚ ਇਹ ਵੀ ਆਉਂਦਾ ਕਿ ਜਦੋਂ ਡ੍ਰਿਫਟਿੰਗ ਇੰਨੀ ਸਲੋ ਹੈ ਤਾਂ ਫਿਰ ਸਵਿਚ ਔਨ ਕਰਦੇ ਹੀ ਕਿਉਂ ਪੱਖਾ ਨਾਲ ਹੀ ਚੱਲ ਪੈਂਦਾ? ਕਿਉਂਕਿ ਆਪਣੇ ਤਾਂ ਦੇਖਦੇ ਆਪਾਂ ਜਿਵੇਂ ਹੀ ਸਵਿਚ ਔਨ ਕਰਦੇ ਨਾਲ ਹੀ ਪੱਖਾ ਔਨ, ਨਾਲ ਹੀ ਲਾਈਟ ਔਨ, ਨਾਲ ਹੀ ਏਸੀ ਔਨ। ਉਹ ਮਤਲਬ ਮੈਨੂੰ ਲੱਗਦਾ ਕਿ ਬਿਲਕੁਲ ਉਹਦਾ ਫ੍ਰੈਕਸ਼ਨ ਆਫ ਟਾਈਮ ਵੀ, ਫ੍ਰੈਕਸ਼ਨ ਨੂੰ ਵੀ ਤੁਸੀਂ ਡਿਟੈਕਟ ਨਹੀਂ ਕਰ ਪਾਉਂਦੇ ਨਾ। ਔਨ ਕੀਤਾ ਨਾਲ ਹੀ ਔਨ, ਹਨਾ? Yes, sir. ਉਹ ਕਿਉਂ ਹੁੰਦਾ ਹੈ? ਇਸ ਗੱਲ ਨੂੰ ਸਮਝੋ ਹੁਣ ਧਿਆਨ ਨਾਲ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਡ੍ਰਿਫਟ ਵੈਲੋਸਿਟੀ ਇਹ ਆਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਮੰਨ ਲਓ ਆਹ ਤਾਰ ਹੈ ਪੂਰੀ, ਤੇ ਇਸ ਤਾਰ ਦੇ ਵਿੱਚ ਚਾਰਜ ਦਾ ਫਲੋ
ਉਦੋਂ ਸ਼ੁਰੂ ਹੋਏਗਾ ਕਿ ਜਦੋਂ ਆਹ ਵਾਲਾ ਇਲੈਕਟ੍ਰੋਨ ਜਿਹੜਾ ਇਸ ਸਿਰੇ ਤੇ ਬੈਠਾ ਇਹ ਵਿਚਾਰਾ ਡ੍ਰਿਫਟ ਹੋ ਕੇ ਇੱਥੇ ਪਹੁੰਚੇਗਾ। ਨੋ, ਇਹਦਾ ਮਤਲਬ ਇਹ ਨਹੀਂ ਹੈ। ਚਾਰਜ ਦਾ ਫਲੋ ਹੋਣਾ ਸ਼ੁਰੂ ਉਦੋਂ ਹੀ ਹੋ ਜਾਏਗਾ ਜਿਵੇਂ ਤੁਸੀਂ ਸਵਿਚ ਔਨ ਕਰੋਗੇ, ਜਿਵੇਂ ਇਲੈਕਟ੍ਰਿਕ ਫੀਲਡ ਅਪਲਾਈ ਕਰੋਗੇ ਇੱਥੇ, ਠੀਕ ਹੈ। ਮੰਨ ਲਓ ਇੱਥੇ ਨੈਗੇਟਿਵ ਇੱਥੇ ਪੋਜ਼ਿਟਿਵ ਅਪਲਾਈ ਕਰ ਦੇਣਾ, ਕਿਉਂਕਿ ਇਲੈਕਟ੍ਰੋਨ ਨੂੰ ਮੈਂ ਲੈਫਟ ਟੂ ਰਾਈਟ ਲੈ ਕੇ ਜਾਣਾ ਚਾਹੁੰਦਾ ਜਿਸ ਸਮਝਾਉਣ ਲਈ, ਤਾਂ ਉਹ ਨਾਲ ਹੀ ਸ਼ੁਰੂ ਹੋ ਜਾਏਗਾ, ਕਿਉਂਕਿ ਇਲੈਕਟ੍ਰੋਨਸ ਦੇਖੋ ਇਹ ਸਾਰੀ ਵਾਇਰ 'ਚ ਭਰੇ ਹੋਏ ਨੇ ਕਿ ਨਹੀਂ, Yes, sir. ਇੱਥੋਂ ਲੈ ਕੇ ਇੱਥੇ ਤੱਕ। ਤਾਂ ਆਹ ਵਾਲਾ ਇਲੈਕਟ੍ਰੋਨ 1 ਸੈਕਿੰਡ 'ਚ 10⁻⁴ ਅੱਗੇ ਨੂੰ ਮੂਵ ਕਰੇਗਾ ਤੇ ਨਾਲ ਹੀ ਇਹ ਵੀ ਅੱਗੇ ਬਾਹਰ ਨਿਕਲ ਜਾਏਗਾ, ਨਾਲ ਹੀ ਉਧਰਲੇ ਸਿਰੇ ਵਾਲਾ। Yes, sir. ਹਾਂਜੀ ਸੋ ਮਤਲਬ ਇਹ ਮਾਮਲਾ ਐ ਹੁੰਦਾ ਹੈ ਕਿ ਇਹ ਉਸ ਤਰ੍ਹਾਂ ਨਹੀਂ ਹੈਗਾ ਕਿ ਮਤਲਬ ਵੀ ਇੱਕ ਇਲੈਕਟ੍ਰੋਨ ਇਥੋਂ ਤੁਰਿਆ ਵਾ ਬੈਟਰੀ ਦੇ ਇੱਕ ਸਿਰੇ ਤੋਂ, ਹਨਾ, ਨਾਲ ਉਹਨੇ ਟਿਫਨ ਲੈ ਲਿਆ, ਰਸਤੇ 'ਚ ਭੁੱਖ ਪੱਖ ਲੱਗੂਗੀ, ਬੈਠ ਕੇ ਨਾ ਉਹ ਕਰੂੰਗਾ ਆਰਾਮ, ਬਹੁਤ ਹੌਲੀ ਹੌਲੀ ਜਾਊਂਗਾ ਪੈਦਲ ਕਰਦੇ ਹੋਏ, ਇਹ ਨਹੀਂ ਹੈ। ਇਹਦੇ ਅੰਦਰ ਬਹੁਤ ਸਾਰੇ ਮੰਨ ਲਓ ਆ ਬਾਲਸ ਨੇ, ਮੰਨ ਲਓ ਇੱਕ ਪਾਈਪ ਦੇ ਵਿੱਚ, ਤੇ ਜੇ ਮੈਂ ਇੱਕ ਬਾਲ ਨੂੰ ਆਹ ਵਾਲੀ ਬਾਲ ਨੂੰ ਇੱਥੋਂ ਇੱਕ ਬਾਲ ਨੂੰ ਪੁਸ਼ ਕਰਦਾ ਅੰਦਰ ਤੇ ਇੱਥੇ ਆ ਜਾਂਦੀ ਆ ਉਹ, ਤੇ ਨਾਲ ਹੀ ਇੱਕ ਬਾਲ ਇੱਥੋਂ ਬਾਹਰ ਨਿਕਲ ਜਾਏਗੀ ਨਹੀਂ। ਹਾਂਜੀ Yes, ਸਰ sir. ਬਸ ਇਹ ਹੁੰਦਾ ਵੀ ਨਾਲ ਹੀ ਚਾਰਜ ਫਲੋ ਸ਼ੁਰੂ ਹੋ ਗਿਆ। ਸੋ ਡ੍ਰਿਫਟ ਵੈਲੋਸਿਟੀ ਦਾ ਬਹੁਤ ਘੱਟ ਹੋਣ ਨਾਲ ਵੀ ਕੋਈ ਆਪਾਂ ਨੂੰ ਦਿੱਕਤ ਨਹੀਂ ਹੈ। ਆਪਣਾ ਜਿਹੜਾ ਇਹ ਪ੍ਰੋਸੈਸ ਹੈ ਬਹੁਤ ਤੇਜ਼ ਹੁੰਦਾ ਹੈ, ਇਹ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ। ਕਲੀਅਰ ਹੈ ਜੀ ਗੱਲ ਹੁਣ? ਹਾਂਜੀ Yes, ਸਰ sir. ਇਹ ਤੁਹਾਨੂੰ ਬੜੀ ਇੰਪੋਰਟੈਂਟ ਡੈਰੀਵੇਸ਼ਨ ਹੈ ਜਿਹੜੀ ਆਪਾਂ ਇਹ ਹੁਣੀ ਕੀਤੀ ਹੈ, ਬਹੁਤ ਇੰਪੋਰਟੈਂਟ ਡੈਰੀਵੇਸ਼ਨ ਹੈ, ਇਹਨੂੰ ਧਿਆਨ ਨਾਲ ਇਹਨੂੰ ਯਾਦ ਰੱਖਿਓ। ਤੇ ਆਪਾਂ ਹੁਣ ਇੱਕ ਸਿੰਪਲ ਜਿਹੀ ਮਾਡਲ ਵਿੱਚ ਹੀ ਗੱਲ ਕਰਾਂਗੇ। ਆਪਾਂ ਇਹੀ ਗੱਲ ਕਰਾਂਗੇ ਕਿ ਬਸ ਇਲੈਕਟ੍ਰੋਨ ਇੱਧਰ ਜਾ ਰਹੇ ਆ ਤੇ ਉਹ ਉੱਧਰ ਜਾ ਰਹੇ ਆ। ਜਿਵੇਂ ਮੈਂ ਇੱਥੇ ਬਣਾ ਦਿੰਦਾ ਕਿ ਆ ਇੱਕ ਮੰਨ ਲਓ ਵਾਇਰ ਹੈ ਤੇ ਜਾਂ ਰਜਿਸਟਰ ਹੈ। ਹੁਣ ਮੇਰੇ ਲਈ ਬਸ ਇਹੀ ਮਤਲਬ ਹੈ ਕਿ ਇਹਦੇ ਅਕ੍ਰੋਸ ਜੇ ਮੈਂ ਗੱਲ ਕਰਾਂ, ਆ ਮੈਂ ਬੈਟਰੀ ਲਗਾਈ, ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ, ਮਤਲਬ ਇਸ ਵਾਇਰ ਦੇ ਅੰਦਰ ਬੈਟਰੀ ਲਗਾਉਣ ਦੀ ਵਜ੍ਹਾ ਨਾਲ ਇਲੈਕਟ੍ਰਿਕ ਫੀਲਡ ਜਿਹੜਾ ਡਿਵੈਲਪ ਹੋਇਆ ਉਹ ਹਮੇਸ਼ਾ ਇਸ ਤਰ੍ਹਾਂ ਹੋਏਗਾ, ਪੋਜ਼ਿਟਿਵ ਤੋਂ ਨੈਗੇਟਿਵ ਵਾਲੇ ਪਾਸੇ ਨੂੰ ਯੂਨੀਫਾਰਮ ਇਲੈਕਟ੍ਰਿਕ ਫੀਲਡ ਡਿਵੈਲਪ ਹੋਏਗਾ E। ਕਲੀਅਰ? Yes, sir. ਤੇ ਇਹਦੇ 'ਚ ਜਿਹੜਾ ਇਲੈਕਟ੍ਰੋਨਸ ਡ੍ਰਿਫਟ ਹੋਣਗੇ, ਇਲੈਕਟ੍ਰੋਨਸ ਉਹ ਡ੍ਰਿਫਟ ਹੋਣਗੇ ਇਸ ਦੀ ਬਿਲਕੁਲ ਉਲਟ ਦਿਸ਼ਾ 'ਚ, ਉਹ ਵੀ ਸਟ੍ਰੇਟ ਲਾਈਨ ਹੀ ਸਮਝਾਂਗੇ ਆਪਾਂ, ਕਿਉਂਕਿ ਆਪਾਂ ਉਹ ਐਵਰੇਜ ਕੱਢ ਲਈ, ਥਰਮਲ ਵਾਲੀ ਸਾਰੀ ਗੱਲਾਂ ਖਤਮ ਕਰਕੇ ਆਪਾਂ ਡ੍ਰਿਫਟ ਵੈਲੋਸਿਟੀ ਤੱਕ ਪਹੁੰਚ ਗਏ ਆ। ਆਪਾਂ ਸਿਰਫ ਉਹਦੇ ਡ੍ਰਿਫਟ ਹੋਣ 'ਚ ਇੰਟਰਸਟਿਡ ਆ ਵੀ ਡ੍ਰਿਫਟ ਕਿੰਨਾ ਹੁੰਦਾ ਆ, ਨਾ ਕਿ ਇਸ 'ਚ ਵੀ ਉਹ ਥਰਮਲ ਵੈਲੋਸਿਟੀ 10⁵ ਮੀਟਰ ਪਰ ਸੈਕਿੰਡ ਉੱਪਰ ਜਾ ਰਿਹਾ, ਨੀਚੇ ਜਾ ਰਿਹਾ, ਲੈਫਟ ਜਾ ਰਿਹਾ, ਰਾਈਟ ਜਾ ਰਿਹਾ, ਸਾਰੀਆਂ ਗੱਲਾਂ ਖਤਮ ਕਰਤੀਆਂ ਨੇ, ਐਂ ਹੀ ਚੱਲੇਗਾ। ਤੇ ਜੇ ਕਰੰਟ ਦੀ ਗੱਲ ਕਰੋਗੇ ਤਾਂ ਕਰੰਟ ਇਸ ਦੇ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਨਿਕਲੇਗਾ, ਇੱਥੋਂ ਐਂਟਰ ਕਰੇਗਾ ਤੇ ਇਧਰੋਂ ਦੀ ਬਾਹਰ ਨਿਕਲੇਗਾ ਤੇ ਇੱਧਰ ਵਾਪਸ ਆ ਜਾਏਗਾ। ਕਲੀਅਰ ਹੈ ਗੱਲ? So this is the direction of current. So direction of current is always in the direction of electric field. ठीक है जी? Yes. बस एक छोटी जी लास्ट गल करदा, फिर मैं ਆਪਾਂ ਅੱਜ ਖਤਮ ਕਰਦੇ ਆ। ਅੱਜ ਬੜਾ ਵਧੀਆ ਆਪਣੀ ਡਿਸਕਸ਼ਨ ਹੋਈ, ਬਹੁਤ ਚੰਗਾ ਹੈ, ਤੁਸੀਂ ਵਿੱਚ ਰੋਲ ਪਲੇ ਕੀਤਾ ਕਿ ਆਪਣਾ ਹਰ ਤਰ੍ਹਾਂ ਦਾ ਜਿਹੜਾ ਇਧਰੋਂ ਉਧਰੋਂ ਆਪਾਂ ਸੋਚ ਕੇ ਡਿਸਕਸ ਕਰ ਲਿਆ। ਕੱਲ ਨੂੰ ਬੜੇ ਆਰਾਮ ਨਾਲ ਆਪਣਾ ਕਾਫੀ ਕੰਮ ਹੋ ਜਾਏਗਾ। ਹੁਣ ਮੰਨ ਲਓ ਜੇ ਮੈਂ ਕਿਸੇ ਗੱਲ ਕਰਾਂ ਇੱਥੇ, ਜਿਵੇਂ ਤੁਸੀਂ ਇਲੈਕਟ੍ਰੋਕੈਮਿਸਟਰੀ 'ਚ ਪੜ੍ਹਦੇ ਹੋ, ਆ ਇੱਕ ਸੋਲੂਸ਼ਨ ਹੈ ਮੰਨ ਲਓ ਭਰਿਆ ਆ, ਤੇ ਇਸ ਸੋਲੂਸ਼ਨ ਦੇ ਵਿੱਚ ਸਮਝ ਲਓ ਇੱਧਰ ਆ ਮੈਟੈਲਿਕ ਹੀ ਉਹ ਨੇ, ਆ ਮੈਟਲ ਹੈ, ਆ ਵੀ ਮੈਟਲ ਹੈ ਦੋਨੋਂ ਪਾਸੇ, ਤੇ ਇਹਦੇ ਅੰਦਰ ਸੋਡੀਅਮ ਕਲੋਰਾਈਡ ਦਾ ਸੋਲੂਸ਼ਨ ਹੈ। ਤਾਂ ਸੋਡੀਅਮ ਕਲੋਰਾਈਡ ਦਾ ਸੋਲੂਸ਼ਨ ਤੁਹਾਨੂੰ ਪਤਾ ਇਹਦੇ ਵਿੱਚ ਕੀ ਹੋਏਗਾ ਕਿ ਸੋਡੀਅਮ ਆਇਨਸ ਵੀ ਹੋਣਗੇ ਤੇ ਕਲੋਰਾਈਡ ਆਇਨਸ ਵੀ ਹੋਣਗੇ, ਤੇ ਉਹ ਥੋੜੇ ਆਜ਼ਾਦ ਹੋਣਗੇ, ਇਹ ਕ੍ਰਿਸਟਲ ਫਾਰਮ 'ਚ ਨਹੀਂ ਹੋਣਗੇ, ਕਿਉਂਕਿ ਪਾਣੀ ਵਿੱਚ ਆਂਦੇ ਹੀ, ਕਿਉਂਕਿ ਪਾਣੀ ਦਾ ਡਾਇਲੈਕਟ੍ਰਿਕ ਕਾਂਸਟੈਂਟ 81 ਹੈ, 80 ਵੀ ਲੈ ਸਕਦੇ ਹਾਂ, 80 ਹੈ, ਤਾਂ 80 ਦੇ ਕਰਕੇ ਆਪਣੇ ਕੋਲ ਪਤਾ ਹੈ ਕਿ ਇਹਦੇ ਵਿੱਚ ਫੋਰਸ ਆਫ ਅਟਰੈਕਸ਼ਨ ਘਟ ਗਿਆ, ਇਹ ਵੀ ਫ੍ਰੀ ਟੂ ਮੂਵ ਹੋ ਗਏ ਨੇ। ਇੱਥੇ ਆਪਣੇ ਕੋਲ ਇਕੱਲੇ ਇਲੈਕਟ੍ਰੋਨ ਮੂਵ ਕਰਨਗੇ ਕਿ ਦੋਨੋਂ ਮੂਵ ਕਰਨਗੇ? ਦੋਨੋਂ ਮੂਵ ਕਰਨਗੇ। ਇਸ ਲਈ ਜਦੋਂ ਇਹਦੇ ਅਕ੍ਰੋਸ ਤੁਸੀਂ ਬੈਟਰੀ ਲਗਾ ਦੋਗੇ ਤੇ ਬੈਟਰੀ ਲਗਾਉਣ ਤੋਂ ਬਾਅਦ ਇੱਥੇ ਜਿਹੜੀ ਡ੍ਰਿਫਟਿੰਗ ਹੋਏਗੀ, ਇੱਥੇ ਵੀ ਡ੍ਰਿਫਟਿੰਗ ਵਾਂਗੂ ਹੀ ਕਹਿ ਸਕਦੇ ਹੋ ਤੁਸੀਂ, ਕਿਉਂਕਿ ਇੱਥੇ ਵੀ ਕੋਲੀਜ਼ਨਸ ਹੋਣਗੇ, ਪਾਣੀ 'ਚ ਕਿਹੜਾ ਉਹ ਸਿੱਧਾ ਕੋਈ ਰਸਤਾ ਹੈਗਾ ਜਾਣ ਦਾ। ਤੇ ਸੋਡੀਅਮ ਕਿੱਧਰ ਨੂੰ ਡ੍ਰਿਫਟ ਹੋਏਗਾ? ਇਲੈਕਟ੍ਰਿਕ ਫੀਲਡ ਇੱਧਰ ਅਪਲਾਈ ਹੋ ਗਿਆ ਨਾ, ਸੋਡੀਅਮ ਇਸੇ ਡਾਇਰੈਕਸ਼ਨ 'ਚ ਡ੍ਰਿਫਟ ਹੋਏਗਾ ਜਿੱਧਰ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੈ। ਤੇ ਜਿਹੜਾ ਕਲੋਰਾਈਡ ਕਿੱਧਰ ਡ੍ਰਿਫਟ ਹੋਏਗਾ? Opposite direction. ਹਾਂ, ਤਾਂ ਆ ਇਸ ਤਰ੍ਹਾਂ ਆਪਾਂ ਡ੍ਰਿਫਟਿੰਗ ਇਹਨਾਂ ਦੀ ਐ ਸ਼ੋ ਕਰਾਂਗੇ ਨਾ, Yes. ਤੇ ਸੋਡੀਅਮ ਦੀ ਇੱਧਰ ਨੂੰ ਆਏਗੀ।
ਸੋ ਜਦੋਂ ਮੈਂ ਡ੍ਰਿਫਟ ਵੈਲੋਸਿਟੀ ਦਾ ਐਕਸਪ੍ਰੈਸ਼ਨ ਲਿਖਾਂਗਾ, ਡ੍ਰਿਫਟ ਵੈਲੋਸਿਟੀ ਦਾ ਐਕਸਪ੍ਰੈਸ਼ਨ ਲਿਖਾਂਗਾ ਇੱਥੇ, ਤੇ ਉਹ ਬੇਸਿਕਲੀ ਮੈਂ ਹੁਣ ਮਾਈਨਸ E ਦੀ ਜਗ੍ਹਾ ਤੇ Q ਲਿਖ ਦਿੰਦਾ, ਬਾਕੀ ਸਾਰਾ ਨੀਚੇ ਮਾਸ। ਸਮਝ ਲੱਗੀ ਗੱਲ? Yes, sir. ਹੁਣ ਤੁਸੀਂ ਦੇਖ ਸਕਦੇ ਹੋ ਕਿ ਜੇ ਆਪਾਂ ਸੇਮ ਇਲੈਕਟ੍ਰਿਕ ਫੀਲਡ ਹੀ ਅਪਲਾਈ ਕੀਤਾ ਹੋਵੇ ਤੇ ਚਾਰਜ ਵੀ ਦੋਨਾਂ ਦੇ ਸੇਮ ਹੀ ਹੈ, ਟੌ ਵੀ ਆਪਾਂ ਫਿਲਹਾਲ ਸੇਮ ਹੀ ਲੈ ਕੇ ਚੱਲੀਏ, ਤਾਂ ਮਾਸ ਜਿਹਦਾ ਜ਼ਿਆਦਾ ਹੈਵੀ ਆਇਨ ਹੋਣਗੇ ਉਹਨਾਂ ਦੀ ਡ੍ਰਿਫਟ ਵੈਲੋਸਿਟੀ ਘੱਟ ਹੋਏਗੀ ਨਾ, Yes, sir. ਤੇ ਜਿਹੜੇ ਹਲਕੇ ਆਇਨ ਹੋਣਗੇ ਉਹਨਾਂ ਦੀ ਜ਼ਿਆਦਾ ਹੋਏਗੀ। ਜਿਵੇਂ ਹੁਣ ਸੋਡੀਅਮ ਆ, ਸੋਡੀਅਮ ਦਾ 23 AMU ਮਾਸ ਹੈ, ਕਲੋਰਾਈਡ ਦਾ 35.5 AMU ਮਾਸ ਹੈ, ਉਸ ਹਿਸਾਬ ਨਾਲ ਇਹ ਅਲੱਗ-ਅਲੱਗ ਹੋਣਗੇ। ਤੇ ਕਿਉਂਕਿ ਕਲੋਰਾਈਡ ਆਇਨ ਨੈਗੇਟਿਵ ਨੇ ਤਾਂ ਇੱਥੇ ਚਾਰਜ ਆਏਗਾ -E, ਹੈ ਨਾ, ਕਿਉਂਕਿ ਚਾਰਜ ਤਾਂ -E ਹੈ ਉਹਦੇ ਉੱਪਰ, ਮਾਈਨਸ ਸਮਾਲ e, ਇੱਕ ਇਲੈਕਟ੍ਰੋਨ ਵੱਧਦਾ ਨਾ, ਹਾਂਜੀ sir. ਤਾਂ ਆਟੋਮੈਟਿਕਲੀ ਡ੍ਰਿਫਟ ਵੈਲੋਸਿਟੀ ਇਲੈਕਟ੍ਰਿਕ ਦੇ ਆਪੋਜ਼ਿਟ ਆ ਗਈ। ਪਰ ਜੇ ਤੁਸੀਂ ਪੋਜ਼ਿਟਿਵ ਚਾਰਜ ਦੀ ਡ੍ਰਿਫਟ ਵੈਲੋਸਿਟੀ ਦੀ ਗੱਲ ਕਰ ਰਹੇ ਹੋ ਸੋਡੀਅਮ ਆਇਨ ਦੀ, ਤਾਂ +E ਪੁੱਟ ਕਰਨਾ ਪਏਗਾ, +E ਜਿਵੇਂ ਤਾਂ ਫਿਰ ਉੱਥੇ ਡ੍ਰਿਫਟ ਵੈਲੋਸਿਟੀ ਇਲੈਕਟ੍ਰਿਕ ਦੀ ਡਾਇਰੈਕਸ਼ਨ 'ਚ ਹੀ ਆ ਗਈ। ਉਹ ਦੋਨੋਂ ਗੱਲਾਂ ਫਿਰ ਇਸ ਚਾਰਜ ਨੂੰ ਪੁੱਟ ਕਰਨ ਨਾਲ ਹੋ ਜਾਂਦੀਆਂ ਨੇ, ਅਗਰ ਤੁਹਾਡੇ ਦੋਨੋਂ ਆਇਨਸ ਮੂਵ ਕਰ ਸਕਦੇ ਹੋਣ। ਪਰ ਇਨ ਮੈਟਲਸ you are talking about the conduction of current in metals or in conductors, then only free electrons are moving, so that's why we say that it is -E tau by m। ਸਮਝ ਲੱਗੀ ਗੱਲ ਸਭ ਨੂੰ? Yes, sir. Yes, sir. ਸੋ ਬਹੁਤ ਹੀ ਸੌਖਾ ਹੈ ਇਹ, ਅੱਗੇ ਹੋਰ ਵੀ ਬਹੁਤ ਡਿਟੇਲ ਚ ਬਹੁਤ ਵਧੀਆ ਤਰ੍ਹਾਂ ਆਪਾਂ ਕਰਾਂਗੇ ਇਹਨੂੰ, ਤੇ ਇਹ ਤੇਜ਼ੀ ਨਾਲ ਹੋਏਗਾ ਕੰਮ ਆਪਣਾ। ਹੁਣ ਕੈਪੈਸਿਟਰ ਵਾਂਗੂ ਬਹੁਤ ਜ਼ਿਆਦਾ ਜਾਂ ਉਹਦੇ ਵਾਂਗੂ ਤੁਹਾਨੂੰ ਲੱਗ ਰਿਹਾ ਹੋਣਾ ਕਿ ਵੀ ਇੱਥੇ ਆ ਵੀ ਚੀਜ਼ ਦਾ ਧਿਆਨ ਰੱਖਣਾ, ਉਹ ਵੀ ਧਿਆਨ ਰੱਖਣਾ ਹੈ। ਉਹ ਜਿਹੜਾ ਕੋਈ ਤੁਸੀਂ ਸਿੱਖਿਆ ਜੇ ਉਹਦੇ ਚ ਕਮੀ ਪੇਸ਼ੀ ਰਹਿ ਗਈ ਤਾਂ ਉਹ ਵੀ ਆਪਾਂ ਡਿਸਕਸ ਕਰਾਂਗੇ, ਪਲੱਸ ਕਰੰਟ ਇਲੈਕਟ੍ਰਿਸਿਟੀ ਨੂੰ ਨਾਲ ਚਲਾਵਾਂਗੇ। ਦੇਖਿਓ ਤੁਹਾਡਾ ਬਹੁਤ ਵਧੀਆ ਇਹ ਸਾਰਾ ਕੰਮ ਹੋਊਗਾ। ਫਿਜ਼ਿਕਸ ਹੁਣ ਤੁਹਾਡੀ ਸਮੂਥ ਹੋਣੀ ਸ਼ੁਰੂ ਹੋਊਗੀ ਤੁਹਾਡੀ, ਜਿਹੜੀ ਕਿ ਤੁਹਾਨੂੰ ਹੁਣ ਤੱਕ ਥੋੜਾ ਵਿੱਚ ਕਈ ਵਾਰੀ ਜਿਵੇਂ ਗੁਰਾਂਜ ਕਹਿ ਰਿਹਾ ਸੀ ਨਾ ਕਿ ਵੀ ਐ ਲੱਗ ਰਿਹਾ ਵੀ ਮਨ ਨਹੀਂ ਲੱਗ ਰਿਹਾ, ਹੁਣ ਤੈਨੂੰ ਗੁਰਾਂਜ ਥੋੜਾ ਜ਼ਿਆਦਾ ਬੈਟਰ ਲੱਗਣਾ ਸ਼ੁਰੂ ਹੋਊਗਾ। ਪਰ ਪੁਰਾਣਾ ਹੁਣ ਚੰਗੀ ਤਰ੍ਹਾਂ ਰਿਵਾਈਜ਼ ਕਰੋ, ਟੈਸਟ ਦੀ ਤਿਆਰੀ ਕਰੋ, ਅਗਲੇ ਟੈਸਟ ਦੀ ਜਿਹੜਾ ਤੁਹਾਡਾ ਪੂਰੀ ਇਲੈਕਟ੍ਰੋਸਟੈਟਿਕਸ ਦਾ ਹੋਏਗਾ ਤੇ ਉਹ ਬਹੁਤ ਵਧੀਆ ਤਰ੍ਹਾਂ ਦੇ